ਧੰਨ ਵਾਹਿਗੁਰੂ ਸਾਹਿਬ ਜੀ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ। ਇਤੇ ਚਾਨਣ ਹੁੰਦਿਆਂ ਗੁਰ ਬਿਨਾ ਘੋਰ ਅੰਧਾਰ। ਗੁਰ ਦਾਤਾ ਗੁਰ ਹਿਵੇਂ ਘਰ ਗੁਰ ਦੀਪਕ ਤਹਿ ਲੋਏ। ਅਮਰ ਪਦਾਰਥ ਨਾਨਕਾ ਮਨ ਮਾਨਿਐ ਸੁਖ ਹੋਏ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧਨਾਸਰੀ ਮਹਲਾ ਪੰਜਵਾਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਕੜ ਸੁਜਾਨੀ। ਤਿਨਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ। ਜੀ ਕੀ ਏਕ ਹੀ ਪੈਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ। ਤਿਨ ਤਿਲ ਨਹੀਂ ਕੀਮਤ ਜਾਨੀ। ਜੀ ਕੀ ਏਕ ਹੀ ਪੈਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ। ਤਿਨ ਤਿਲ ਨਹੀਂ ਕੀਮਤ ਜਾਨੀ। ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ। ਡਿੱਗੈ ਨਾ ਡੋਲੇ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ओए जो बीच हम तुम कछ होते तिनकी बात बिलानी। अलंकार मिल थैली हुई है ताते कनक वखानी। प्रगट्यो जोत सहज सुख शोभा बाजे अनहत बानी। कहो नानक निहचल घर बांधियो गुर कियो बंधानी। प्रगट्यो जोत सहज सुख शोभा बाजे अनहत बानी। कहो नानक निहचल घर बांधियो गुर कियो बंदानी। परम सन्मान योग
ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, 3 ਰੋਜ਼ਾ ਗੁਰਮਤਿ ਸਮਾਗਮ ਦੇ ਦੂਸਰੇ ਦੀਵਾਨ ਅੰਦਰ ਆਪਾਂ ਸਾਰੇ ਬੜੇ ਪਿਆਰ ਨਾਲ ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਹਾਂ। ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਸ਼ਾਮਾਂ ਦੇ ਦੀਵਾਨ ਵਿੱਚ ਬੜੇ ਪਿਆਰ ਨਾਲ ਬੈਠ ਕੇ ਸਤਿਕਾਰਯੋਗ ਭਾਈ ਸਾਹਿਬ ਹੁਣਾਂ ਪਾਸੋਂ ਆਪਾਂ ਸਾਰਿਆਂ ਨੇ ਸੋਦਰ ਰਹਿਰਾਸ ਪਾਵਨ ਬਾਣੀ ਦਾ ਪਾਠ ਸਰਵਣ ਕੀਤਾ ਹੈ। ਉਸ ਤੋਂ ਉਪਰੰਤ ਸ਼ਹੀਦਾਂ ਦੇ ਸਰਤਾਜ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜਿਸ ਦੀ ਆਪਾਂ ਵਿਚਾਰ ਸਾਂਝੀ ਕਰਨੀ ਹੈ। ਆਪ ਜੀ ਨੇ ਜਿੱਥੇ ਪਾਠ ਸਰਵਣ ਕੀਤਾ, ਨਾਲ ਨਾਲ ਸਕਰੀਨ 'ਤੇ ਸ਼ਬਦ ਦੇ ਦਰਸ਼ਨ ਵੀ ਕੀਤੇ ਨੇ। ਆਓ ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਨਾਲ ਸਾਰੀ ਸੰਗਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਧਨਾਸਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 671 ਅੰਕ ਤੋਂ ਸ਼ੁਰੂ ਹੋ ਕੇ 72 ਅੰਕ 'ਤੇ ਸਮਾਪਤ ਹੁੰਦਾ ਹੈ। ਵੈਸੇ ਤਾਂ ਸਿੱਖ ਵਾਸਤੇ ਸਾਰੀ ਬਾਣੀ ਹੀ ਉਸ ਅਕਾਲ ਪੁਰਖ ਦਾ ਹੁਕਮ ਹੈ, ਸੁਨੇਹਾ ਹੈ, ਉਪਦੇਸ਼ ਹੈ, ਪਰ ਇੱਕ ਵਿਧੀ ਵਿਧਾਨ ਹੈ ਕਿ ਜਦੋਂ ਅਸੀਂ ਗੁਰਦੁਆਰਾ ਸਾਹਿਬ ਆਉਂਦੇ ਹਾਂ ਜਾਂ ਅਸੀਂ ਆਪਣੇ ਘਰਾਂ ਵਿੱਚ ਕਿਸੇ ਸਮਾਗਮ ਦੀ ਸਮਾਪਤੀ ਕਰਦੇ ਹਾਂ, ਅਰਦਾਸ ਤੋਂ ਬਾਅਦ ਜਿਹੜਾ ਸ਼ਬਦ ਤਾਬਿਆ ਬੈਠੇ ਭਾਈ ਸਾਹਿਬ ਜਦੋਂ ਪੜ੍ਹਦੇ ਨੇ, ਉਸ ਸ਼ਬਦ ਨੂੰ ਅਸੀਂ ਮੁੱਖ ਵਾਕ ਕਹਿੰਦੇ ਹਾਂ, ਹੁਕਮਨਾਮਾ ਵੀ ਕਹਿੰਦੇ ਹਾਂ। ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪਾਠ ਕਰਨ ਵਾਲੇ ਜਿਹੜੇ ਸਰੋਤੇ ਸੰਗਤ ਵਿੱਚ ਬੈਠੇ ਨੇ, ਤੁਸੀਂ ਨੋਟ ਕੀਤਾ ਹੋਵੇਗਾ ਦੋਨੋਂ ਪਾਸੇ ਲਿਖਿਆ ਹੋਇਆ ਹੈ, ਅਕਾਲ ਤਖਤ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ। ਤੁਹਾਡੇ ਵਿੱਚੋਂ ਕਈਆਂ ਨੇ ਮਰਿਆਦਾ ਉਹ ਪੜ੍ਹੀ ਵੀ ਹੋਏਗੀ, ਕਈਆਂ ਨੇ ਦਰਸ਼ਨ ਕੀਤੇ ਹੋਣਗੇ। ਜੇ ਨਹੀਂ ਵੀ ਤਾਂ ਕੋਸ਼ਿਸ਼ ਕਰੋ ਆਪਣੇ ਜੀਵਨ ਕਾਲ ਦੇ ਅੰਦਰ ਇੱਕ ਵਾਰ ਉਸ ਮਰਿਆਦਾ ਦਾ ਆਪ ਜ਼ਰੂਰ ਪਾਠ ਕਰੋ। ਉਹਦੇ ਵਿੱਚ ਸਾਡੇ ਜੀਵਨ ਦੇ ਜਿਹੜੇ 4 ਸੰਸਕਾਰ ਨੇ, ਉਹਨਾਂ ਵਿੱਚੋਂ ਜੋ ਸੰਸਕਾਰ ਐਸੇ ਨੇ ਜਿਹੜੇ ਮਨੁੱਖ ਦੀ ਹੋਸ਼ ਵਿੱਚ ਆਉਂਦੇ ਨੇ, 2 ਸੰਸਕਾਰ ਐਸੇ ਨੇ ਜਦੋਂ ਮਨੁੱਖ ਦੀ ਹੋਸ਼ ਨਹੀਂ ਹੁੰਦੀ ਨਹੀਂ ਉਦੋਂ ਉਹਦੇ ਜੀਵਨ ਵਿੱਚ ਆਉਂਦੇ ਨੇ। ਉਹ 2 ਸੰਸਕਾਰ ਕਿਹੜੇ ਨੇ? ਇੱਕ ਹੈ ਜਨਮ ਸੰਸਕਾਰ। ਜਦੋਂ ਜਨਮ ਹੁੰਦਾ ਹੈ ਉਦੋਂ ਬੱਚੇ ਨੂੰ ਥੋੜ੍ਹਾ ਪਤਾ, ਉਹ ਤੇ ਘਰ ਵਾਲਿਆਂ ਨੇ ਜੋ ਕੁਝ ਕਰਨਾ ਹੈ, ਜਿਹੜੀ ਮਰਿਆਦਾ ਨਿਭਾਉਣੀ ਹੈ, ਉਹ ਪਰਿਵਾਰ ਨੂੰ ਪਤਾ, ਬੱਚੇ ਨੂੰ ਕੁਝ ਨਹੀਂ ਪਤਾ। ਅਤੇ ਇੱਕ ਐਸੀ ਹੈ ਜਿਹੜੀ ਮ੍ਰਿਤਕ ਸੰਸਕਾਰ, ਜਦੋਂ ਬੰਦਾ ਚੜ੍ਹਾਈ ਕਰ ਗਿਆ ਉਦੋਂ ਵੀ ਪਰਿਵਾਰ ਦੇ ਉੱਤੇ ਡਿਪੈਂਡ ਕਰਦਾ ਵੀ ਉਹਨਾਂ ਨੇ ਕਿਹੜੀ ਮਰਿਆਦਾ, ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਹੈ। ਜਾਣ ਵਾਲੇ ਨੂੰ ਥੋੜ੍ਹਾ ਪਤਾ ਹੈ। ਜਾਣ ਵਾਲਾ ਸਾਰੀ ਜ਼ਿੰਦਗੀ ਗੁਰਮਤਿ 'ਤੇ ਪਹਿਰਾ ਦਿੰਦਾ ਰਿਹਾ ਹੋਵੇ, ਜੇ ਪਰ ਪਰਿਵਾਰ ਵਾਲਿਆਂ ਕੋਲ ਗੁਰਮਤਿ ਨਹੀਂ ਹੋਏਗੀ ਤਾਂ ਹੋ ਸਕਦਾ ਉਹਦੇ ਚੜ੍ਹਾਈ ਕਰਨ ਤੋਂ ਬਾਅਦ ਉਹ ਮਨਮਤ ਕਰ ਦੇਣ। ਇਹ 2 ਸੰਸਕਾਰ ਐਸੇ ਨੇ ਜਿਹੜੇ ਮਨੁੱਖ ਦੀ ਹੋਸ਼ ਵਿੱਚ ਨਹੀਂ ਆਉਂਦੇ, ਇੱਕ ਜਨਮ ਅਤੇ ਇੱਕ ਮ੍ਰਿਤਕ ਸੰਸਕਾਰ। 2 ਹੋਰ ਸੰਸਕਾਰ ਐਸੇ ਨੇ ਜਿਹੜੇ ਮਨੁੱਖ ਦੀ ਹੋਸ਼ ਵਿੱਚ ਆਉਂਦੇ ਨੇ। ਉਹ ਇੱਕ ਹੈ ਅੰਮ੍ਰਿਤ ਸੰਸਕਾਰ, ਇੱਕ ਹੈ ਆਨੰਦ ਸੰਸਕਾਰ। ਜਦੋਂ ਦਾ ਆਨੰਦ ਕਾਰਜ ਹੁੰਦਾ ਉਦੋਂ ਵੀ ਉਹਨੂੰ ਹੋਸ਼ ਹੈ, ਅਤੇ ਖੰਡੇ ਦੀ ਪੌਲ ਜਦੋਂ ਲਈ ਜਾਣੀ ਹੈ ਉਦੋਂ ਵੀ ਉਹਨੂੰ ਪੂਰੀ ਸੋਝੀ ਹੈ। ਤੋ ਸਿੱਖ ਰਹਿਤ ਮਰਿਆਦਾ ਵਿੱਚ ਜਿਹੜਾ ਮੁੱਖ ਵਾਕ ਲੈਣਾ ਹੈ, ਉਹਦਾ ਵੀ ਇੱਕ ਵਿਧੀ ਵਿਧਾਨ ਲਿਖਿਆ ਹੋਇਆ ਕਿ ਅਸੀਂ ਮੁੱਖ ਵਾਕ ਕਿਵੇਂ ਲੈਣਾ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਦਾਸ ਤੋਂ ਬਾਅਦ ਅਸੀਂ ਜਿਹੜੇ ਸ਼ਬਦ ਦਾ ਅਸੀਂ ਪਾਠ ਕਰਦੇ ਹਾਂ, ਅਤੇ ਤੁਸੀਂ ਜਿਨ੍ਹਾਂ ਕੋਲ ਹੈਗੀ ਹੈ ਮਰਿਆਦਾ ਜ਼ਰੂਰ ਲੈ ਕੇ ਪੜ੍ਹਿਓ, ਕੋਸ਼ਿਸ਼ ਕਰੋ ਆਪ ਪੜ੍ਹੋ ਇੱਕ ਵਾਰ, ਕਿ ਜਦੋਂ ਅਸੀਂ ਮਹਾਰਾਜ ਦਾ ਇੱਦਾਂ ਪ੍ਰਕਾਸ਼ ਕਰਨਾ ਹੈ, ਅਤੇ ਤੁਹਾਡੇ ਖੱਬੇ ਬੰਨੇ, ਤੁਹਾਡੇ ਹੱਥ ਦੇ ਖੱਬੇ ਬੰਨੇ ਜਦੋਂ ਤੁਸੀਂ ਦਾ ਪ੍ਰਕਾਸ਼ ਕਰਨਾ ਹੈ, ਤੁਹਾਡੇ ਖੱਬੇ ਬੰਨੇ ਜਿਹੜਾ ਵੀ ਸ਼ਬਦ ਸਿਰੇ ਤੋਂ ਆਰੰਭ ਹੋਏਗਾ ਉਹ ਤੁਸੀਂ ਪੜ੍ਹਨਾ ਹੈ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਸੂਹੀ ਰਾਗ ਸ਼ਬਦ ਜਦੋਂ ਆਰੰਭ ਹੁੰਦਾ ਹੈ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਧੇ ਕੋ ਜਾਓ, ਇੱਥੋਂ ਸੂਹੀ ਰਾਗ ਆਰੰਭ ਹੁੰਦਾ। ਸੂਹੀ ਰਾਗ ਦਾ ਪਹਿਲਾ ਸ਼ਬਦ ਹੈ, ਉਹ ਆਰੰਭ ਹੀ ਇੱਧਰੋਂ ਖੱਬੇ ਬੰਨੇ ਹੁੰਦਾ ਹੈ, ਉਹ ਉੱਤੋਂ ਸ਼ਬਦ ਪੜ੍ਹਨਾ ਹੈ।
ਪਰ ਕਈ ਸ਼ਬਦ ਐਸੇ ਨੇ ਜਿਹੜੇ ਪਿਛਲੇ ਅੰਕ ਤੋਂ ਸ਼ੁਰੂ ਹੁੰਦੇ ਨੇ, ਜਿਵੇਂ ਆ ਜਿਹੜਾ ਤੁਹਾਡੇ ਸਾਹਮਣੇ ਹੁਣੇ ਪੜ੍ਹਿਆ ਇਹ 671 ਤੋਂ ਸ਼ੁਰੂ ਹੋਇਆ ਹੈ ਤੇ 72 ਤੇ ਜਾ ਕੇ ਸਮਾਪਤੀ ਹੋਇਆ। 72 ਅੰਕ ਤੁਹਾਡੇ ਖੱਬੇ ਬੰਨੇ ਆਏਗਾ। ਜਦੋਂ ਤੁਸੀਂ ਫਿਰ ਅੰਕ ਪਲਟ ਦਿਓਗੇ ਫਿਰ 71 ਅੰਕ ਤੁਹਾਡੇ ਸੱਜੇ ਬੰਨੇ ਆਏਗਾ। ਜਦੋਂ ਤੁਸੀਂ ਪ੍ਰਕਾਸ਼ ਕਰੋਗੇ, ਹੁਣ ਕੁਝ ਸ਼ਬਦ ਨੇ ਜਿਹੜੇ ਪਿਛਲੇ ਅੰਕ ਤੋਂ ਆਰੰਭ ਹੁੰਦੇ ਨੇ, ਅਗਲੇ ਅੰਕ 'ਤੇ ਜਾ ਕੇ ਸਮਾਪਤ ਹੁੰਦੇ ਨੇ। ਇਹ ਜਦੋਂ ਤੁਸੀਂ ਆਪ ਪ੍ਰਕਾਸ਼ ਕਰੋਗੇ, ਆਪ ਗੁਰਬਾਣੀ ਪੜ੍ਹਨ ਦੀ ਕੋਸ਼ਿਸ਼ ਕਰੋਗੇ ਤਾਂ ਸਾਨੂੰ ਹੌਲੀ ਹੌਲੀ ਇਹ ਗੱਲਾਂ ਦੀ ਸਮਝ ਆਉਣੀ ਸ਼ੁਰੂ ਹੋ ਜਾਏਗੀ। ਤਾਂ ਖੈਰ ਇਹ ਦੱਸਣ ਦਾ ਸਿਰਫ ਇੰਨਾ ਕੁ ਮਤਲਬ ਸੀ ਕਿ ਜਿਹੜੇ ਸ਼ਬਦ ਅੱਜ ਆਪਾਂ ਪਾਠ ਕੀਤੇ, ਜਿਹਦੀ ਵਿਚਾਰ ਕਰਨੀ ਹੈ, ਇਹ ਮੁੱਖ ਵਾਕ ਹੈ। ਅਤੇ ਕਈਆਂ ਨੇ ਇਹ ਸ਼ਬਦ ਜਦੋਂ ਅਸੀਂ ਗੁਰਦੁਆਰਾ ਸਾਹਿਬ ਆਉਂਦੇ ਹਾਂ, ਜਦੋਂ ਘਰ 'ਚ ਸਾਡੇ ਕੁਝ ਸਮਾਗਮ ਹੁੰਦਾ, ਅਸੀਂ ਗਾਹੇ ਬਗਾਏ ਸਾਡੇ ਕੰਨਾਂ ਵਿੱਚ ਤੁਕਾਂ ਪੈਣ ਕਰਕੇ ਸਾਨੂੰ ਇਹ ਸ਼ਬਦ ਯਾਦ ਵੀ ਹੁੰਦੇ ਨੇ। ਜਿਵੇਂ 9ਵੇਂ ਪਾਤਸ਼ਾਹ ਦੇ ਸ਼ਲੋਕ ਨੇ, ਉਹ ਵੀ ਲਗਭਗ ਸਾਨੂੰ ਕਿਉਂ ਯਾਦ ਹੋ ਜਾਂਦੇ ਆ, ਕਿਉਂਕਿ ਜਦੋਂ ਉਹ ਪੜ੍ਹੇ ਜਾਂਦੇ ਆ ਉਦੋਂ ਲਗਭਗ ਸਾਨੂੰ ਕੋਈ ਸੱਦਾ ਪੱਤਰ ਆਇਆ ਹੋਵੇ ਤਾਂ ਅਸੀਂ ਭੋਗ ਵੇਲੇ ਤੱਕ ਪਹੁੰਚ ਹੀ ਜਾਂਦੇ ਹਾਂ। ਆਨੰਦ ਸਾਹਿਬ ਦੀਆਂ 6 ਪੌੜੀਆਂ ਤੁਸੀਂ ਵੇਖਿਆ ਹੋਏਗਾ, ਆਮ ਸਾਨੂੰ ਸਾਰਿਆਂ ਨੂੰ ਯਾਦ ਹੋ ਜਾਂਦੀਆਂ, ਕਿਉਂਕਿ ਇਹ ਵੀ ਸਮਾਪਤੀ ਵੇਲੇ ਪੜ੍ਹੀਆਂ ਜਾਂਦੀਆਂ ਅਤੇ ਬੰਦਾ ਆਪਣੇ ਕੰਮ ਨਿਬੇੜਦਿਆਂ ਹੋਇਆਂ ਆਨੰਦ ਸਾਹਿਬ ਦੀਆਂ 6 ਪੌੜੀਆਂ ਤੱਕ ਤਾਂ ਪਹੁੰਚ ਹੀ ਜਾਂਦਾ ਹੈ। ਪਰ ਚੌ ਬੋਲੇ, ਫੁਨਹੇ, ਗਾਥਾ, ਸੰਸਕ੍ਰਿਤੀ ਸ਼ਲੋਕ, ਜਿਹੜੀਆਂ ਹੋਰ ਐਸੀਆਂ ਬਾਣੀਆਂ ਨੇ, ਉਹਨਾਂ ਵੇਲੇ ਤੱਕ ਭਾਈ ਸਾਹਿਬ ਇਕੱਲੇ ਹੀ ਪੜ੍ਹ ਰਹੇ ਹੁੰਦੇ ਨੇ। ਜਿਨ੍ਹਾਂ ਨੇ ਪਾਠ ਰਖਾਇਆ ਹੁੰਦਾ ਉਹ ਕੋਲ ਹੁੰਦੇ ਹੀ ਨਹੀਂ, ਨਾ ਸੰਗਤ ਹਾਜ਼ਰ ਹੁੰਦੀ ਹੈ। ਤੋ ਇਸੇ ਕਰਕੇ ਸਾਨੂੰ ਬਹੁਤ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਡੇ ਕੰਨਾਂ ਵਿੱਚ ਪਈ ਨਹੀਂ, ਅਤੇ ਕੰਨਾਂ ਵਿੱਚ ਜੋ ਪਵੇਗਾ ਉਹੀ ਸਾਡਾ ਮਨ ਚੇਤੇ ਕਰੇਗਾ ਨਾ, ਉਹੀ ਜ਼ੁਬਾਨ ਬੋਲੇਗੀ। ਕਿਉਂਕਿ ਕੰਨਾਂ ਦਾ ਸਾਡੇ ਮਨ ਨਾਲ, ਸਾਡੀ ਜ਼ੁਬਾਨ ਨਾਲ ਬੜਾ ਡੂੰਘਾ ਸੰਬੰਧ ਹੈ। ਜੋ ਸਾਡੇ ਸਰਵਣ, ਸਾਡੇ ਕੰਨ ਸੁਣਦੇ ਨੇ, ਉਹੀ ਸਾਡੀ ਜ਼ੁਬਾਨ ਬੋਲਦੀ ਹੈ, ਅਤੇ ਉੱਦਾਂ ਦਾ ਹੀ ਸਾਡਾ ਮਨ ਹੋ ਜਾਂਦਾ ਹੈ। ਜਿਵੇਂ ਆਨੰਦ ਸਾਹਿਬ ਦੀ ਬਾਣੀ 'ਚ ਆਪਾਂ ਪੜ੍ਹਦੇ ਹਾਂ, ਇਹ ਸਰਵਣੋ ਮੇਰਿਓ ਸਾਚੈ ਸੁਣਨੇ ਨੋ ਪਠਾਏ, ਸਾਚੈ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਤੁਹਾਨੂੰ ਸਰੀਰ ਨਾਲ ਕਿਉਂ ਲਾਇਆ? ਸੁਣੋ ਸਤ ਬਾਣੀ। ਜਿੱਤ ਸੁਣੀ, ਵੇਖੋ ਕਿੱਡੇ ਪਿਆਰੇ ਸ਼ਬਦ, ਜਿੱਤ ਸੁਣੀ ਮਨ ਤਨ ਹਰਿਆ ਹੋ। ਸੁਣਿਆ ਕੰਨਾਂ ਨੇ ਅਤੇ ਹਰਿਆ ਮਨ ਹੋਇਆ, ਤਨ ਹਰਿਆ ਹੋ ਗਿਆ। ਅੱਜ ਨਾ ਬੰਦੇ ਦਾ ਮਨ ਹਰਿਆ ਅਤੇ ਨਾ ਅੱਜ ਤਨ ਹਰਿਆ। ਇੱਥੇ ਹਰੇ ਹੋਣ ਦਾ ਅਰਥ ਪਤਾ ਕੀ ਹੈ? ਵੀ ਇਹਦਾ ਰੰਗ ਹਰਿਆ ਨਹੀਂ ਹੋ ਜਾਂਦਾ। ਜਿਵੇਂ ਹਰ ਕਾ ਨਾਮ ਧਿਆਏ ਕਹਿ ਹਰਿਆ ਭਾਈ, ਬਸੰਤ ਕੀ ਜਿਹੜੀ ਵਾਰ ਹੈ ਉਹ 'ਚ ਲਿਖਿਆ ਵੀ ਜਿਹੜਾ ਪਰਮੇਸ਼ਰ ਦਾ ਨਾਮ ਧਿਆਉਂਦਾ ਉਹ ਹਰਿਆ ਹੋ ਜਾਂਦਾ। ਤੋ ਹਰੇ ਹੋਣ ਦਾ ਅਰਥ ਇਹ ਥੋੜ੍ਹਾ ਵੀ ਬੰਦੇ ਦਾ ਰੰਗ ਹਰਿਆ ਹੋ ਜਾਂਦਾ, ਗਰੀਨ ਹੋ ਜਾਂਦਾ। ਉਹਦਾ ਮਤਲਬ ਕੀ ਹੈ ਭਲਾ? ਜੇ ਸਾਨੂੰ ਕੋਈ ਸਾਡਾ ਬੱਚਾ, ਸਾਡੀ ਕੋਈ ਧੀ, ਸਾਡਾ ਪੁੱਤ ਸਾਨੂੰ ਪੁੱਛੇ ਵੀ ਗੁਰੂ ਸਾਹਿਬ ਬਾਣੀ 'ਚ ਕਹਿੰਦੇ ਨੇ ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ, ਵੀ ਨਾਮ ਧਿਆਉਣ ਨਾਲ ਬੰਦਾ ਹਰਿਆ ਹੋ ਜਾਂਦਾ ਹੈ। ਉਹ ਤਾਂ ਹਰੇ ਹੋਣ ਦਾ ਅਰਥ ਹੈ, ਹਰੀ ਉਹ ਚੀਜ਼ ਹੁੰਦੀ ਹੈ ਜਿਹੜੀ ਮੂਲ ਨਾਲ ਜੁੜੀ ਹੋਵੇ। ਆ ਪੱਤ ਝੜ ਆਉਂਦੀ ਹੈ, ਉਸ ਤੋਂ ਬਾਅਦ ਬਸੰਤ ਰੁੱਤ ਦੇ ਵਿੱਚ ਜਦੋਂ ਕਰੂੰਬਲੀਆਂ ਫੁੱਟਦੀਆਂ ਨੇ, ਉਹਨਾਂ ਦਰਖਤਾਂ ਦੀਆਂ ਕਰੂੰਬਲੀਆਂ ਫੁੱਟਦੀਆਂ ਜਿਨ੍ਹਾਂ ਦੀਆਂ ਜੜ੍ਹਾਂ ਧਰਤੀ ਨਾਲ ਜੁੜੀਆਂ ਹੁੰਦੀਆਂ ਨੇ। ਅੱਛਾ, ਇੱਕ ਹਰੇ ਦਰਖਤ ਦਾ ਫਾਇਦਾ ਬੜਾ ਤਗੜਾ ਹੈ। ਆ ਬਜ਼ੁਰਗਾਂ ਨੂੰ ਪਤਾ ਹੋਣਾ, ਵੱਡੀ ਉਮਰ ਦੇ ਜਿਹੜੇ ਨੌਜਵਾਨਾਂ ਨੂੰ ਪਤਾ ਹੋਣਾ, ਜੇ ਕੱਲ੍ਹ ਦੀਆਂ ਗੱਲਾਂ ਨੇ। ਹੁਣ ਤਾਂ ਵਾਹੀ ਦਾ ਸਿਸਟਮ ਵੀ ਬਦਲ ਗਿਆ। ਪਹਿਲਾਂ ਬਲਦਾਂ ਨਾਲ ਵਾਹੀ ਹੁੰਦੀ ਸੀ, ਖੇਤਾਂ 'ਚ ਤੂਤ ਆਮ ਹੀ ਹੁੰਦੇ ਸੀ, ਅਤੇ ਤੂਤ ਛੇਤੀ ਕੀਤਿਆਂ ਵੱਢਿਆ ਨਹੀਂ ਸੀ ਜਾਂਦਾ, ਕਿਉਂਕਿ ਕਹਿਣਾ ਚਲੋ ਇੱਕ ਤੂਤ ਦੀ ਛਾਂ ਸੰਘਣੀ ਹੈ, ਇੱਕ ਉਹਨੂੰ ਛਾਂਗ ਕੇ ਜਦੋਂ ਸਰਦੀਆਂ ਆਰੰਭ ਹੋਣੀਆਂ ਕਹਿਣਾ ਤੂਤ ਛਾਂਗ ਲਓ, ਇਹਦੇ ਟੋਕਰੀਆਂ 'ਤੇ ਟੋਕਰੇ ਬਣਾ ਲਵਾਂਗੇ। ਹੁਣ ਟਰੈਕਟਰਾਂ ਦੀ ਵਾਹੀ ਆ ਗਈ ਹੈ। ਬੰਦਾ ਸੋਚਦਾ ਲੰਬਾ ਪਲਾਟ ਬਣ ਜਾਏ 10-20 ਕਿੱਲਿਆਂ ਦਾ, ਜਿਹੜਾ ਇੱਕ ਅੱਧਾ ਦਰਖਤ ਖੇਤ ਹੁੰਦਾ ਕਹਿੰਦਾ ਉਹ ਵੀ ਪੱਟ ਦੇ, ਤਾਂ ਕਿ ਜਦੋਂ ਪੈਲੀ ਵਾਹੀਦੀ ਹੈ ਅਤੇ ਉਹਦੇ ਹੜਾਂ ਵਿੱਚ ਇਹਦੀਆਂ ਜੜ੍ਹਾਂ ਅੜਦੀਆਂ ਨੇ। ਜਿੰਨੇ ਦਰਖਤ ਅਸੀਂ ਆਪਣੇ ਬਜ਼ੁਰਗਾਂ ਵੇਲੇ ਦੇ ਪੱਟੇ ਨੇ, ਉਹਨੇ ਨਵੇਂ ਥੋੜ੍ਹਾ ਲਾਏ ਨੇ। ਸ਼ਾਇਦ ਇਹੋ ਕਰਕੇ ਵਾਤਾਵਰਨ ਵੀ ਅੱਜ ਥੋੜ੍ਹਾ ਜਿਹਾ ਵਿਗੜ ਗਿਆ। ਜਦੋਂ ਸਾਨੂੰ ਬਾਰਿਸ਼ ਚਾਹੀਦੀ ਹੈ ਉਦੋਂ ਨਹੀਂ ਹੁੰਦੀ, ਜਦੋਂ ਨਹੀਂ ਚਾਹੀਦੀ ਉਦੋਂ ਹੋ ਰਹੀ ਹੈ। ਸ਼ਾਇਦ ਇਹਨਾਂ ਕੰਟਰੀਆਂ ਦੀ ਬਿਊਟੀ ਦਾ ਕਾਰਨ, ਸੁੰਦਰਤਾ ਦਾ ਕਾਰਨ ਇਹੋ ਹੀ ਹੈ ਵੀ ਇਹ ਨੇਚਰ ਨਾਲ, ਕੁਦਰਤ ਨਾਲ ਬੜਾ ਪਿਆਰ ਕਰਦੇ ਨੇ। ਵੀ ਰੁੱਖ ਨਾ ਪੱਟੋ ਭਾਈ, ਰੁੱਖ ਤੁਹਾਡਾ ਬੜਾ ਪਿਆਰਾ ਮਿੱਤਰ ਆ, ਤੁਹਾਡਾ ਸਾਥੀ ਆ। ਤਾਂ ਸ਼ਾਇਦ ਮੈਂ ਬੇਨਤੀ ਕਰਨੀ ਚਾਹੁੰਦਾ, ਜਦੋਂ ਤੂਤ ਛਾਂਗ ਕੇ ਘਰ ਲੈ ਆਉਣਾ ਅਤੇ ਬਜ਼ੁਰਗ ਨੇ ਕਹਿਣਾ ਪੁੱਤਰੋ ਜਿਹੜਾ ਟੋਕਰੀਆਂ ਤਿਆਰ ਕਰਨ ਵਾਲਾ ਉਹਨੂੰ ਬੁਲਾ ਲਿਆਓ। ਅੱਜ ਛਾਂਗਿਆ ਅਤੇ ਸਵੇਰੇ ਉਹਨੇ ਟੋਕਰੀਆਂ ਤਿਆਰ ਕਰਨ ਲੱਗ ਪੈਣਾ ਤੂਤ ਦੀਆਂ ਛੰਟੀਆਂ ਨੂੰ ਮੋੜ ਕੇ। ਪਰ ਜੇ ਅੱਜ ਛਾਂਗਿਆ, ਤੁਸੀਂ ਕਹੋ 2 ਮਹੀਨਿਆਂ ਬਾਅਦ ਦੇ ਟੋਕਰੀਆਂ ਬਣਾਉਣੇ ਨੇ, ਫਿਰ ਬਣ ਜਾਣਗੇ ਜੀ ਭਲਾ?
बोल के दस्यो जी, क्यों भला? क्योंकि हुण सुक चुके ने। हाँ, जे अजे अज छंग आ तो एक अद्धे दिन तक तुसीं उहनूं बना सकते हो। हुण जदों टुट ही गया, नाता ही टुट गया, तो हुण उहने जदों तुसीं उहनूं मरोड़ना, जिहड़ी हरी चीज़ हुंदी ओह फ्लैक्सीबल हुंदी आ, उह 'च लचक हुंदी आ। तुसीं जिधर नूं मोड़ते जाओगे इदां मुड़दी जाओ। पर सुक्की टाहणी मोड़ के विखाओ तुसीं, सुक्की टाहणी मुड़दी नहीं, सुक्की टाहणी लक चों, बोलो जी। हुण जिहड़ा भी बंदा कहंदा ना मैं नाम जपदा, जानी नाम जपण दा अर्थ है रब्बी गुणा मुताबक जिंदगी जिउणी, सत संतोख, वो फ्लैक्सीबल होएगा। वो कोशिश करेगा छेती कीतिया मैं रिश्ता टुटण ना दें। जे मैं सहुरा वां, जे मैं सੱਸ वां, जे मैं पत्नी हाँ, जे मैं पति हाँ, जे मैं धी हाँ, जां मैं पुत्तर हाँ, जां मैं वड्डा भरा, जां मैं छोटा भरा वां, मैं फ्लैक्सीबल होवां। मैं कोशिश करा भी जे नहीं भी मेरी गलती हो गई तो मैं माफ़ी मंग के कोशिश करा भी रिश्ता बनिया रहे। तो जे मैं फूं फां दे विच हंकार च आ गया तो कईयां दे तुसीं रिश्ते निक्की निक्की आकड़ करके टुटदे वेखे होणगे। जिवें टाहणी जदों दरख्त नालों लिंक तोड़ जाए तो लक विचों टुट जाती है। फ्लैक्सीबल होना ये बड़ा वड्डा गुण है मनुख की जिंदगी का। तो दुनिया याद ही उन्होंने करती है। जे तुसी हर वक्त तकड़ी लैके तोल के वेखी जाओ फिर नहीं जिंदगी विच मनुख अगे वध सकता। जे जिंदगी तुसी अगे वधना है तुहानूं फ्लैक्सीबल होना पैना। रिश्तियां विच, परिवारां विच बहुत कुछ, जिथे साडियां मोह दीयां तंदां हुंदियां ने उत्थे असीं फ्लैक्सीबल हो जाने आ। जिथे साडियां मोह दीयां तंदां नहीं हुंदियां उत्थे बंदा कई वारी आकड़ कर जांदा है, हंकार कर जांदा है। कि उत्थे हंकार करके तां ही सतगुरू नूं कहना पिया सी भी हौमै जिहड़ा बड़ा खतरनाक रोग है। हौमै दीर्घ रोग है, ये दीर्घ रोग है, खतरनाक रोग है। पर नाल ये भी क्या, ये ला इलाज नहीं, ਇਹਦਾ इलाज हैगा है। हौमै दीर्घ रोग है पर नाल कहता दारू पी इस माहे। हुण इस माहे का की अर्थ है भी हौमै च ਇਹਦਾ इलाज है? नहीं, ਇਹਦਾ मतलब है जे हौमै बंदे दे अंदर है ना, इलाज भी बंदे दे अंदर ही आ। जे बीमारी अंदर आ तो इलाज भी अंदर आ। कोई इदां दा इलाज नहीं जिहड़ा बाहरों पाउणा पवे। आ समझण दी जरूरत है। ਜਦੋਂ ਅਸੀਂ ਕਿਸੇ ਨੂੰ ਕਹਿੰਦੇ जी मैं परेशान बड़ा, जे परेशानी मेरे तो शुरू हुई है तो ਉਹਦਾ हल भी मेरे कोल ही है, दूजे कोल हल है नहीं ਉਹਦਾ कोई ना। कोई दूजा मैनू ठीक नहीं कर सकता। जे दुखी तू आप होया तो सुखी भी तू आप ही अपने आप नूं कर सकदा, क्योंकि दूजा बंदा तेनू किदां सुखी कर देगा। तो दुखी भी तू आप ही होया है। हुण जिहड़े शब्द आपां हुणे पाठ सरवण कीता है, तीन चीज़ां चेते रखियो। शब्द है गुरु पंजवें पातशाह जी का, राग है धनासरी, अंक है गुरु ग्रंथ साहिब जी का 671 अंक तो शुरू होकर तो 72 अंक ते समाप्त होए। शब्द दियां रहाव वालियां पंक्तियां ने। जी की एक ही पैमानी, जी का अर्थ की जिंद, जिंद का अर्थ मन। इस मन की, इस जिंद की इक्के कोल ही गल मन्नी जानी है। अवर जतन कर रहे बहु तेरे, तिन तिल नहीं कीमत जानी। नाल पढ़ो जी, स्क्रीन ते शब्द आ रहे हैं। तिन तिल नहीं कीमत जानी। कहते इस जिंद की इक्के कोल ही गल मन्नी जानी है। अवर जतन, बाकी जतन बड़े कीते ने, थां थां ते मत्थे भी टेकदा है, बड़े इलाज भी कराउण की कोशिश करता भी शायद इत्थे मत्था टेकां हो जाए, आ पूजा करावां, शायद आ मसला हल हो जाए। करता बंदा दुखी हो के भी बड़े, जिन्हें जिन्नियां बीमारियां वधदियां ने उन्ने वैद भी वधी जांदे ने। आओ गुरु साहब बख्शिश करन, एक बार सारे जाने इन्हां पंक्तियां का पाठ करो ताकि साडा मन शब्द की विचार वास्ते तैयारी विच आ सके। आपां रल मिल के अपने गुरु उस्ताद टीचर उपदेश रल मिल के उन्हां दा साझा करना है। असीं सीखण दा यतन करना भी महाराज सानूं की उपदेश दिंदे ने। सारे जाणिਆਂ नूं बेनती आ हाज़री लवाओ तो बड़े प्यार नाल इन्हां तुकां दा पाठ करो। एक ही पैमानी जी की एक ही पैमानी, एक ही पैमानी जी की एक ही पैमानी, एक ही पैमानी जी की एक ही पैमानी, एक ही पैमानी जी की एक ही पैमानी। साध संगत जी बेनती है
ਇਹ ਲਾਈਵ ਸੰਗਤਾਂ ਘਰਾਂ ਵਿੱਚ ਸਰਵਣ ਕਰ ਰਹੀਆਂ ਨੇ, ਖੁੱਲ੍ਹ ਕੇ ਬਾਣੀ ਪੜ੍ਹੋ। ਬਾਣੀ ਪੜ੍ਹਨ ਲੱਗਿਆ ਝਿਜਕੋ ਨਾ, ਸੰਗੋ ਨਾ। ਜਿਵੇਂ ਅਸੀਂ ਵਿਆਹਾਂ ਸ਼ਾਦੀਆਂ 'ਤੇ ਨਾ ਵੀ ਭੰਗੜਾ ਪਾਉਣਾ ਆਉਂਦਾ ਹੋਵੇ ਨਾ, ਅਤੇ ਦੂਜੇ ਖਿੱਚ ਕੇ ਉਹਨੂੰ ਵਿੱਚ ਲੈ ਆਉਂਦੇ ਆ ਨਾ, ਅਤੇ ਬੰਦਾ ਉੱਦਾਂ ਹੱਥ ਹੁੱਥ ਮਾਰੀ ਜਾਂਦਾ, ਅਤੇ ਸੰਗ ਵੀ ਨਹੀਂ ਆਉਂਦੀ ਕਿਸੇ ਨੂੰ। ਆਉਂਦੀ ਹੈ ਜੀ ਉੱਥੇ, ਚਲੋ ਕੁਝ ਨੌਜਵਾਨਾਂ ਨੇ ਤਾਂ ਸਿੱਖਿਆ ਹੁੰਦਾ ਸਕੂਲਾਂ ਕਾਲਜਾਂ 'ਚ, ਅਤੇ ਕਈ ਉੱਦਾਂ ਹੀ ਹੱਥ ਪੱਲਾ ਮਾਰੀ ਜਾਂਦੇ ਨੇ, ਉੱਥੇ ਕੋਈ ਸੰਗਦਾ ਨਹੀਂ। ਪਰ ਜਦੋਂ ਬਾਣੀ ਪਾਣੀ ਉਦੋਂ ਬੰਦਾ ਸੰਗ ਜਾਂਦੇ। ਬੋਲੋ ਜੀ, ਉਦੋਂ ਸੰਗ ਆ ਜਾਂਦੀ ਹੈ ਵੀ ਕਿਤੇ ਮੇਰਾ ਮੂੰਹ ਦੂਜੇ ਨਾਲੋਂ ਵੱਧ ਤਾਂ ਨਹੀਂ ਹਿਲਦਾ ਕਿਤੇ। ਕੋਸ਼ਿਸ਼ ਕਰੋ ਖੁੱਲ੍ਹ ਕੇ ਬਾਣੀ ਪੜ੍ਹੋ ਇੱਕ ਵਾਰ, ਕੋਈ ਰਸਮ ਇੱਦਾਂ ਦੀ ਨਾ ਰਵੇ ਬਾਣੀ ਜਿਹੜੀ ਨਾ ਪੜ੍ਹੇ। ਬਾਣੀ ਪੜ੍ਹੋਗੇ ਦੋ ਤੁਕਾਂ ਯਾਦ ਹੋਣਗੀਆਂ ਸਾਨੂੰ ਬਾਣੀ ਦੀਆਂ, ਅਤੇ ਸਕਰੀਨ 'ਤੇ ਨਾਲ ਬਾਣੀ ਆ ਰਹੀ ਹੈ, ਪੜ੍ਹੋ ਸਾਰੇ। एक ही पैमानी जी की एक ही पैमानी, एक ही पैमानी जी की एक ही पैमानी, एक ही पैमानी जी की एक ही पैमानी, एक ही पैमानी जी की एक ही पैमानी। अवर जतन कर रहे बहु तेरे, अवर जतन कर रहे बहु तेरे, अवर जतन कर रहे बहु तेरे, अवर जतन कर रहे बहु तेरे। तिन तिल नहीं कीमत जानी, तिन तिल नहीं कीमत जानी, तिल नहीं कीमत जानी, तिन तिल नहीं कीमत जानी। तिन तिल नहीं कीमत जानी, तिन तिल नहीं कीमत जानी, तिल नहीं कीमत जानी, तिन तिल नहीं कीमत जानी। अमृत नाम निर्मोलक हीरा, अमृत नाम निर्मोलक हीरा, अमृत नाम निर्मोलक हीरा, अमृत नाम निर्मोलक हीरा। अमृत नाम निर्मोलक हीरा, अमृत नाम निर्मोलक हीरा, अमृत नाम निर्मोलक हीरा, अमृत नाम निर्मोलक हीरा। गुर दीनो मनतानी, गुर दीनो मनतानी, गुर दीनो मनतानी, वाह वाह। गुर दीनो मनतानी। डिगे न डोले दृढ़ कर रहे हो, डिगे न डोले दृढ़ कर रहे हो, डिगा न डोले दृढ़ कर रहे हो, डिगा न डोले दृढ़ कर रहे हो। पूरन होए तृप्तानी, पूरन होए तृप्तानी, पूरन होए तृप्तानी, पूरन होए तृप्तानी। ओए जो बीच हम तुम कच होते, ओए जो बीच हम तुम कच होते, होए जो बीच हम तुम कच होते, होए जो बीच हम तुम कच होते। तिन की बात बिलानी, तिन की बात बिलानी, तिनकी बात बिलानी, तिनकी बात बिलानी। अलंकार मिल थैली हुई है, अलंकार मिल थैली हुई है, अलंकार मिल थैली हुई है, अलंकार मिल थैली हुई है। ताते कनक वखानी, ताते कनक वखानी, ताते कनक वखानी, वाह वाह। ताते कनक वखानी। प्रगट्यो जोत सहज सुख शोभा, प्रगट्यो जोत सहज सुख शोभा, प्रगट्यो जोत सहज सुख शोभा, प्रगट्यो जोत सहज सुख शोभा। बाजे अनहत बानी, बाजे अनहत बहानी, बाजे अनहत बानी, बाजे अनहत बानी। कहो नानक नेह चल कर बांधियो, कहो नानक नेह चल कर बांधियो, नानक ने चल कर बांधियो,
ਕਉ ਨਾਨਕ ਨੇ ਚਲ ਕਰ ਵਾਣਿਓ। ਗੁਰ ਕੀਓ ਬੰਦਾਨੀ, ਗੁਰ ਕੀਓ ਬੰਦਾਨੀ, ਗੁਰ ਕੀਓ ਬੰਦਾਨੀ, ਗੁਰ ਕੀਓ ਬੰਦਾਨੀ। ਇੱਕ ਹੀ ਪੈਮਾਨੀ ਜੀ ਕੀ, ਇੱਕ ਹੀ ਪੈਮਾਨੀ, ਇੱਕ ਹੀ ਪੈਮਾਨੀ ਜੀ ਕੀ, ਏਕ ਹੀ ਪੈਮਾਨੀ। ਅਵਰ ਜਤਨ ਕਰ ਰਹੇ ਬਹੁ ਤੇਰੇ, ਅਵਰ ਜਤਨ ਕਰ ਰਹੇ ਬਹੁ ਤੇਰੇ, ਜਤਨ ਕਰ ਰਹੇ ਬਹੁ ਤੇਰੇ, ਅਵਰ ਜਤਨ ਕਰ ਰਹੇ ਬਹੁ ਤੇਰੇ। ਤਿਨ ਤਿਲ ਨਹੀਂ ਕੀਮਤ ਜਾਨੀ, ਤਿਨ ਤਿਲ ਨਹੀਂ ਕੀਮਤ ਜਾਨੀ, ਤਿਲ ਨਹੀਂ ਕੀਮਤ ਜਾਨੀ, ਤਿਨ ਤਿਲ ਨਹੀਂ ਕੀਮਤ ਜਾਨੀ। ਕਿੰਨਾ ਪਿਆਰਾ ਉਪਦੇਸ਼ ਹੈ ਗੁਰੂ ਪੰਜਵੇਂ ਪਾਤਸ਼ਾਹ ਜੀ ਦਾ। ਜੀ ਕੀ ਏਕ ਹੈ ਇੱਕ ਹੀ ਪੈ ਮਾਨੀ, ਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ, ਤਿਨ ਤਿਲ ਨਹੀਂ ਕੀਮਤ ਜਾਨੀ। ਜਿਹੜਾ ਅੱਜ ਸਿੱਖ ਹੋ ਕੇ ਥਾਂ ਥਾਂ ਤੇ ਭਟਕ ਰਿਹਾ ਹੈ, ਕਦੀ ਕਿਸੇ ਦੀ ਪੂਜਾ ਕਰਦਾ ਹੈ, ਕਦੀ ਕਿਤੇ ਸਿਰ ਝੁਕਾਉਂਦਾ ਹੈ, ਜੇ ਉਹਨੇ ਆਪਣੇ ਸਤਿਗੁਰ ਦੇ ਇਹਨਾਂ ਬਚਨਾਂ ਨੂੰ ਪੜ੍ਹਿਆ ਤੇ ਵਿਚਾਰਿਆ ਹੁੰਦਾ, ਉਹਨੂੰ ਆਪਣੇ ਗੁਰੂ ਤੋਂ ਸਿਵਾਏ ਕਿਸੇ ਹੋਰ ਅੱਗੇ ਸਿਰ ਝੁਕਾਉਣ ਦੀ ਲੋੜ ਕਦੀ, ਉੱਚੀ ਬੋਲੋ ਜੀ, ਪੈਣੀ ਨਹੀਂ ਸੀ। ਅੱਜ ਭੁਲੇਖਾ ਕਿੱਥੇ ਪੈਂਦਾ ਹੈ? ਜਦੋਂ ਬਾਣੀ ਆਪ ਨਹੀਂ ਪੜ੍ਹੀ, ਅਸੀਂ ਆਰੰਭ ਵਾਲੀ ਬਾਣੀ ਜਿਹਨੂੰ ਅਸੀਂ ਜਪ ਬਾਣੀ ਕਹਿੰਦੇ, ਜਪਜੀ ਸਾਹਿਬ ਜਿਹਨੂੰ ਅਸੀਂ ਕਹਿੰਦੇ, ਬਾਣੀ ਦਾ ਨਾਮ ਵੈਸੇ ਜਪ ਹੈ, ਅਸੀਂ ਉਹਨੂੰ ਸਤਿਕਾਰ ਨਾਲ ਕਹਿੰਦੇ ਜਪਜੀ ਸਾਹਿਬ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦਾ ਨਾਮ ਕੀ ਹੈ? ਜਪ, ਪਰ ਆਪਾਂ ਸਤਿਕਾਰ ਨਾਲ ਕਹਿ ਦਿੰਦੇ ਜਪਜੀ ਸਾਹਿਬ। ਹੁਣ ਆਰੰਭ ਵਿੱਚ ਜਦੋਂ ਅਸੀਂ ਪਾਠ ਕਰਦੇ ਹਾਂ ਜਪਜੀ ਸਾਹਿਬ ਦਾ, ਤਾਂ ਪਾਤਸ਼ਾਹ ਜੀ ਕੀ ਕਹਿੰਦੇ ਨੇ? ਗੁਰਾ, ਗੁਰਾ ਇੱਕ ਦੇ ਬੁਝਾਈ। ਹੁਣ ਇੱਕ ਗੱਲ ਤਾਂ ਇੱਥੇ ਹੋਰ ਸਮਝ ਆ ਗਈ ਵੀ ਜਿਹੜੇ ਇਹ ਵਿਆਕਰਨ ਨੁਕਤੇ ਨੇ, ਤੁਸੀਂ ਨਾਲ ਨਾਲ ਸਕਰੀਨ 'ਤੇ ਦਰਸ਼ਨ ਵੀ ਕਰ ਸਕਦੇ ਹੋ। ਹੁਣ ਕਈ ਜਿਹੜੇ ਸੰਪਰਦਾਇ ਡੇਰੇਦਾਰ ਜਾਂ ਜਿਹੜੇ ਡੇਰਿਆਂ ਨਾਲ ਜੁੜੇ ਹੋਏ ਨੇ, ਉਹ ਆਮ ਇੱਕ ਖਿਆਲ ਆਉਂਦਾ ਜੀ ਬਾਣੀ 'ਚ ਕੋਈ ਵਿਆਕਰਨ ਨਹੀਂ ਹੈਗਾ, ਪਰ ਗੁਰਬਾਣੀ ਵਿੱਚ ਜਿਹੜੀਆਂ ਸਿਹਾਰੀਆਂ ਲੱਗੀਆਂ ਨੇ, ਬਿਹਾਰੀਆਂ ਲੱਗੀਆਂ ਨੇ, ਜਿਹੜੇ ਦੁਲਾਵਾਂ ਨੇ, ਔਂਕੜ ਨੇ, ਇਹਨਾਂ ਦਾ ਵੀ ਕੋਈ ਅਰਥ ਹੈ। ਇੱਦਾਂ ਆਪਣੇ ਆਪ ਨਹੀਂ ਗੁਰੂ ਸਾਹਿਬ ਜੀ ਨੇ ਲਿਖ ਦਿੱਤਾ ਵੀ ਇੱਕ ਜਗ੍ਹਾ ਮਹਾਰਾਜ ਨੇ ਔਂਕੜ ਲਿਖ ਦਿੱਤਾ, ਦੂਜੀ ਜਗ੍ਹਾ ਔਂਕੜ ਲਿਖਣ ਦੀ ਲੋੜ ਸਮਝੀ ਨਹੀਂ। ਜਿਵੇਂ ਐਗਜ਼ਾਮਪਲ ਹੈ ਤੁਹਾਡੇ ਸਾਹਮਣੇ ਮੈਂ ਬੋਲਣ ਲੱਗਾ, ਨਾਲ ਨਾਲ ਸਕਰੀਨ 'ਤੇ ਵੀਰ ਜੀ ਨੂੰ ਕਹਾਂਗਾ ਕਿ ਉਹ ਤੁਹਾਨੂੰ ਦਰਸ਼ਨ ਵੀ ਕਰਾ ਦੇਣਗੇ ਇੱਕ ਵਾਰ। ਜਿਵੇਂ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਗੁਰਾ ਇੱਕ ਦੇ। ਹੁਣ ਇੱਥੇ ਜਿਹੜਾ ਇੱਕ ਹੈ ਨਾ, ਉੱਥੇ ਕੱਕੇ ਨੂੰ ਕੋਈ ਮਾਤਰਾ ਨਹੀਂ ਲੱਗੀ, ਤੁਸੀਂ ਨਾਲ ਨਾਲ ਸਕਰੀਨ 'ਤੇ ਵੇਖ ਰਹੇ ਹੋਵੋਗੇ। ਕੋਈ ਮਾਤਰਾ ਲੱਗੀ ਹੈ? ਈਡੀ ਨੂੰ ਸਿਹਾਰੀ ਹੈ ਤੇ ਕੱਕਾ ਮੁਕਤਾ ਹੈ। ਗੁਰਾ ਇੱਕ ਦੇ, ਸਭਨਾ ਜੀਆਂ ਕਾ ਇੱਕ ਦਾਤਾ, ਉੱਥੇ ਇੱਕ ਦੇ ਕੰਕੇ ਨੂੰ ਔਂਕੜ ਲੱਗਾ ਹੋਏਗਾ, ਲੱਗਾ ਹੈ, ਵੇਖਿਓ ਭਲਾ। ਹੁਣ ਪਹਿਲੇ ਇੱਕ ਦੇ ਕੱਕੇ ਨੂੰ ਕੋਈ ਮਾਤਰਾ ਨਹੀਂ ਲੱਗੀ, ਤੇ ਅਗਲੇ ਬੰਨੇ ਜਾ ਕੇ ਇੱਕ ਦੇ ਕੱਕੇ ਨੂੰ ਔਂਕੜ ਲਾ ਦਿੱਤਾ ਗੁਰੂ ਸਾਹਿਬ ਨੇ। ਦੋਨਾਂ ਨੂੰ ਕੀ ਪੜ੍ਹਿਆ ਭਲਾ ਆਪਾਂ? ਇੱਕ। ਔਂਕੜ ਬੋਲਣ 'ਚ ਨਹੀਂ ਆਇਆ, ਪਰ ਔਂਕੜ ਦੇ ਅਰਥ ਹੈਗੇ ਆ। ਕੀ ਅਰਥ ਵਾ? ਸੁਣੋ। ਪਹਿਲਾ ਹੈ ਇਸਤਰੀ ਲਿੰਗ ਸ਼ਬਦ, ਗੁਰਾ, ਹੇ ਮੇਰੇ ਗੁਰੂ, ਇੱਕ ਦੇ ਬੁਝਾਈ, ਮੈਨੂੰ ਇੱਕ ਗੱਲ ਬੁਝਾ ਦਿਓ, ਮੈਨੂੰ ਇੱਕ ਗੱਲ ਸਮਝਾ ਦਿਓ। ਉਹ ਇੱਕ ਇਸਤਰੀ ਲਿੰਗ ਸ਼ਬਦ ਹੈ ਵੀ ਮੈਨੂੰ ਇੱਕ ਗੱਲ ਸਮਝਾ ਦਿਓ ਕਿ ਸਭਨਾ ਜੀਆਂ ਕਾ ਇੱਕ ਦਾਤਾ। ਉੱਥੇ ਇੱਕ ਦੇ ਕੱਕੇ ਨੂੰ ਔਂਕੜ ਇਸ ਕਰਕੇ ਲੱਗਾ ਹੈ ਕਿ ਇੱਕ ਵਚਨ ਪੁਲਿੰਗ ਹੈ, ਦਾਤਾ ਇੱਕੋ ਹੀ ਹੈ। ਸਮਝ ਆ ਰਹੀ ਪਿਆਰਿਓ ਕੁਝ? ਇਹ ਥੋੜ੍ਹਾ ਜਿਹਾ ਵਿਸ਼ਾ ਟਫ ਹੈ, ਕਿਉਂਕਿ ਸਾਰੇ ਜਿਹੜੇ ਬਾਣੀ ਨਹੀਂ ਪੜ੍ਹਦੇ ਉਹਨਾਂ ਦੇ ਸ਼ਾਇਦ ਉੱਤੋਂ ਦੀ ਵੀ ਲੰਘੇ, ਪਰ ਮੈਂ ਤੁਹਾਡੀ ਨਜ਼ਰਾਂ ਵਿੱਚ ਤਾਂ ਉਸ ਬਾਣੀ ਦੀਆਂ ਤੁਕਾਂ ਰੱਖੀਆਂ ਜਿਹੜੀਆਂ ਅਸੀਂ ਰੋਜ਼ਾਨਾ ਪੜ੍ਹਦੇ ਹਾਂ। ਹੁਣ ਇਵੇਂ ਹੀ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਇੱਕ ਸ਼ਬਦ ਸਲੋਕ ਹੋਰ ਆਉਂਦਾ ਹੈ, ਆਹਰ ਸਭ ਕਰਦਾ ਫਿਰੇ, ਆਹਰ ਸਭ ਕਰਦਾ ਫਿਰੇ, ਆਹਰ ਇੱਕ ਨ ਹੋਏ, ਨਾਨਕ ਜਿਤ ਆਹਰ ਜਗ ਉਧਰੇ ਵਿਰਲਾ ਬੂਝੇ ਕੋਈ। ਇੱਕੇ ਸਲੋਕ ਵਿੱਚ 3 ਵਾਰ ਆਹਰ ਸ਼ਬਦ ਆਇਆ, ਪਰ ਤਿੰਨੇ ਵਾਰ ਜਿਹੜਾ ਆਹਰ ਸ਼ਬਦ ਆਇਆ ਨਾ, ਉਹਨਾਂ ਨੂੰ ਮਾਤਰਾਵਾਂ ਵੱਖਰੀਆਂ ਵੱਖਰੀਆਂ ਲੱਗੀਆਂ ਹੋਈਆਂ ਨੇ। ਆਹਰ ਸਭ ਕਰਦਾ ਫਿਰੇ, ਉਹਦਾ ਆਹਰ ਸਭ ਕਰਦਾ ਫਿਰੇ ਹੈ, ਉੱਥੇ ਆਹਰ ਦੇ ਰਲ ਨੂੰ ਕੋਈ ਮਾਤਰਾ ਨਹੀਂ ਲੱਗੀ, ਮੁਕਤਾ ਹੈ।
ਆਹਰ ਸਭ ਕਰਦਾ ਫਿਰੇ ਆਹਰ ਇੱਕ ਨਾ ਹੋਏ, ਉੱਥੇ ਆਹਰ ਦੇ ਰਾਰੇ ਨੂੰ ਔਂਕੜ ਲੱਗਾ ਹੋਇਆ ਹੈ। ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਬੂਝੈ ਕੋਏ, ਉੱਥੇ ਆਹਰ ਦੇ ਰਾਰੇ ਨੂੰ ਸਿਹਾਰੀ ਲੱਗੀ ਹੋਈ ਹੈ। ਤੁਸੀਂ ਵੇਖ ਲਓ, ਤੁਹਾਡੇ ਸਾਹਮਣੇ ਸਕਰੀਨ 'ਤੇ ਨਾਲ ਆ ਰਿਹਾ। ਦੁਬਾਰਾ ਬੋਲਦੇ ਹਾਂ, ਆਹਰ ਸਭ ਸਾਰੇ ਬੋਲੋ ਨਾਲ, ਆਹਰ ਸਭ। ਉੱਥੇ ਰਾਰੇ ਨੂੰ ਕੋਈ ਮਾਤਰਾ ਲੱਗੀ ਹੈ? ਨਹੀਂ ਲੱਗੀ। ਆਹਰ ਸਭ ਕਰਦਾ ਫਿਰੇ ਆਹਰ ਇੱਕ ਨਾ ਹੋਏ, ਉੱਥੇ ਆਹਰ ਦੇ ਰਾਰੇ ਨੂੰ ਔਂਕੜ ਲੱਗਾ ਹੋਇਆ, ਲੱਗਾ ਹੈ ਜੀ। ਨਾਨਕ ਜਿਤ ਆਹਰ ਜਗ ਉਧਰ ਹੈ, ਉੱਥੇ ਆਹਰ ਦੇ ਰਾਰੇ ਨੂੰ ਸਿਹਾਰੀ ਲੱਗੀ ਹੈ। ਅੱਛਾ, ਤਿੰਨਾਂ ਨੂੰ ਆਪਾਂ ਆਹਰ ਹੀ ਪੜ੍ਹਿਆ, ਨਾ ਔਂਕੜ ਬੋਲਿਆ ਨਾ ਸਿਹਾਰੀ ਬੋਲੀ ਹੈ, ਪਰ ਤਿੰਨਾਂ ਦੇ ਅਰਥ ਅਲੱਗ ਅਲੱਗ ਨੇ। ਕੀ ਅਲੱਗ ਅਲੱਗ ਨੇ ਸੁਣੇ ਹੁਣ। ਆਹਰ ਸਭ ਕਰਦਾ ਫਿਰੇ, ਆਹਰ ਦਾ ਅਰਥ ਹੁੰਦਾ ਕੰਮ। ਬੰਦਾ ਸਾਰੇ ਆਹਰ ਕਰਦਾ ਫਿਰਦਾ, ਬਾਕੀ ਸਾਰੇ ਆਹਰ ਹੀ ਕਰਦਾ ਫਿਰਦਾ। ਆਹਰ ਜ਼ਿਆਦੇ ਹੋ ਗਏ ਨਾ, ਉੱਥੇ ਮਾਤਰਾ ਨਹੀਂ ਲਾਈ ਕੋਈ ਵੀ, ਰਾਰਾ ਮੁਕਤਾ ਕਰਤਾ। ਆਹਰ ਸਭ ਕਰਦਾ ਫਿਰੇ, ਪਰ ਨਾਲ ਕਹਤਾ ਆਹਰ ਇੱਕ ਨਾ ਹੋਏ, ਇੱਕ ਆਹਰ ਨਹੀਂ ਕਰਦਾ, ਉੱਥੇ ਔਂਕੜ ਲਾਤਾ, ਇੱਕ ਕੰਮ ਨਹੀਂ ਕਰਦਾ। ਕਿਹੜਾ? ਉਸ ਰੱਬ ਦੇ, ਉਸ ਗੁਰੂ ਅਕਾਲ ਪੁਰਖ ਦੇ ਰਸਤੇ 'ਤੇ ਤੁਰਨ ਵਾਲਾ ਆਹਰ ਨਹੀਂ ਕਰਦਾ, ਕਿਉਂਕਿ ਉਹ ਆਹਰ ਤਾਂ ਇੱਕੋ ਹੀ ਆ ਨਾ, ਉਹ ਰਾਹ ਤਾਂ ਇੱਕੋ ਹੀ ਆ ਨਾ, ਉੱਥੇ ਔਂਕੜ ਲਾਤਾ। ਨਾਨਕ ਜਿਤ ਆਹਰ ਜਗ ਉਧਰ ਹੈ, ਜਿਹੜੇ ਆਹਰ ਦੁਆਰਾ ਸਿਹਾਰੀ ਤਾਂ ਲਾਤੀ ਵੀ ਜਿਸ ਕੰਮ ਦੁਆਰਾ ਜਗਤ ਦਾ ਭਲਾ ਹੋਣਾ ਸੀ, ਵਿਰਲਾ ਬੁਝੈ ਕੋਏ, ਕੋਈ ਵਿਰਲਾ ਹੀ ਇਸ ਗੱਲ ਨੂੰ ਬੁੱਝਦਾ ਹੈ। ਇਹ ਮੈਂ ਮੋਟਾ ਜਿਹਾ ਨੁਕਤਾ ਤੁਹਾਡੇ ਸਾਹਮਣੇ ਰੱਖਿਆ। ਇੱਦਾਂ ਦੀਆਂ ਤੁਹਾਨੂੰ ਅਨੇਕਾਂ ਐਗਜ਼ੈਂਪਲਾਂ ਬਾਣੀ 'ਚ ਮਿਲ ਜਾਣਗੀਆਂ, ਸਿਰਫ ਇਹ ਦੱਸਣ ਵਾਸਤੇ ਜਿਹੜੀਆਂ ਮੇਰੀਆਂ ਭੈਣਾਂ ਜਾਂ ਜਿਹੜੇ ਮੇਰੇ ਵੀਰ ਨੌਜਵਾਨ ਆਪ ਗੁਰਬਾਣੀ ਸਮਝ ਕੇ ਪੜ੍ਹਨਾ ਚਾਹੁੰਦੇ ਨੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਗੁਰੂ ਸਾਹਿਬ ਜੀ ਨੇ ਜਦੋਂ ਬਾਣੀ ਲਿਖੀ ਹੈ, ਸਿਹਾਰੀਆਂ ਬਿਹਾਰੀਆਂ ਔਂਕੜ ਜੋ ਵੀ ਲਿਖਿਆ, ਉਹਨਾਂ ਦਾ ਕੋਈ ਅਰਥ ਹੈ। ਐਵੇਂ ਨਹੀਂ ਗੁਰੂ ਸਾਹਿਬ ਜੀ ਨੇ ਲਿਖ ਦਿੱਤਾ ਵੀ ਇੱਕ ਜਗ੍ਹਾ 'ਤੇ ਔਂਕੜ ਲਿਖ ਦਿੱਤਾ ਅਤੇ ਇੱਕ ਜਗ੍ਹਾ 'ਤੇ ਔਂਕੜ ਲਿਖਿਆ ਹੀ ਨਹੀਂ। ਪਰ ਸਾਡੀ ਪ੍ਰੋਬਲਮ ਪਤਾ ਕੀ ਆ, ਅਸੀਂ ਬਾਕੀ ਸਭ ਕੁਝ ਕਰ ਲਿਆ। ਭਾਵੇਂ ਉਹ ਪੰਜਾਬ ਦੀ ਗੱਲ ਕਰੀਏ, ਗੁਰਦੁਆਰੇ ਵੀ ਬਹੁਤ ਮਹਿੰਗੇ ਮਹਿੰਗੇ, ਪਿੰਡਾਂ 'ਚ ਵੀ ਅੱਜ ਕੱਲ੍ਹ ਲੱਖਾਂ ਕਰੋੜਾਂ ਰੁਪਈਆਂ ਦੇ ਗੁਰਦੁਆਰੇ ਬਣ ਗਏ, ਸ਼ਮਿਆਨੇ ਵਧੀਆ ਲਾਤੇ, ਨਿਸ਼ਾਨ ਸਾਹਿਬ ਬਹੁਤ ਸੋਹਣੇ ਚੜ੍ਹਾਤੇ, ਪਾਲਕੀਆਂ ਕਮਾਲ ਦੀਆਂ ਬਣ ਗਈਆਂ। ਪਰ ਜਦੋਂ ਵਿੱਚ ਬਾਣੀ ਪੜ੍ਹਨ ਵਿਚਾਰਨ ਦੀ ਗੱਲ ਆਈ, ਉਦੋਂ ਇਸ ਬੰਨੇ ਸਾਡੇ 'ਚ ਕਿਸੇ ਨੇ ਧਿਆਨ, ਬੋਲੋ ਸਾਰੇ ਜੀ, ਦਿੱਤਾ ਹੀ ਨਹੀਂ। ਇੱਥੇ ਅਸੀਂ ਮਾਰ ਖਾ ਗਏ। ਐਡਾ ਪਿਆਰਾ ਉਪਦੇਸ਼ ਗੁਰੂ ਸਾਹਿਬ ਦਾ ਹੁਣ ਜਿਹੜਾ ਆਪਾਂ ਪੜ੍ਹਿਆ ਹੈ, ਗੁਰਾ ਇੱਕ ਦੇ ਬੁਝਾਈ, ਹੇ ਗੁਰੂ ਮੈਨੂੰ ਇੱਕ ਗੱਲ ਬੁਝਾ ਦਿਓ। ਕਿਹੜੀ? ਸਭਨਾ ਜੀਆਂ ਕਾ। ਅੱਛਾ, ਤੁਹਾਡੇ 'ਚ ਕਈ ਪਿਆਰੇ ਬਾਣੀ ਪੜ੍ਹਨ ਵਾਲੇ ਬੈਠੇ ਹੋਣਗੇ। ਗੁਰਬਾਣੀ ਵਿੱਚ ਜਦੋਂ ਦਾਤਿਆਂ ਦੀ ਗੱਲ ਆਈ, ਉਦੋਂ ਇਹ ਆਇਆ ਵੀ ਦਾਤਾ ਇੱਕੋ ਹੀ ਹੈ। ਕਿਤੇ ਵੀ ਗੁਰਬਾਣੀ 'ਚ ਇਹ ਨਹੀਂ ਲਿਖਿਆ ਮਿਲੇਗਾ ਵੀ ਦਾਤੇ ਦੋ ਨੇ, ਤਿੰਨ ਨੇ, ਚਾਰ ਨੇ, ਪੰਜ ਨੇ। ਜਦੋਂ ਦਾਤੇ ਦੀ ਗੱਲ ਆਈ ਉਦੋਂ ਕਹਿੰਦੇ ਦਾਤਾ ਇੱਕੋ ਹੀ ਹੈ। ਜਦੋਂ ਭਿਖਾਰੀ ਦੀ ਗੱਲ ਆਈ ਉਦੋਂ ਕਹਿੰਦਾ ਜਗਤ ਸਾਰਾ ਹੀ ਭਿਖਾਰੀ ਹੈ। ਜਗਤ ਭਿਖਾਰੀ, ਸਾਰੇ ਬੋਲੋ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਅੱਛਾ, ਜਦੋਂ ਭਿਖਾਰੀ ਦੀ ਗੱਲ ਆਈ ਕਹਿੰਦੇ ਭਿਖਾਰੀ ਸਾਰਾ ਜਗਤ ਹੀ ਆ, ਪਰ ਦਾਤਾ ਇੱਕੋ ਹੀ ਹੈ। ਅੱਛਾ, ਜੇ ਦਾਤਾ ਇੱਕ ਵਾ ਤੇ ਫਿਰ ਸਾਡੇ ਬੰਦਿਆਂ ਕੋਲ ਕੀ ਲੈਣ ਜਾਂਦੇ ਜਿਹੜੇ ਮੱਥੇ ਟੇਕਦੇ ਫਿਰਦੇ, ਜੇ ਉੱਥੋਂ ਮਿਲੂਗਾ ਜੀ ਫਲਾਣੇ ਮਹਾਂਪੁਰਖਾਂ ਦੀ ਅਰਦਾਸ ਨਾ ਹੋ ਜਾਣਾ, ਫਲਾਣੇ ਦੀ ਆਹ ਨਾ ਹੋ ਜਾਣਾ। ਜਦੋਂ ਗੁਰੂ ਸਾਹਿਬ ਗੱਲ ਹੀ ਨਿਬੇੜ ਗਏ, ਸਾਨੂੰ ਗੁਰੂ ਸਾਹਿਬ ਦੀ ਗੱਲ ਮੰਨਣੀ ਚਾਹੀਦੀ ਕਿ ਨਹੀਂ ਮੰਨਣੀ ਚਾਹੀਦੀ? ਬੋਲ ਕੇ ਦੱਸਿਓ ਜੀ, ਬੋਲੋ ਸਾਧ ਸੰਗਤ ਜੀ। ਚਲੋ ਆਪਾਂ ਗੁਰੂ ਨੌਵੇਂ ਪਾਤਸ਼ਾਹ ਜੀ ਦਾ ਸ਼ਲੋਕ ਪੜ੍ਹਦੇ ਹਾਂ। ਗੁਰੂ ਨੌਵੇਂ ਪਾਤਸ਼ਾਹ ਜੀ ਕਹਿੰਦੇ ਨੇ, ਸਭ ਸੁਖ ਦਾਤਾ ਰਾਮ ਹੈ, ਸਾਰੇ ਬੋਲੋ, ਸਾਰਿਆਂ ਸੁੱਖਾਂ ਦਾ ਦਾਤਾ ਰਾਮ ਹੈ। ਰਾਮ ਇੱਥੇ ਦਸ਼ਰਥ ਦਾ ਪੁੱਤਰ ਨਹੀਂ, ਰਾਮ ਨੂੰ ਰਮਿਆ ਹੋਇਆ ਪਰਮਾਤਮਾ। ਸਭ ਸੁਖ ਦਾਤਾ ਰਾਮ ਹੈ। ਅੱਛਾ, ਪੁੱਛੀਏ ਹੁਣ ਗੁਰੂ ਨੌਵੇਂ ਪਾਤਸ਼ਾਹ ਮਾਰੇ ਕੋਈ ਦੂਜਾ ਵੀ ਹੈਗਾ ਵੀ ਇੱਕ ਰਾਮ ਤੋਂ ਬਿਨਾਂ ਕੋਈ ਦੂਜਾ ਵੀ ਹੈਗਾ ਸੁੱਖ ਦੇਣ ਵਾਲਾ? ਕਹਿੰਦੇ ਦੂਸਰ ਨਾਹੇ ਨ ਕੋਏ। ਅੱਛਾ, ਗੁਰੂ ਨੌਵੇਂ ਪਾਤਸ਼ਾਹ ਕਹਿੰਦੇ ਦੂਜਾ ਕੋਈ ਨਹੀਂ ਹੈਗਾ, ਨਹੀਂ ਨਾ ਹੈਗਾ ਜੀ। ਤੇ ਜਿਹੜੇ ਕਹਿੰਦੇ ਜੀ ਫਲਾਣੀ ਜਗ੍ਹਾ 'ਤੇ ਮੱਥਾ ਟੇਕਿਆ, ਫਲਾਣੇ ਮਹਾਂਪੁਰਖਾਂ ਦੇ ਚਰਨ ਪਾਉਣ ਨਾਲ ਸਾਨੂੰ ਸੁੱਖ ਮਿਲਦਾ, ਇਹਦਾ ਮਤਲਬ ਉਹਨਾਂ ਦਾਤਾ ਮੰਨ ਲਿਆ, ਹੋਰ ਕਿ ਨਾ ਮੰਨ ਲਿਆ? ਉੱਚੀ ਬੋਲ ਕੇ ਦੱਸੋ ਜੀ।
ਤੇ ਫਿਰ ਉਹਨਾਂ ਨੇ ਗੁਰੂ ਨੌਵੇਂ ਪਾਤਸ਼ਾਹ ਦੇ ਇਹਨਾਂ ਬਚਨਾਂ ਤੇ ਸ਼ੱਕ ਕੀਤਾ ਕਿ ਨਹੀਂ ਕੀਤਾ? ਬੋਲੋ ਸਾਧ ਸੰਗਤ ਜੀ, ਕਰ ਲਿਆ ਨਾ ਵੀ ਮਹਾਰਾਜ ਤੁਸੀਂ ਤੇ ਆਖਿਆ ਦੂਜਾ ਹੈ ਨਹੀਂ, ਪਰ ਹੋ ਸਕਦਾ ਤੁਹਾਨੂੰ ਨਾ ਪਤਾ ਲੱਗਾ ਹੋਵੇ, ਅਸੀਂ ਲੱਭ ਲਿਆ ਜੀ। ਹਾਂਜੀ, ਹੋ ਸਕਦਾ ਮਹਾਰਾਜ ਤੁਹਾਨੂੰ ਨਾ ਪਤਾ ਲੱਗਾ ਹੋਵੇ ਤੇ ਅਸੀਂ ਲੱਭ ਲਿਆ ਜੀ। ਆਹ ਵੇਖ ਲਓ ਸਾਡੀਆਂ ਮੱਝਾਂ ਤਾਂ ਦੁੱਧ ਦਿੰਦੀਆਂ, ਫਲਾਣੇ ਸਾਡੇ ਸਟੋਰ ਹੀ ਤਾਂ ਚੱਲਦੇ ਆ। ਕਈ ਵਿਦੇਸ਼ਾਂ 'ਚ ਬੈਠੇ ਬੰਦੇ, ਕਾਰੋਬਾਰੀ ਬੰਦੇ, ਉਹ ਇਹ ਭਰਮ ਪਾਲ ਕੇ ਬੈਠੇ ਆ ਕਿ ਬਾਬਾ ਜੀ ਦੇ ਚਰਨ ਪੈਂਦੇ ਨੇ ਤੇ ਸਾਡਾ ਕਾਰੋਬਾਰ, ਉੱਚੀ ਬੋਲੋ ਪਿਆਰਿਓ, ਚੱਲਦਾ। ਤੇ ਫਿਰ ਉਹ ਇਹ ਮੰਨ ਕੇ ਬੈਠੇ ਆ ਨਾ ਕਿ ਕੋਈ ਦੂਜਾ ਵੀ ਹੈਗਾ। ਫਿਰ ਬੋਲ ਕੇ ਦੱਸਿਓ ਜੀ। ਹੁਣ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ ਸਭ ਸੁਖ ਦਾਤਾ ਦੂਸਰ ਨਾਹੇ ਨ ਕੋਏ, ਕਉ ਨਾਨਕ ਸੁਨ ਰੇ ਮਨਾ, ਤੇ ਸਿਮਰਤ ਗਤ ਹੋਏ। ਆਪਾਂ ਆਪਣੇ ਪਾਪਾ ਜੀ ਨੂੰ ਗੱਡੀ ਜਦੋਂ ਬਿਠਾਉਂਦੇ ਆ, ਆਪਣੇ ਦਾਦਾ ਜੀ ਨੂੰ, ਆਪਣੀ ਬੀਬੀ ਜੀ ਨੂੰ, ਆਪਾਂ ਉਹਨਾਂ ਦੀ ਸੀਟ ਉੱਤੇ, ਜਿਹੜੀ ਸੀਟ ਤੇ ਬਹਿਣਾ, ਉੱਤੇ ਚਿੱਟੀ ਚਾਦਰ ਵਿਛਾਉਂਦੇ ਆ। ਬੋਲੋ ਜੀ, ਕਿਉਂਕਿ ਸਾਨੂੰ ਪਤਾ ਸਾਡੇ ਡੈਡੀ ਨੇ ਬਹਿਣਾ, ਸਾਡੀ ਮਾਂ ਨੇ ਬਹਿਣਾ, ਸਾਡੇ ਦਾਦਾ ਜੀ ਨੇ ਬਹਿਣਾ। ਪਰ ਜਦੋਂ ਬਾਬਾ ਗੱਡੀ 'ਚ ਬਹਿੰਦਾ, ਉੱਚੀ ਬੋਲ ਕੇ ਦੱਸਿਓ ਹੁਣ, ਉਦੋਂ ਚਾਦਰਾਂ ਵਿਛਾਈਆਂ ਜਾਂਦੀਆਂ ਚਿੱਟੇ ਰੰਗ ਦੀਆਂ, ਤੇ ਪੈਰਾਂ 'ਚ ਵੀ ਵਿਛਾਈਆਂ ਜਾਂਦੀਆਂ, ਪੈਰਾਂ 'ਚ ਵੀ ਚਿੱਟੀਆਂ ਚਾਦਰਾਂ ਵਿਛਾਈਆਂ ਜਾਂਦੀਆਂ, ਪੈਰਾਂ ਦੇ ਵਿੱਚ ਵੀ ਤੌਲੀਆ ਰੱਖਿਆ ਜਾਂਦਾ। ਤੇ ਜਿਹੜੇ ਗੱਡੀ ਉੱਤੇ ਬਾਬਾ ਜੀ ਨੇ ਬਹਿਣਾ, ਸੀਟ ਉੱਤੇ ਬਹਿਣਾ, ਬੋਲੋ ਜੀ, ਉੱਤੇ ਵੀ। ਇਹਦਾ ਮਤਲਬ ਤੁਸੀਂ ਆਪਣੇ ਦਾਦੇ ਨਾਲੋਂ ਵੀ ਵੱਡਾ ਮੰਨ ਲਿਆ ਉਦੋਂ। ਦਾਦਾ ਲਾ ਕੇ ਆਂਦਾ ਹੋਣਾ ਵੀ ਜਦੋਂ ਮੈਂ ਬਹਿਣਾ ਗੱਡੀ 'ਚ ਉਦੋਂ ਤੇ ਝਾੜਦਾ ਵੀ ਨਹੀਂ ਚੰਗੀ ਤਰ੍ਹਾਂ। ਇਹੋ ਜਿਹਾ ਪਖੰਡ ਸਾਡੇ ਕਰਦੇ ਆ ਕਿ ਨਹੀਂ ਕਰਦੇ? ਬੋਲ ਕੇ ਦੱਸਿਓ ਜੀ। ਜਿਹੜੇ ਘਰਾਂ 'ਚ TV ਤੇ ਲਾਈਵ ਸੁਣ ਰਹੇ ਉਹ ਵੀ ਦੱਸਿਓ, ਹੋ ਰਿਹਾ ਪਖੰਡ ਕਿ ਨਹੀਂ ਹੋ ਰਿਹਾ ਜੀ? ਹੋ ਰਿਹਾ ਨਾ। ਹੁਣ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਸਭ ਸੁਖ ਦਾਤਾ ਰਾਮ ਹੈ। ਸਾਰੇ ਬੋਲੋ, ਸਭ ਸੁਖ ਦਾਤਾ। ਸਾਰਿਆਂ ਸੁੱਖਾਂ ਦਾ ਦਾਤਾ ਕੌਣ ਆ? ਰਾਮ। ਕੌਣ? ਰਮਿਆ ਹੋਇਆ ਪਰਮਾਤਮਾ, ਅਕਾਲ ਪੁਰਖ ਵਾਹਿਗੁਰੂ। ਇੱਥੇ ਦਸ਼ਰਥ ਦੇ ਪੁੱਤਰ ਰਾਮ ਦੀ ਗੱਲ ਨਹੀਂ ਹੋ ਰਹੀ, ਕਿਉਂਕਿ ਕਬੀਰ ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਇੱਕ ਵਿਚਾਰ ਸੋਈ ਰਾਮ ਸਭੈ ਕਹਿ ਸੋਈ ਕੌਤਿਕ ਹਾਰ। ਇਹ ਵੀ ਇੱਕ ਫਰਕ ਵਾ। ਜਦੋਂ ਹਿੰਦੂ ਵੀ ਰਾਮ ਕਹਿੰਦਾ ਤੇ ਉਹਦੀ ਸੁਰਤ ਵਿੱਚ ਦਸ਼ਰਥ ਦਾ ਪੁੱਤਰ ਰਾਮ ਬੈਠਾ ਹੈ, ਪਰ ਜਦੋਂ ਸਿੱਖ ਬਾਣੀ ਪੜ੍ਹਨ ਵਾਲਾ ਰਾਮ ਕਹਿੰਦਾ, ਉਹ ਰਮੇ ਹੋਏ ਪਰਮਾਤਮਾ ਦੀ ਗੱਲ ਕਰਦਾ। ਜਿਹੜਾ ਕੈਨੇਡਾ 'ਚ ਵੀ ਆ, ਅਮਰੀਕਾ 'ਚ ਵੀ ਆ, ਪੰਜਾਬ ਵੀ ਆ, ਇਟਲੀ ਵੀ ਆ, ਫਰਾਂਸ ਵੀ ਆ, ਜਪਾਨ ਵੀ ਆ, ਜੇਲ੍ਹ 'ਚ ਬੈਠੇ ਜਿਹੜੇ ਸਾਡੇ ਵੀਰ, ਉਹਨਾਂ ਕੋਲ ਵੀ ਉਹ ਰਾਮ ਹੈਗਾ। ਹਰ ਥਾਂ 'ਤੇ ਜਿੱਥੇ ਵੀ ਕੋਈ ਬੈਠਾ ਬੰਦਾ, ਕਿਉਂਕਿ ਰਮਿਆ ਹੋਇਆ। ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ। ਹੁਣ ਪਾਤਸ਼ਾਹ ਜੀ ਕਹਿੰਦੇ ਨੇ ਮਾਨੂ ਕੀ ਟੇਕ ਬ੍ਰਿਥੀ ਸਭ ਜਾਨ। ਬੋਲੋ ਜੀ, ਮਾਨੂ ਕੀ ਟੇਕ। ਅਗਲੀ ਤੋਂ ਤੁਸੀਂ ਬੋਲੋ ਹੁਣ। ਜੇ ਦੇਣ ਵਾਲਾ ਇੱਕ ਭਗਵਾਨ ਵਾ ਤੇ ਫਿਰ ਬੰਦਾ ਇੱਦਾਂ ਜਾ ਕੇ ਜਗ੍ਹਾ ਤੇ ਜਾਂ ਕਿਸੇ ਬਾਬੇ ਅੱਗੇ ਇੱਦਾਂ ਝੋਲੀਆਂ ਕਿਉਂ ਅੜਦਾ? ਜੇ ਦੇਣ ਵਾਲਾ ਹੀ ਇੱਕ ਭਗਵਾਨ ਵਾ, ਇੱਕ ਰੱਬ ਵਾ, ਇੱਕ ਅਕਾਲ ਪੁਰਖ ਆ, ਤੇ ਫਿਰ ਜਿਹੜੇ ਕਹਿੰਦੇ ਸਾਡਾ ਸਟੋਰ ਹੀ ਬਾਬਾ ਜੀ ਦੀ ਕਿਰਪਾ ਨਾਲ ਚੱਲਦਾ, ਬਾਬਾ ਜੀ ਕਿਰਪਾ ਕਰਦੇ ਆ। ਹੁਣ ਤੁਸੀਂ ਪਹਿਲਾਂ ਮੈਂ ਸੋਚਦਾ ਵੀ ਸ਼ਾਇਦ ਇਹ ਜਾਲ ਪੰਜਾਬ 'ਚ ਹੀ ਆ, ਵਿਦੇਸ਼ਾਂ 'ਚ ਵੀ ਸਾਡੇ ਕਈ ਇੱਦਾਂ ਦੇ ਵਹਿਮੀ ਆ, ਉਹ ਸੋਚਦੇ ਆ ਸਾਡਾ ਕਾਰੋਬਾਰ ਹੀ ਬਾਬਾ ਜੀ ਦੇ ਚਰਨ ਪੈਣ ਨਾਲ ਚੱਲਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਅੱਗੇ ਖਲੋ ਕੇ ਕੀ ਕਹਿੰਦੇ ਨੇ? ਗੁਰੂ ਮਾਨਿਓ ਗ੍ਰੰਥ। ਕਿਹਨੂੰ ਧੋਖਾ ਦੇ ਰਹੇ ਜੀ? ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੀ ਨਹੀਂ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ, ਤੁਹਾਨੂੰ ਗੁਰਬਾਣੀ ਬਾਰੇ ਕੁਝ ਪਤਾ ਹੋਵੇ, ਕੋਈ ਬੋਧ ਹੋਵੇ, ਕੋਈ ਪਤਾ ਹੋਵੇ ਕਿ ਵਿਚਾਰ ਕੀ ਗੁਰਬਾਣੀ ਦੀ। ਕਈਆਂ ਨੇ ਆਪਣੇ ਘਰਾਂ 'ਚ ਦੇਹਧਾਰੀ ਬਾਬਿਆਂ ਦੀਆਂ, ਉੱਚੀ ਬੋਲੋ ਜੀ, ਫੋਟੋਆਂ ਲਾਈਆਂ, ਅਗਰਬੱਤੀਆਂ ਵੀ ਲਾਉਂਦੇ ਆ, ਧੂਫ ਵੀ ਦਿਖਾਉਂਦੇ ਆ। ਇਹ ਗੱਲ ਚੇਤਾ ਰੱਖਿਓ, ਆਪਾਂ ਤੇ ਅੱਖਾਂ ਮੀਟ ਮੂਟ ਕੇ ਕਰੀ ਜਾਵਾਂ ਕੰਮ, ਪਰ ਜਵਾਕਾਂ ਨੇ ਨਹੀਂ ਇਹ ਕੰਮ ਕਰਨਾ। ਸਾਡੇ ਜਵਾਕ ਇੱਥੋਂ ਦੇ ਜੰਮਪਲ ਨਾ, ਬੋਰਨ ਜਿਹੜੇ ਇੱਥੋਂ ਦੇ, ਉਹਨਾਂ ਦੇ ਹੋਸ਼ ਸੰਭਾਲਣ ਤੋਂ ਪਹਿਲਾਂ ਨਾ ਗੁਰਬਾਣੀ ਦੀ ਵਿਚਾਰ ਨੂੰ ਸਮਝਣਾ ਸ਼ੁਰੂ ਕਰਦੀ ਹੈ ਆਪਣੇ ਘਰਾਂ 'ਚ। ਨਹੀਂ ਤੇ ਉਹ ਇੰਨਾ ਦੂਰ ਚੱਲ ਜਾਣਗੇ। ਜਿਹੜੀ ਮੈਂ ਗੱਲ ਬੇਨਤੀ ਪਹਿਲਾਂ ਕਰਦਾ ਕਿ ਜੇ ਆਪਾਂ ਚਰਚਾਂ ਖਰੀਦ ਕੇ ਗੁਰਦੁਆਰੇ ਬਣਾ ਸਕਦੇ ਹਾਂ ਨਾ,
ਤੇ ਜੇ ਅਸੀਂ ਸਹੀ ਵਿਚਾਰ ਨਾ ਆਪਣੇ ਬੱਚਿਆਂ ਨੂੰ ਦੱਸੀ ਤੇ ਸਾਡੇ ਗੁਰਦੁਆਰੇ ਵੀ ਆਉਣ ਵਾਲੇ ਸਮੇਂ ਸੇਲ ਤੇ ਲੱਗ ਸਕਦੇ ਆ। ਇਹ ਗੱਲ ਸੱਚ ਹੈ। ਇਹ ਕੰਧ ਤੇ ਲਿਖਿਆ ਸਾਨੂੰ ਪੜ੍ਹ ਲੈਣਾ ਚਾਹੀਦਾ। ਜੇ ਦੂਜੀਆਂ ਕੰਟਰੀਆਂ 'ਚ, ਜੇ ਇੰਗਲੈਂਡ ਵਰਗੀਆਂ ਕੰਟਰੀਆਂ 'ਚ ਚਰਚਾਂ ਖਰੀਦ ਕੇ ਸਿੱਖ ਗੁਰਦੁਆਰੇ ਬਣਾ ਸਕਦਾ, ਜੇ ਆਪਾਂ ਅਗਲੀ ਪੀੜ੍ਹੀ ਨੂੰ ਗਿਆਨ ਨਾ ਸਹੀ ਦਿੱਤਾ, ਉੱਚੀ ਬੋਲ ਕੇ ਦੱਸਿਓ ਹੁਣ ਸ਼ਬਦ ਕੌੜਾ, ਪਰ ਤੁਹਾਨੂੰ ਹੁਣ ਹਜਮ ਤਾਂ ਭਾਈ ਕਰਨਾ ਹੀ ਪੈਣਾ। ਹੋ ਰਿਹਾ ਕਿ ਨਹੀਂ ਹੋ ਰਿਹਾ? ਬੋਲੋ ਜੀ। ਇਹ ਗਰੰਟੀ ਕੀ ਹੈ ਸਾਡੇ ਕੋਲ? ਮੰਨ ਲਓ ਆਪਣੇ ਕੋਲ 10 20 30 ਸਾਲ ਆਪਾਂ ਇੱਦਾਂ ਕਰ ਲਵਾਂਗੇ, ਜੇ ਅਸੀਂ ਪੀੜ੍ਹੀ ਨੂੰ ਸਹੀ ਉਪਦੇਸ਼ ਦਿੱਤਾ ਹੀ ਨਾ, ਅਸੀਂ ਹਨੇਰਾ ਢੋ ਰਹੇ ਹਾਂ। ਹੱਦ ਹੋ ਗਈ ਯਾਰ, ਕਮਾਲ ਦੀ ਗੱਲ ਹੈ। ਕਈ ਵਾਰੀ ਤਰਸ ਆਉਂਦਾ ਸਾਨੂੰ ਕਿ ਜਦੋਂ ਕੋਈ ਦੇਹਧਾਰੀ ਬਾਬੇ ਦੀ ਗੱਲ ਹੁੰਦੀ, ਕਿੱਦਾਂ ਪੀੜਾ ਹੁੰਦੀ ਹੈ, ਕਿੱਦਾਂ ਲੋਕ ਉਹਨਾਂ ਦੇ ਹੱਕ ਵਿੱਚ ਭੁਗਤਦੇ ਨੇ। ਜਦੋਂ ਗੁਰਬਾਣੀ ਦੀ ਗੱਲ ਆਉਂਦੀ ਹੈ, ਸਾਡੇ ਵੱਡੇ ਵੱਡੇ ਲੀਡਰ ਵੀ ਜਾ ਕੇ ਬਾਬਿਆਂ ਦੀਆਂ ਜੁੱਤੀਆਂ ਝਾੜਦੇ ਪਏ ਨੇ, ਉਹਨਾਂ ਦੇ ਡੇਰਿਆਂ ਦੀਆਂ ਪਰਿਕਰਮਾ ਕਰਦੇ ਪਏ ਨੇ। ਚਲੋ ਉਹਨਾਂ ਦਾ ਜਾਣਾ ਮਜਬੂਰੀ ਆ, ਪਤਾ ਕਿਉਂ? ਉਹਨਾਂ ਨੂੰ ਪਤਾ ਵੀ ਦੇਹਧਾਰੀ ਬਾਬੇ ਵੋਟ ਬੈਂਕ ਆ ਸਾਡਾ। ਉਹ ਪਤਾ ਕਿਉਂ ਜਾਂਦੇ ਆ? ਕਿਉਂਕਿ ਉਹਨਾਂ ਨੂੰ ਪਤਾ ਵੀ ਇੱਕ ਗਵਾਲੇ ਕੋਲ ਜਾਵਾਂਗੇ ਤੇ ਬਾਕੀਆਂ ਗਾਵਾਂ ਨੇ ਵੋਟਾਂ ਸਾਨੂੰ ਆਪੇ ਪਾ ਦੇਣੀਆਂ। ਉਹਨਾਂ ਦੇ ਗਵਾਲੇ ਆਓ, ਜਿਵੇਂ ਇੱਕ ਗਵਾਲੇ ਦੀਆਂ ਗਾਵਾਂ ਹੁੰਦੀਆਂ ਨੇ ਨਾ। ਹੁਣ ਤੁਸੀਂ ਕਹਿਣਾ ਮੈਂ ਕੋਲੋਂ ਕਿਹਾ, ਨਹੀਂ, ਇਹ ਗੁਰਬਾਣੀ 'ਚ ਲਿਖਿਆ, ਹਮ ਗੋਰੂ ਤੁਮ ਗੁਆਰ ਗੁਸਾਈ। ਭਗਤ ਕਬੀਰ ਨੇ ਆਖਿਆ, ਤੂੰ ਸਾਨੂੰ ਆਪਣੀਆਂ ਗਾਵਾਂ ਬਣਾ ਲਿਆ, ਤੂੰ ਸਾਡਾ ਬਣ ਗਿਆ ਗਵਾਲਾ। ਤੇ ਕਬੂ ਨਾ ਪਾਰ ਉਤਾਰ ਚਲਾਇਓ ਕੈਸੇ ਖਸਮਾਂ ਭਾਰੇ। ਤੂੰ ਸਾਨੂੰ ਕਦੀ ਸਿੱਖਿਆ ਦਿੱਤੀ? ਸਾਡੇ ਕੋਲ ਕੰਮ ਹੀ ਲਈ ਗਿਆ ਤੁਸੀਂ। ਮਜ਼ਦੂਰ ਆਪਣੇ ਹੱਥਾਂ ਨਾਲ ਇੱਟ ਤਿਆਰ ਕਰਦਾ, ਉਹ ਇੱਟ ਜਦੋਂ ਕਿਸੇ ਗੁਰਦੁਆਰੇ ਕਿਸੇ ਡੇਰੇ ਨੂੰ ਲੱਗ ਜਾਂਦੀ ਆ ਤੇ ਮਜ਼ਦੂਰ ਨੂੰ ਕਹਿੰਦੇ ਆ, ਤੂੰ ਨਹੀਂ ਇਸ ਡੇਰੇ 'ਚ ਆ ਸਕਦਾ। ਕਿਉਂ? ਕਿਉਂਕਿ ਤੂੰ ਦਲਿਤ ਹੈ, ਤੇਰੇ ਪੈਰ ਪੈਣ ਨਾਲ ਸਾਡਾ ਡੇਰਾ ਪਵਿੱਤਰ ਹੋ ਜਾਣਾ। ਤੇ ਜੇ ਉਹਨੂੰ ਬਾਬਾ ਜੀ ਨੂੰ ਕੋਈ ਪੁੱਛੇ, ਬਾਬਾ ਜੀ ਜਿਹੜੀਆਂ ਤੁਹਾਡੇ ਡੇਰੇ ਨੂੰ ਇੱਟਾਂ ਲੱਗੀਆਂ ਇਸ ਮਜ਼ਦੂਰ ਦੇ ਹੱਥਾਂ 'ਚੋਂ ਲੰਘ ਕੇ ਆਈਆਂ। ਜਦੋਂ ਇੱਟਾਂ ਬਣਾ ਰਿਹਾ ਸੀ ਨਾ, ਇਹਦਾ ਪਸੀਨਾ ਇੱਕ ਇੱਕ ਤੁਬਕਾ ਖੂਨ ਦਾ ਇਹ ਇੱਟ ਉੱਤੇ ਪੈ ਰਿਹਾ ਸੀ। ਕੌਣ ਪੁੱਛੇਗਾ? ਭੈਣੋ ਤੁਹਾਨੂੰ ਬੇਨਤੀ ਆ, ਕਪਾਹ ਨਰਮਾ ਔਰਤ ਦੇ ਹੱਥਾਂ 'ਚੋਂ ਲੰਘ ਕੇ ਆਉਂਦਾ। ਆ ਮਾਲਵਾ ਸਾਰਾ, ਜਦੋਂ ਪੰਜਾਬ ਦੀ ਗੱਲ ਕਰਦੇ ਹਾਂ, ਹੁਣ ਤਾਂ ਫਰਕ ਪੈ ਗਿਆ। ਪਹਿਲਾਂ ਨਰਮਾ ਕਪਾਹ ਆਮ ਹੁੰਦਾ ਸੀ, ਬੀਬੀਆਂ ਚੁਗਦੀਆਂ ਹੁੰਦੀਆਂ ਸੀ। ਉਹ ਨਰਮਾ ਕਪਾਹ ਜਦੋਂ ਬੀਬੀ ਦੇ ਹੱਥਾਂ 'ਚੋਂ ਲੰਘ ਕੇ ਪੇਂਜੇ 'ਤੇ ਜਾਂਦਾ ਸੀ, ਫੁੱਟੀਆਂ ਚੁਗੀਆਂ ਜਾਂਦੀਆਂ ਸੀ, ਉਹਦਾ ਸੂਤ ਕੱਤਿਆ ਜਾਂਦਾ ਸੀ। ਜਦੋਂ ਉਹੀ ਬ੍ਰਾਹਮਣ ਕੋਲ ਪਹੁੰਚ ਜਾਂਦਾ ਸੀ ਤੇ ਉਹ ਕਹਿੰਦਾ ਸੀ, ਔਰਤ ਤੇ ਧਾਗਾ ਨਹੀਂ ਗਲ ਪਾ ਸਕਦੀ। ਕਿਆ ਬਾਤ ਹੈ ਜੀ। ਤੇ ਜੇ ਉਹ ਬੀਬੀ ਅੱਗੇ ਇਹੋ ਗੱਲ ਬਾਬੇ ਕਬੀਰ ਨੇ ਆਖਿਆ, ਬਾਬੇ ਕਬੀਰ ਨੇ ਬ੍ਰਾਹਮਣ ਨੂੰ ਪੁੱਛਿਆ, ਤੂੰ ਬ੍ਰਾਹਮਣ ਕਿਵੇਂ ਆ? ਕਹਿੰਦਾ ਇਸ ਕਰਕੇ ਮੈਂ ਗਲ 'ਚ ਜਨੇਊ ਪਾਇਆ। ਕਹਿੰਦਾ ਗੱਲ ਪੱਕੀ ਹੈ? ਕਹਿੰਦੇ ਹਾਂਜੀ ਪੱਕੀ ਹੈ। ਕਹਿੰਦੇ ਫਿਰ ਜੇ ਤੇ ਗਲ 'ਚ ਜਨੇਊ ਪਾਉਣ ਕਰਕੇ ਬ੍ਰਾਹਮਣ ਆ ਤੇ ਅਸੀਂ ਜਾਤ ਦੇ ਜਲਾਇਆਂ, ਸਾਡੇ ਘਰ ਤੇ ਢੇਰ ਲੱਗੇ ਪਏ ਕਪਾਹ ਤੇ, ਫਿਰ ਅਸੀਂ ਤੇਰੇ ਤੋਂ ਵੱਡੇ ਬ੍ਰਾਹਮਣ ਹੋਏ। ਹਮ ਘਰ ਸੂਤ, ਸਕਰੀਨ ਤੇ ਦਰਸ਼ਨ ਕਰਿਓ ਸ਼ਬਦ, ਹਮ ਘਰ ਸੂਤ ਤਣੈ ਨਿਤ ਤਾਨਾ। ਸਾਡੇ ਘਰ ਸੂਤ ਪਿਆ ਤੇ ਤਣੇ ਨਿਤ ਤਾਨਾ, ਨੇਤੀ ਤਾਨਾ ਤੁਣਦੇ ਆ। ਤੇ ਕੰਠ ਜਨੇਊ ਤੁਮਾਰੇ, ਤੂੰ ਤੇ 2 ਧਾਗੇ ਪਾਏ ਆ, ਸਾਡੇ ਤੇ ਅੰਦਰ ਬਾਹਰ ਖਿਲਰਿਆ ਪਿਆ ਧਾਗਾ। ਹੁਣ ਇਹ ਸ਼ਬਦ ਕਿਹਨਾਂ ਕਿਹ 'ਚ ਲਿਖਿਆ? ਗੁਰੂ ਗ੍ਰੰਥ ਸਾਹਿਬ 'ਚ। ਤੇ ਅਸੀਂ ਆਪ ਪੜ੍ਹੇ ਕੋਈ ਨਹੀਂ, ਇਸੇ ਕਰਕੇ ਸਾਨੂੰ ਅਗਲੇ ਜਿਹੜੇ ਆ ਪੈਰਾਂ 'ਤੇ ਮੱਥੇ ਟਿਕਾਈ ਜਾਂਦੇ। ਤੇ ਅੱਜ ਡੇਰੇ ਬਿਲਕੁਲ ਵਿਪਰਵਾਦ ਦੀ ਤਰਜ਼ ਉੱਤੇ ਕੰਮ ਕਰ ਰਹੇ ਆ, ਬਿਲਕੁਲ ਉਸੇ ਤਰਜ਼ 'ਤੇ ਕੰਮ ਕਰ ਰਹੇ। ਆਪ ਬਾਣੀ ਪੜ੍ਹੋ, ਆਪ ਸਮਝੋ, ਆਪ ਸਹਿਜ ਪਾਠ ਕਰੋ, ਆਪ ਗੁਰਬਾਣੀ ਦਾ ਅਧਿਐਨ ਕਰੋ। ਤੁਸੀਂ ਕੋਈ ਵੀ ਕਾਰੋਬਾਰ ਕਰਦੇ ਹੋ, ਬਿਜ਼ਨਸ ਕਰਦੇ ਹੋ, ਤੁਹਾਡੇ ਪੁੱਤਰ ਧੀਆਂ ਜਿੱਥੇ ਮਰਜ਼ੀ ਤਰੱਕੀ ਕਰਨ, ਆਪ ਸਤਿਗੁਰ ਦੀ ਬਾਣੀ ਪੜ੍ਹੋ, ਆਪ ਗੁਰਬਾਣੀ ਨੂੰ ਵਾਚੋ ਵੀ ਗੁਰੂ ਸਾਹਿਬ ਦਾ ਉਪਦੇਸ਼ ਕੀ ਹੈ ਸਾਡੇ ਵਾਸਤੇ। ਆਪਣੀਆਂ ਧੀਆਂ ਨੂੰ ਉਪਦੇਸ਼ ਦਿਓ। ਪੁਰਾਣੇ ਬਜ਼ੁਰਗਾਂ ਦੇ ਹੁੰਦੇ ਸੀ, ਜੇ ਇੱਕ ਧੀ ਪੜ੍ਹ ਜਾਏ ਤੇ 6-7 ਪੀੜ੍ਹੀਆਂ ਪੜ੍ਹ ਜਾਂਦੀਆਂ, ਕਿਉਂਕਿ ਮਾਂ ਨੇ ਗਾ ਕਿੱਥੋਂ ਤੱਕ ਉਪਦੇਸ਼ ਲੈ ਕੇ ਜਾਣਾ ਹੈ। ਸੋਚੋ, ਜਿਹੜੇ ਤੁਹਾਡੇ ਤੇ ਏਡੇ ਵੱਡੇ ਹਮਲੇ ਕਰ ਰਹੇ ਆ, ਕਈਆਂ ਗੁਰਦੁਆਰਿਆਂ ਵਿੱਚ ਜਿਹੜੇ ਡੇਰਿਆਂ ਦਾ ਪ੍ਰਭਾਵ ਹੈ, ਉਹ ਮਹਾਰਾਜ ਦਾ ਜਦੋਂ ਸੇਵਾ ਕਰਦੇ ਨਾ ਸਰੂਪ ਦੀ, ਉਹ ਅੱਗੇ ਰੁਮਾਲਾ ਤਾਣ ਦਿੰਦੇ ਆ ਬੀਬੀਆਂ ਵਾਲੇ ਬੰਨੇ। ਇੱਕ ਗੁਰਦੁਆਰੇ ਜਾਣ ਦਾ ਮੌਕਾ ਮਿਲਿਆ, ਉਹਨਾਂ ਅੱਗੇ ਇੱਦਾਂ ਰੁਮਾਲਾ ਤਾਣ ਤਾਂ ਪੁੱਛਿਆ ਜੀ ਇਹ ਕੀ ਹੈ? ਇਹ ਮਹਾਰਾਜ ਦੇ ਹੁਣ ਬਸਤਰ ਚੇਂਜ ਕਰ ਰਹੇ ਨੇ, ਇੱਧਰ ਬੀਬੀਆਂ ਬੈਠੀਆਂ। ਹੁਣ ਸੋਚ ਕੇ ਵੇਖੋ, ਮਹਾਰਾਜ ਦੇ ਹੁਣ ਇਹਦਾ ਮਤਲਬ ਕੱਲ੍ਹ ਨੂੰ ਸਾਡੀ ਕੋਈ ਭੈਣ ਬਾਣੀ ਪੜ੍ਹ ਹੀ ਨਹੀਂ ਸਕਦੀ, ਸਾਡੀ ਕੋਈ ਧੀ ਗੁਰਬਾਣੀ ਨਹੀਂ ਪੜ੍ਹ ਸਕਦੀ। ਕੌਣ ਲੋਕ ਨੇ ਜਿਹੜੇ ਇੱਦਾਂ ਦਾ ਪ੍ਰਚਾਰ ਕਰ ਰਹੇ? ਕਦੀ ਸੋਚ ਕੇ ਵੇਖਿਆ? ਪੁੱਛੇਗਾ ਕੌਣ ਜੀ? ਸਿੱਖ ਆਉਂਦਾ ਗੁਰਦੁਆਰੇ, ਪ੍ਰਸ਼ਾਦਾ ਛਕਿਆ, ਲੰਗਰ ਛਕਿਆ, ਇਹ ਪੁੱਛਦਾ ਜੀ ਯਾਰ ਕੀ ਬਣਨਾ ਕੀ ਹੈ ਗੁਰਦੁਆਰੇ? ਸਬਜ਼ੀ ਕਿਹੜੀ ਬਣਨੀ ਹੈ, ਪਕੌੜੇ ਕਿਹੜੇ ਬਣਨੇ ਹੈ? ਇੱਥੋਂ ਤੱਕ ਰਹਿ ਗਿਆ ਸੀ ਸਾਡਾ ਸਾਰਾ ਕੁਝ।
ਤੁਹਾਡੀ ਕੋਈ ਜ਼ਮੀਨ ਨੱਪ ਲੈ ਅੱਧਾ ਕਿੱਲਾ 2 ਕਿੱਲੇ, ਜਦੋਂ ਤੱਕ ਛਡਾ ਨਾ ਲਈਏ ਅਸੀਂ ਆਰਾਮ ਨਾਲ ਨਹੀਂ ਬਹਿੰਦੇ, ਭਾਵੇਂ ਉਹਨਾਂ 2 ਕਿੱਲਿਆਂ 'ਚੋਂ 1 ਕਿੱਲੇ ਸਾਨੂੰ ਉੱਤੇ ਲਾਉਣੇ ਪੈਣ। ਜਦੋਂ ਮਸਲਾ ਸੈੱਲ ਫੋਨ ਸਾਇਲੈਂਟ ਮੋਡ 'ਤੇ ਕਰ ਲਓ ਜੀ। ਜਦੋਂ ਮਸਲਾ ਧਰਮ ਦਾ ਆਉਂਦਾ, ਜਦੋਂ ਮਸਲਾ ਸਿੱਖੀ ਸਿਧਾਂਤ ਵਿਚਾਰਾਂ ਦਾ ਆਉਂਦਾ, ਉਦੋਂ ਅਸੀਂ ਇਸ ਗੱਲ ਤੋਂ ਪਾਸਾ ਵੱਟ ਲਿਆ, ਉੱਥੋਂ ਅਸੀਂ ਕੰਨੀ ਕਤਰਾਉਣੀ ਸ਼ੁਰੂ ਕਰ ਦਿੱਤੀ। ਹੁਣ ਇੱਥੇ ਗੁਰੂ ਪਾਤਸ਼ਾਹ ਜੀ ਨੇ ਕਿੱਡਾ ਅਮੋਲ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਹੈ। ਕੌਣ ਲੋਕ ਨੇ ਜਿਹੜੇ ਇੱਦਾਂ ਦਾ ਪ੍ਰਚਾਰ ਕਰਕੇ ਸਾਡੀਆਂ ਧੀਆਂ ਭੈਣਾਂ ਨੂੰ, ਮੈਂ ਦੱਸਣਾ ਚਾਹੁੰਦਾ, ਸਾਡੇ ਤਾਂ ਸਿੱਖ ਰਹਿਤ ਜਿਹੜੀ ਤੁਸੀਂ ਇਹ ਲਿਖ ਕੇ ਲਾਈ 'ਚ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆ ਤਾਂ ਹੁਣ ਜਿਉਂ ਜਾਗਰਤੀ ਆਈ ਹੈ, ਜਿਉਂ ਲੋਕਾਂ ਨੂੰ ਸਮਝ ਆਉਣ ਲੱਗੀ ਹੈ, 5 ਪਿਆਰਿਆਂ 'ਚ ਵੀ ਬੀਬੀਆਂ ਸ਼ਾਮਲ ਹੋਣ ਲੱਗ ਪਈਆਂ। ਮਰਿਆਦਾ 'ਚ ਲਿਖਿਆ ਹੈ ਖੰਡੇ ਦੀ ਪੌਲ ਤਿਆਰ ਕਰਨ ਵਕਤ ਜੇ ਲੋੜ ਪਵੇ ਤੇ ਸਾਡੀਆਂ ਭੈਣਾਂ ਵੀ ਖੰਡੇ ਦੀ ਪੌਲ ਤਿਆਰ ਕਰਨ ਵਿੱਚ ਸ਼ਾਮਲ ਹੋ ਸਕਦੀਆਂ ਨੇ। ਇਹ ਮੁਸ਼ਕਿਲਾਂ ਸਾਨੂੰ ਸਾਹਮਣਾ ਕਰਨਾ ਪਿਆ ਜਦੋਂ ਅਸੀਂ ਅੱਜ ਤੋਂ 20-22 ਸਾਲ ਪਹਿਲਾਂ ਦੀਆਂ ਗੱਲਾਂ ਦੱਸ ਰਿਹਾ ਮੈਂ, ਜਦੋਂ ਅਸੀਂ ਕਲਾਸਾਂ ਪਿੰਡਾਂ 'ਚ ਲਾਉਣੀਆਂ, ਜਦੋਂ ਪਿੰਡ 'ਚੋਂ ਕਿਸੇ ਧੀ ਨੂੰ ਕਹਿਣਾ ਤਿਆਰ ਕਰਕੇ ਉਹ ਧੀ ਅਰਦਾਸ ਕਰੂ, ਅਤੇ ਜਿਹੜੇ ਡੇਰਿਆਂ ਨਾਲ ਜੁੜੇ ਅਸੀਂ ਉਹਨਾਂ ਕਹਿਣਾ ਬੇਟੀ ਕੋਲੋਂ ਕਿਉਂ ਅਰਦਾਸ ਕਰਾਉਂਦੇ ਹੋ, ਇਹ ਤਾਂ ਕੋਈ ਗਲਤੀ ਹੋ ਜਾਏਗੀ। ਪਹਿਲੀ ਗੱਲ ਤੋਂ ਨਾ ਬਹਾਨਾ ਹੋਰ ਹੁੰਦਾ ਸੀ ਕਿ ਤੁਸੀਂ ਲੜਕੀਆਂ ਕੋਲੋਂ ਕਿਉਂ ਅਰਦਾਸਾਂ ਕਰਾਉਂਦੇ ਹੋ। ਜੇ ਕਿਸੇ ਬੱਚੇ ਕੋਲੋਂ ਅਰਦਾਸ ਕਰਾਉਣੀ, ਇਹਦੇ ਕੋਲੋਂ ਗਲਤੀ ਹੋ ਜਾਏਗੀ, ਸ਼ਬਦ ਅੱਗੇ ਪਿੱਛੇ ਬੋਲ ਦੂ, ਉਹ ਭਰਿਓ ਫੇਕ ਹੀ ਜੇ ਸ਼ਬਦ ਅੱਗੇ ਪਿੱਛੇ ਬੋਲ ਦੂ। ਕੋਈ ਵੀ ਬੱਚਾ ਜਦੋਂ ਪਹਿਲੀ ਵਾਰ ਤੁਰਦਾ ਉਹ ਇੱਕਦਮ ਭੱਜਣ ਲੱਗ ਪੈਂਦਾ। ਉਹ ਪਹਿਲੇ ਦਿਨ ਜਦੋਂ ਤੁਰਦਾ ਕਦੀ ਕੁਰਸੀ ਨੂੰ ਹੱਥ ਪਾਉਂਦਾ, ਕਦੀ ਬੈੱਡ ਨੂੰ ਹੱਥ ਪਾਉਂਦਾ, ਲੱਤਾਂ 'ਤੇ ਮਾੜਾ ਮਾੜਾ ਭਾਰ ਪਾਉਂਦਾ, ਫਿਰ ਡਿੱਗ ਪੈਂਦਾ। ਹੌਲੀ ਹੌਲੀ ਫਿਰ ਜਾ ਕੇ ਕਿਤੇ ਉਹ ਦੌੜਦਾ ਹੈ, ਕਿੱਥੋਂ ਤੱਕ ਪਹੁੰਚਦਾ। ਜਦੋਂ ਬੱਚਾ ਛੋਟਾ ਹੁੰਦਾ, ਪਿੰਡ ਦਾ ਸਰਪੰਚ ਹੋਵੇ ਤਾਇਆ, ਪਿੰਡ ਦਾ ਸਰਪੰਚ ਹੋਵੇ ਚਾਚਾ, ਜਦੋਂ ਉਹਨੂੰ ਤਾਤਾ ਕਹਿੰਦਾ ਅਤੇ ਉਹ ਪਿੰਡ ਦਾ ਭਾਵੇਂ ਸਰਪੰਚ ਹੀ ਹੈ, ਉਹ ਗੁੱਸਾ ਨਹੀਂ ਕਰਦਾ, ਉਹਨੂੰ ਪਿਆਰ ਕਰਦਾ ਵੀ ਮੇਰਾ ਬੱਚਾ ਹੈ, ਮੇਰਾ ਭਤੀਜਾ, ਮੇਰੀ ਭਤੀਜੀ ਆ। ਅਤੇ ਸਾਡਾ ਗੁਰੂ ਤਾਏ ਚਾਚੇ ਤੋਂ ਵੀ ਥੱਲੇ ਆ ਵੀ ਸਾਨੂੰ ਸ਼ਰਾਪ ਦੇ ਦੂ ਵੀ ਤੂੰ ਮੇਰਾ ਨਾਂ ਕਿੱਦਾਂ ਲੈਤਾ ਬਈ। ਸੋਚ ਕੇ ਵੇਖਿਆ ਕਦੀ? ਤੈਨੂੰ ਪਾਪ ਲੱਗ ਜੂ ਜੇ ਤੂੰ ਬਾਣੀ ਪੜ੍ਹੀ, ਤੂੰ ਅੱਖਰ ਵੱਧ ਕਰ। ਉਹ ਪਾਪ ਤੇ ਪਹਿਲਾਂ ਹੀ ਲੱਗਾ ਹੋਇਆ। ਨਸ਼ੇ ਸਾਡੇ ਘਰਾਂ 'ਚ ਆ ਗਏ ਆ। ਇੱਥੇ ਮਾਂ ਪੁੱਤਾਂ ਨਾਲ ਰਲ ਕੇ ਸਮੈਕਾਂ ਵੇਚ ਕੇ ਆਪਣੇ ਘਰ ਦੀਆਂ ਜੰਗੀਠੀਆਂ ਲਾ ਕੇ ਵੇਚਤੀਆਂ ਅਗਲਿਆਂ ਨੇ। ਇਹ ਤੋਂ ਵੱਡਾ ਪਾਪ ਕੀ ਲੱਗਣਾ ਸਾਨੂੰ? ਲਾਵਾਂ ਹੋ ਰਹੀਆਂ ਪਤੀ ਪਤਨੀ ਦੀਆਂ, ਅਤੇ ਉਹਦੇ ਲਾੜੇ ਦੀ ਜੇਬ 'ਚੋਂ ਸਰਿੰਜਾਂ ਡਿੱਗ ਰਹੀਆਂ ਨੇ ਨਸ਼ੇ ਦੀਆਂ। ਇਹ ਤੋਂ ਵੱਡਾ ਪਾਪ ਕੀ ਹੋਣਾ ਜੀ? ਪਾਪ ਤੇ ਪਹਿਲਾਂ ਲੱਗ ਚੁੱਕਾ ਹੈ ਸਾਨੂੰ। ਜਿੱਥੇ ਅਸੀਂ ਧੀਆਂ ਦੇ ਸੌਦੇ ਕਰ ਰਹੇ ਹਾਂ, ਜਿੱਥੇ ਨਕਲੀ ਵਿਆਹ ਕਰਾ ਕੇ ਬਾਹਰ ਦੀਆਂ ਕੰਟਰੀਆਂ 'ਚ ਪਹੁੰਚਣ ਲਈ ਅਸੀਂ ਤਰਲੋ ਮੱਛੀ ਹੋਏ ਫਿਰਦੇ ਹਾਂ, ਹੋਰ ਇਹ ਤੋਂ ਵੱਡਾ ਪਾਪ ਸਾਨੂੰ ਕੀ ਲੱਗਣਾ ਜੀ? ਬੋਲੋ ਸਾਧ ਸੰਗਤ ਜੀ, ਇਸ ਤੋਂ ਵੱਡਾ ਪਾਪ ਕੀ ਲੱਗਣਾ? ਜਿੱਥੇ ਬੰਦੇ ਸੌਦੇ ਕਰਦੇ ਫਿਰਦੇ ਆ। ਗੁਰੂ ਗ੍ਰੰਥ ਸਾਹਿਬ ਅਸਲੀ ਆ, ਅਤੇ ਬੰਨੇ ਬੰਨੇ ਲਾਵਾਂ ਜਿਹੜੀਆਂ ਲੈਣੀਆਂ ਨੇ ਉਹ ਕਿਹੜੀਆਂ ਨੇ? ਨਕਲੀ ਆ। ਅਤੇ ਝੂਲ 'ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਕਹਿਣੇ ਨੇ। ਅਤੇ ਇਹੋ ਜਿਹੇ ਬੰਦੇ ਨੂੰ ਸਭ ਤੋਂ ਵੱਧ ਮੁੜ ਕੇ ਪੰਥ ਦਾ ਬੁਖਾਰ ਚੜ੍ਹਦਾ ਕਿ ਮੈਂ ਵੱਡਾ ਪੰਥਕ ਹਾਂ। ਅਤੇ ਜੇ ਉਹਦਾ ਕੋਈ ਹਿਸਟਰੀ ਫੋੜ ਕੇ ਵੇਖ ਲਓ ਵੀ ਤੂੰ ਆਇਆ ਕਿੱਥੋਂ ਆ, ਤੂੰ ਕੰਮ ਕੀ ਕੀਤਾ। ਕਦੀ ਸੋਚ ਕੇ ਵੇਖੋ ਅਸੀਂ ਖਲੋਤੇ ਕਿੱਥੇ ਆ। ਕਈ ਵਾਰੀ ਮਨ ਦੁਖੀ ਹੁੰਦਾ, ਯਾਰ ਅਸੀਂ ਕਿਹੜਾ ਕੰਮ ਕਰਦੇ ਫਿਰਦੇ। ਇੱਕ ਦਿਹਾੜੀਦਾਰ ਬੰਦਾ ਵੀ, ਉਹਦੀ ਵੀ ਪਤਨੀ ਮਾਣ ਕਰਦੀ ਆ ਆਪਣੇ। ਜਦੋਂ ਬੱਚਾ ਗਲਤ ਰਸਤੇ ਪੈਣ ਲੱਗਦਾ ਨਾ, ਔਰਤ ਕੋਲ ਸਭ ਤੋਂ ਵੱਡਾ ਪਤਾ ਕਿਹੜਾ ਹੌਸਲਾ? ਆਪਣੇ ਬਾਪ ਵੱਲ ਵੇਖ, ਉਹਦੀਆਂ ਪਾਟੀਆਂ ਹੋਈਆਂ ਅੱਡੀਆਂ ਵੇਖ, ਉਹਦੇ ਫਟੇ ਹੋਏ ਹੱਥ ਵੇਖ, ਅਤੇ ਬੱਚਾ ਇੱਕ ਵਾਰ ਸੋਚਦਾ ਮੈਂ ਉਸ ਬਾਪੂ ਦਾ ਪੁੱਤਰ ਜਿੱਥੇ ਕਮਾਈਆਂ 2-2 ਨੰਬਰ ਦੀਆਂ ਬੇਈਮਾਨੀਆਂ। ਹੁਣ ਰਿਸ਼ਵਤ ਲੈਣ ਵਾਲਾ ਬੰਦਾ, ਉਹਦਾ ਬੱਚਾ ਗਲਤ ਰਸਤੇ ਪੈਣ ਲੱਗੇ, ਮਾਂ ਐਗਜ਼ਾਮਪਲ ਦੇਗੀ ਜੀ ਪਤੀ ਦੀ? ਬੋਲ ਕੇ ਦੱਸਿਓ। ਉੱਥੇ ਐਗਜ਼ਾਮਪਲ ਦੇਣ ਵਾਲਾ ਪਤੀ ਹੈ ਭਲਾ ਕੋਈ? ਜੇ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਨੂੰ ਮਾਤਾ ਗੁਜਰ ਕੌਰ ਤਗੜਾ ਕਰ ਰਹੀ ਹੈ ਨਾ ਅੰਦਰੋਂ, ਉਦਾਹਰਨ ਦਾਦਿਆਂ ਅਤੇ ਪੜਦਾਦਿਆਂ ਦੀ ਦੇ ਰਹੀ ਆ। ਆਪਣੇ ਪਿਤਾ ਵੱਲ ਵੇਖਿਓ, ਆਪਣੇ ਦਾਦੇ ਵੱਲ ਵੇਖਿਓ, ਅਤੇ ਆਪਣੇ ਪੜਦਾਦੇ ਵੱਲ ਵੇਖਿਓ। ਕਿੱਦਾਂ ਡੋਲ ਜੂ ਵੀ? ਅਮੀਰ ਬੰਦਾ ਪੈਸੇ ਨਾਲ ਥੋੜ੍ਹਾ ਹੁੰਦਾ ਨਾ, ਅਮੀਰ ਕਿਰਦਾਰ ਨਾ ਹੁੰਦਾ, ਕਰੈਕਟਰ ਨਾ ਹੁੰਦਾ। ਅਮੀਰੀ ਕਰੈਕਟਰ ਦੀ, ਕਿਰਦਾਰ ਦੀ ਆ। ਮੇਰੇ ਕੋਲ 4 ਛਿੱਲੜ ਹੋਣਗੇ, ਮੇਰੇ ਜਵਾਕਾਂ ਤੱਕ ਕਿਸੇ ਨੂੰ ਕਿਸੇ ਨਾਲ ਕੀ ਮਤਲਬ ਹੈ, ਪਰ ਜਿਹੜਾ ਕਿਰਦਾਰ ਹੁੰਦਾ ਨਾ, ਉਹ ਕੌਮ ਨਾਲ ਮਾਣਿਆ ਜਾਂਦਾ। ਲੋਕ ਕਹਿੰਦੇ ਵੀ ਭਾਈ ਸਾਡੇ ਪਿੰਡ ਦਾ, ਸਾਡੇ ਇਲਾਕੇ ਦਾ ਕੋਈ ਇਨਸਾਨ। ਕੰਮ ਕਰੋ, ਚੰਗੇ ਇਨਸਾਨ, ਚੰਗੀ ਸੋਚ। ਅਤੇ ਮੈਂ ਸੈਂਕੜੇ ਵਾਰੀ ਐਗਜ਼ਾਮਪਲ ਦਿੱਤੀ ਆ। ਇਹਨਾਂ ਕੰਟਰੀਆਂ ਜਿਹੜੇ ਪੈਦਾ ਹੋਏ ਬੱਚੇ ਆ ਨਾ, ਸਾਡੇ ਬੋਰਨ ਇੱਥੋਂ ਦੇ ਬੱਚੇ ਆ,
ਉਹ ਕਿਸੇ ਵੀ ਅਹੁਦੇ ਤੇ ਜਾਣ 75% ਤੇ ਪਹਿਲਾਂ ਸਿੱਖੀ ਦੇ ਨੇੜੇ 25% ਤੁਹਾਨੂੰ ਜ਼ੋਰ ਲਾਉਣਾ ਪੈਣਾ ਹੈ। 75% ਪਤਾ ਮੈਂ ਕਿਉਂ ਕਿਹਾ? ਕਿਉਂਕਿ ਇਮਾਨਦਾਰੀ ਹੈ, ਝੂਠ ਨਹੀਂ ਹੈ, ਬੇਈਮਾਨੀ ਨਹੀਂ ਹੈ। ਤੇ ਸਾਡੇ ਵਾਂਗੂ ਵਾਲ ਛਾਲ ਉਹਨਾਂ 'ਚ ਤਾਂ ਉੱਚੀ ਬੋਲੋ ਹੈ ਹੀ ਨਹੀਂ ਆ। ਉਹ ਆਪਾਂ ਸਿਖਾਉਣ ਦੀ ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ। ਥੋੜ੍ਹਾ ਜਿਹਾ ਤੁਸੀਂ ਤੱਤਸਾਰ ਦੇ ਦਿਓਗੇ ਵੀ ਬਾਣੀ ਆਹ ਕਹਿੰਦੀ ਆ, ਬਾਣੀ ਦੀ ਵਿਚਾਰ ਆਹ ਵਾ, ਗੁਰਮਤ ਆਹ ਕਹਿੰਦੀ ਆ, ਹੋ ਸਕਦਾ ਮਾਣ ਕਰਨ ਆਪਣੀ ਕੌਮ ਉੱਤੇ। ਪਰ ਜਦੋਂ ਸਾਡੇ ਇੱਦਾਂ ਦੇ ਹਾਲਾਤ ਵੇਖਦੇ ਆ ਉਹ ਪਰਾਂ ਭੱਜ ਜਾਂਦੇ, ਕਹਿੰਦੇ ਨਹੀਂ। ਕਦੀ ਸੋਚਿਓ ਜ਼ਰੂਰ, ਜੇ ਸਾਡੀਆਂ ਧੀਆਂ ਨੂੰ ਦਸਤਾਰ ਵਾਲਾ ਪਸੰਦ ਨਹੀਂ ਆ ਵਿਆਹ ਵੇਲੇ, ਤੇ ਉਹਦਾ ਕਾਰਨ ਲੱਭਿਓ। ਕਿਤੇ ਘਰ ਦੇ ਵਿੱਚ ਦਾਦੇ ਪਿਤਾ ਸਿਰ 'ਤੇ ਬੱਧੀ ਪਾ ਕਰਕੇ ਕਿਤੇ ਕਿਰਦਾਰ 'ਚ ਕੋਈ ਕਮੀ ਤਾਂ ਨਹੀਂ, ਕਿਉਂ ਡਰ ਗਈ ਹੋਵੇ ਕਿ ਹੈ ਜੇ ਪੱਗਾਂ ਵਾਲੇ ਸਾਰੇ ਇੱਦਾਂ ਦੇ ਹੁੰਦੇ ਨੇ। ਕਿਤੇ ਲੱਭਣਾ ਪੈਣਾ, ਸਾਨੂੰ ਕਾਰਨ ਲੱਭਣਾ ਪੈਣਾ ਨਾ ਕਿਤੇ ਨਾ ਕਿਤੇ, ਜਿੱਥੇ ਘਰ 'ਚ ਪਤਾ ਹੋਵੇ ਵੀ ਕਿਰਦਾਰ ਇੱਦਾਂ ਦਾ, ਜਿੱਥੇ ਧੀ ਨੇ ਮਾਂ ਬਾਪ ਨੂੰ ਬੜੇ ਪਿਆਰ ਮਾਹੌਲ ਵਿੱਚ ਰਹਿੰਦਿਆਂ ਵੇਖਿਆ, ਉਹ ਕਹੇਗੀ ਮੈਂ ਮਾਣ ਕਰਦੀ ਹਾਂ ਕਿ ਮੈਂ ਐਸੀ ਕੌਮ ਨਾਲ ਮੇਰਾ ਸੰਬੰਧ ਹੈ। ਇਹ ਮੈਂ ਇਕੱਲੀਆਂ ਬਾਹਰਲੀਆਂ ਕੰਟਰੀਆਂ ਦੀ ਗੱਲ ਨਹੀਂ ਕਰਦਾ। ਪੰਜਾਬ ਵਿੱਚ, ਪੰਜਾਬ ਤੋਂ ਬਾਹਰ ਦੂਜੀਆਂ ਸਟੇਟਾਂ ਵਿੱਚ ਵੀ ਇਹ ਪ੍ਰੋਬਲਮ ਆਈਆਂ ਨੇ। ਕਿਉਂ? ਕਿਉਂਕਿ ਅਸੀਂ ਬਾਕੀ ਸਾਰੇ ਕੰਮ ਕਰ ਲਏ, ਪਰ ਜਿਹੜੀ ਪੀੜ੍ਹੀ ਸੀ, ਜਿਹੜੇ ਬੱਚੇ ਸੀ, ਉਹਨਾਂ ਵਾਲੇ ਬੰਨੇ ਅਸੀਂ ਧਿਆਨ ਦੇਣ ਦਾ ਯਤਨ ਅਸੀਂ ਤਾਂ ਲੱਭਦੇ ਫਿਰਦੇ ਹਾਂ। ਬਾਬਾ ਜੀ ਚਰਨ ਪਾ ਦਿਓ, ਬਾਬਾ ਜੀ ਜੂਠਾ ਜਾ, ਕਈ ਦੇਹਧਾਰੀ ਬਾਬਿਆਂ ਦੀ ਜੂਠ ਲੱਭਦੇ ਫਿਰਦੇ ਆ, ਜਿਹਨੂੰ ਸ਼ੀਤ ਪ੍ਰਸ਼ਾਦ ਕਹਿੰਦੇ ਹੋ। ਕਈ ਬੰਦੇ ਬਾਬਿਆਂ ਦੀਆਂ ਜੂਠੀਆਂ ਰੋਟੀਆਂ ਤੋਂ ਲੜ ਪੈਂਦੇ ਆ ਕਿ ਬਾਬਾ ਜੀ ਦਾ ਕਿਤੇ ਟੁੱਕੜ ਜੂਠਾ ਸਾਨੂੰ ਮਿਲ ਜਾਏ ਤੇ ਅਸੀਂ ਖਾ ਲਈਏ। ਉਹ ਨਾ ਖਾਇਓ, ਜਿੱਦਾਂ ਦਾ ਉਹ ਆਰਡਰ ਆਮੀ ਉੱਦਾਂ ਦਾ ਤੁਹਾਨੂੰ ਬਣਾ ਦੇਣਾ ਉਹਨੇ। ਤੁਸੀਂ 4-4 ਸਟੋਰ ਚਲਾਉਂਦੇ ਫਿਰਦੇ ਜੇ, ਉਹ ਤੁਹਾਡੇ ਸਟੋਰਾਂ 'ਤੇ ਪਲਦੇ ਫਿਰਦੇ ਆ। ਗੁੱਸਾ ਨਾ ਮਨਾਇਓ, ਮੈਂ ਪਹਿਲਾਂ ਲਫ਼ਜ਼ ਬੋਲਣ ਲੱਗਾ। ਕਈ ਸੋਚ ਕੇ ਵੇਖੋ ਤੁਸੀਂ, ਕਈ ਪਰਿਵਾਰ ਇੱਦਾਂ ਦੇ ਜਿਹੜੇ ਆਪਣੇ ਬੱਚਿਆਂ ਦੇ ਸਾਹਮਣੇ ਕਹੀ ਜਾਣਗੇ ਤੂੰ ਤੇ ਹੁੰਦਾ ਨਹੀਂ ਸੀ, ਅਸੀਂ ਮਹਾਂਪੁਰਖਾਂ ਗਾੜੀ ਅਰਦਾਸਾਂ ਕਰਾਈਆਂ, ਫੇਰ ਜਾ ਕੇ ਤੂੰ ਹੈ। ਤੇ ਨਾਲ ਹੀ ਉਹਨੂੰ ਕਹੀ ਜਾਣਗੇ ਤੂੰ ਕੰਮ ਨਹੀਂ ਕਰਦਾ, ਤੂੰ ਨਿਕੰਮਾ। ਉਹ ਵੀ ਗਾੜੀਆਂ ਅੱਗੇ ਆਉਂਦਾ, ਜਿਹਦੇ ਗਾੜੀ ਅਰਦਾਸ ਕੀਤੀ ਉਹ ਕਢਾ ਲਵਾਉਂਦਾ। ਬੋਲੋ ਜੀ, ਜੇ ਉਹ ਨਿਕੰਮਾ ਤੇ ਮੇਰੇ ਕੋਲ ਤੁਸੀਂ ਆਸਾਂ ਲਾਉਂਦੇ ਵੀ ਮੈਂ ਗਾੜੀ ਕਾਰੋਬਾਰ ਚਲਾਵਾਂ। ਕਿਤੇ ਮਾਂ ਨੇ ਪਿਓ ਦੀ ਉਦਾਹਰਨ ਦਿੱਤੀ ਹੋਵੇ, ਮੈਂ ਕਿਤੇ ਦਾਦੇ ਦੀ ਉਦਾਹਰਨ ਦਿੱਤੀ ਹੁੰਦੀ, ਕਿਤੇ ਹੱਥ ਪਾਟੇ ਕਿਤੇ ਮਾਂ ਦੀਆਂ ਉਦਾਹਰਨਾਂ ਦਿੱਤੀਆਂ ਹੁੰਦੀਆਂ ਤੇ ਗੱਲ ਫੱਬਦੀ। ਹੁਣ ਗੁਰੂ ਸਾਹਿਬ ਜੀ ਇੱਥੇ ਕੀ ਕਹਿ ਰਹੇ ਨੇ? ਜੀ ਕੀ ਇੱਕ ਹੈ ਹੀ ਪੈਮਾਨੀ, ਇਸ ਜਿੰਦ ਦੀ, ਇਸ ਮਨ ਦੀ ਇੱਕ ਕੋਲ ਹੀ ਮੰਨੀ ਜਾਣੀ। ਰੋਣੇ ਜਿੱਥੇ ਮਰਜ਼ੀ ਰੋਈ ਜਾਓ, ਪਰ ਕਬੂਲ ਇੱਕ ਥਾਂ 'ਤੇ ਹੋਣੀ ਹੈ। ਅਵਰ ਯਤਨ ਕਰ ਰਹੇ ਬਹੁਤ ਤੇਰੇ, ਯਤਨ ਬੜੇ ਕਰ ਲਏ ਪਰ ਤਿੰਨ ਤਿਲ ਨਹੀਂ ਕੀਮਤ ਜਾਣੀ। ਤਿਲ ਕਿੰਨਾ ਕੁ ਹੁੰਦਾ ਭਲਾ? ਹੁਣ ਇੱਦਾਂ ਚੁਟਕੀ ਭਰੀ ਹੈ ਨਾ, 15-20 ਦਾਣੇ ਤਿਲਾਂ ਦੇ ਸਾਡੀ ਚੁਟਕੀ ਜੀ ਆ ਜਾਂਦੇ ਆ। ਵੇਖੋ ਕਿੱਡਾ ਕਮਾਲ ਦਾ ਬਚਨ ਕਿਹਾ ਮਹਾਰਾਜ ਨੇ। ਘਰ ਜਾ ਕੇ ਆਪ ਪੜ੍ਹਿਓ ਇੱਕ ਵਾਰੀ। ਪਤਾ ਕੀ ਕਿਹਾ ਇੱਥੇ? ਕਹਿੰਦੇ ਇੱਕ ਤੋਂ ਬਿਨਾਂ ਕਿਸੇ ਹੋਰ ਅੱਗੇ ਰੋਣ ਦੀ ਜਿਹੜੀ ਵੈਲਿਊ ਹੈ ਨਾ, ਉਹ ਇੱਕ ਤਿਲ ਜਿੰਨੀ ਵੀ ਨਹੀਂ ਪੈਣੀ। ਜੇ ਤਿਲ ਜਿੰਨੀ ਵੀ ਪੈਂਦੀ ਹੁੰਦੀ ਨਾ, ਮੈਂ ਕਹਿੰਦਾ ਫੇਰ ਵੀ ਰੋਣ 'ਚ ਕੋਈ ਹਰਜ ਨਹੀਂ ਸੀ। ਤਿੰਨ ਤਿਲ ਨਹੀਂ, ਤਿਲ ਜਿੰਨੀ ਵੀ ਤੇਰੀ ਕੋਈ ਕੀਮਤ ਨਹੀਂ ਪੈਣੀ ਜੇ ਤੂੰ ਇੱਕ ਨੂੰ ਛੱਡ ਕਿਸੇ ਹੋਰ ਅੱਗੇ ਦੁੱਖ ਰੋਏਂਗਾ ਜਾ ਕੇ, ਕਿਸੇ ਹੋਰ ਦੀਆਂ ਪਰਿਕਰਮਾ ਕਰੇਂਗਾ। ਤੇ ਸੈਂਕੜੇ ਉਦਾਹਰਨਾਂ ਗੁਰਬਾਣੀ 'ਚ ਮਿਲ ਜਾਣਗੀਆਂ ਸਾਨੂੰ। ਸਭ ਸੁਖ ਦਾਤਾ ਰਾਮ ਹੈ, ਇੱਕ ਸ਼ਬਦ ਪੜ੍ਹਿਆ ਆਪਾਂ। ਸਭ ਜਗ ਫਿਰ ਮੈਂ ਦੇਖਿਆ, ਗੁਰੂ ਅਮਰਦਾਸ ਹਰ ਇੱਕੋ ਦਾਤਾ। ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ। ਦਾਤਾ ਇੱਕ ਹੀ ਆ, ਹੋਰ ਕੋਈ ਦੂਜਾ ਦਾਤਾ ਹੈ ਹੀ ਨਹੀਂ। ਇੱਕੋ ਦਾਤੇ ਨਾਲ ਸਾਂਝ ਪਾਉਣੀ ਆ। ਤੇ ਉਹ ਦਾਤਾ ਕਿੱਥੇ ਆ? ਤੇਰੇ ਅੰਦਰ। ਅੱਛਾ, ਦਾਤਾ ਵੀ ਤੇਰੇ ਅੰਦਰ ਹੀ ਆ। ਇਹ ਵੀ ਹੈ ਵੀ ਤੈਨੂੰ ਦਾਤੇ ਨੂੰ ਮਿਲਣ ਵਾਸਤੇ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਆ। ਉਹ ਤੇਰੇ ਦਾਤਾ ਤੇਰੇ ਅੰਦਰ ਬੈਠਾ ਹੋਇਆ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਉਹ ਜਿਹੜਾ ਦਾਤਾ ਵਾ ਨਾ, ਉਹ ਕਿਤੇ ਬਾਹਰ ਨਹੀਂ ਬੈਠਾ ਵੀ ਤੂੰ ਜਾ ਕਿਤੇ ਅਰਦਾਸ ਕਰੇ ਵੀ ਉੱਥੇ ਬੈਠਾ। ਨਾ 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 ਨਾ, ਕਿਤੇ ਹੋਰ ਵੱਖਰਾ ਨਹੀਂ ਬੈਠਾ। ਉਹ ਤੇਰੇ ਅੰਦਰ ਬੈਠਾ ਹੋਇਆ। ਤੂੰ ਆਪਣੇ ਆਪ ਨਾਲ ਗੱਲਾਂ ਕਰ, ਆਪਣੇ ਆਪ ਨੂੰ ਜਾਣਨਾ ਹੀ ਉਸ ਦਾਤੇ ਨੂੰ ਜਾਣਨਾ। ਕਾਇਓ ਦੇਵਾ, ਕਾਇਓ ਦੇਵਲ, ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ, ਨਾ ਕਛ ਆਇਬੋ ਨਾ ਕਛ ਜਾਇਬੋ, ਰਾਮ ਕੀ ਦੁਹਾਈ, ਜੋ ਬ੍ਰਹਮੰਡੈ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਜੋ ਬ੍ਰਹਮੰਡ ਚਾਹੋ ਤੇਰੇ ਪਿੰਡੇ 'ਚ। ਪਿੰਡਾ ਨਹੀਂ ਕਹਿੰਦੇ ਆਪਾਂ, ਪਿੰਡੇ ਨਾਲ ਲਿਆ, ਆਮ ਹੀ ਆਪਣੀ ਬੋਲੀ ਹੁੰਦੀ ਸੀ, ਪਿੰਡਾ ਸਰੀਰ। ਜੋ ਬ੍ਰਹਮੰਡ ਹੈ ਸੋਈ ਪਿੰਡ ਹੈ,
ਜੋ ਬ੍ਰਹਿਮੰਡ ਚ ਆ ਉਹੀ ਤੇਰੇ ਪਿੰਡੇ ਚ ਵਾ। ਤੇ ਗੁਰੂ ਨੌਵੇਂ ਪਾਤਸ਼ਾਹ ਜੀ ਕੀ ਕਹਿੰਦੇ ਨੇ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਤੇ ਸਦਾ ਅਲੇਪਾ, ਤੋਹੀ ਸੰਗ ਸਮਾਈ। ਉਹ ਤੇਰੇ ਨਾਲ ਸਮਾਇਆ ਹੋਇਆ, ਕਿਤੇ ਤੈਨੂੰ ਬਾਹਰ ਜਾਣ ਦੀ ਲੋੜ ਹੈ ਹੀ ਨਹੀਂ। ਜੀ ਕੀ ਇੱਕ ਹੀ ਪੈਮਾਨੀ, ਸਾਰੇ ਬੋਲੋ ਨਾਲ, ਅਵਰ ਜਤਨ ਤਿੰਨ ਤਿਲ ਨਹੀਂ ਕੀਮਤ ਜਾਨੀ, ਜਿਸ ਕਾ ਤਨ ਆਤਨ। ਇਹ ਕਿਹਦਾ ਦਿੱਤਾ ਹੋਇਆ? ਸ਼ੁਕਰਾਨਾ ਕਰਿਆ ਕਰੀ ਉਹ ਦਾਤੇ ਦਾ। ਜਿਹੜਾ ਕਹਿੰਦੇ ਨਾ ਕਈ ਵਾਰੀ ਬੰਦਾ ਗਿਲਾ ਕਰਦਾ, ਮੈਨੂੰ ਰੱਬ ਨੇ ਕੀ ਦਿੱਤਾ? ਸੋਹਣੀ ਕਾਇਆ ਬਖਸ਼ਿਸ਼ ਕੀਤੀ ਆ, ਸੋਹਣੀ ਕਾਇਆ। ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਖਾਂਦਿਆਂ ਖਾਂਦਿਆਂ ਮੂੰਹ ਘਸ ਗਿਆ, ਦੰਦ ਘਸ ਜਾਂਦੇ ਆ। ਅਜੇ ਵੀ ਬੰਦਾ ਪਤਾ ਕਹਿੰਦਾ ਮੈਨੂੰ ਰੱਬ ਨੇ ਕੀ ਦਿੱਤਾ? ਤੁਸੀਂ ਕਿਸੇ ਮੰਡੀ ਚਲੇ ਜਾਓ, ਵੱਡੇ ਵੱਡੇ ਗਰੋਸਰੀ ਸਟੋਰ ਆ, ਉਹ 'ਚ ਬੰਦਿਆਂ ਨਾਲ ਸੰਬੰਧਿਤ ਰਾਸ਼ਨ ਕਿੰਨਾ ਅਤੇ ਜਾਨਵਰਾਂ ਨਾਲ ਸੰਬੰਧਿਤ ਰਾਸ਼ਨ ਕਿੰਨਾ? ਦੱਸਿਓ ਭਲਾ ਜੀ, ਕਿੰਨੇ % ਹੁੰਦਾ ਭਲਾ? ਜਾਨਵਰਾਂ ਨਾਲ ਸੰਬੰਧਿਤ ਤੇ ਮੈਂ ਨੁੱਕਰ 'ਚ ਹੀ ਥੋੜ੍ਹਾ ਬਹੁਤਾ ਪਿਆ ਹੁੰਦਾ, ਬਾਕੀ ਕਿਹਨਾਂ ਨਾਲ ਸੰਬੰਧਿਤ ਆ ਜੀ? ਬੰਦਿਆਂ ਨਾਲ। ਆ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਗੱਡੀਆਂ ਬਣਾਉਂਦੀਆਂ, ਕਿਹਨਾਂ ਲਈ ਬਣਾਉਂਦੀਆਂ? ਬੰਦਿਆਂ ਲਈ। ਵੱਡੀਆਂ ਵੱਡੀਆਂ ਫੈਕਟਰੀਆਂ ਕੱਪੜਾ ਬਣਾਉਂਦੀਆਂ, ਕਿਹਦੇ ਲਈ? ਬੋਲੀ ਜਾਓ ਜੀ ਹੁਣ, ਬੰਦਿਆਂ ਲਈ। ਏਡੇ ਏਡੇ ਵੱਡੇ ਘਰ ਬਣਾਉਣੇ ਕਿਹਨਾਂ ਲਈ? ਬੰਦਿਆਂ ਲਈ। ਯਾਨੀ ਕਿ ਸਾਰਾ ਕੁਝ ਇਨਸਾਨ ਤੇਰੇ ਲਈ। ਤੇ ਅਜੇ ਵੀ ਇਨਸਾਨ ਪਤਾ ਕਹਿੰਦਾ ਮੈਨੂੰ ਰੱਬ ਨੇ ਕੀ ਦਿੱਤਾ? ਇੱਦਾਂ ਹੱਥ ਤਾਂ ਚੁੱਕ ਕੇ ਮੱਥਾ ਟੇਕਦਾ, ਖਾਲੀ ਹੱਥ ਹੀ। ਕਈ ਵੇਖੇ ਗੁਰਦੁਆਰੇ ਆਣਗੇ ਇੱਦਾਂ ਸਿੱਧਾ ਹੱਥ ਹੀ ਕਰਨਗੇ ਵੀ ਕੱਖ ਨਹੀਂ ਹੈਗਾ ਮੇਰੇ ਕੋਲ। ਹੋਰ ਤੈਨੂੰ ਕੀ ਚਾਹੀਦਾ ਬਈ? ਬਣ ਗਈ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਖਾਂਦਿਆਂ ਖਾਂਦਿਆਂ ਤੇਰਾ ਮੂੰਹ ਘਸ ਗਿਆ ਵਾ। ਪਹਿਨੰਦਿਆਂ ਸਭ ਅੰਗ, ਕੱਪੜਾ ਪਹਿਨ ਦੇ ਅੰਗ ਵਿਰਧ ਹੋ ਗਏ ਆ। ਤੇ ਤ੍ਰਿਗ, ਅਗਲਾ ਸ਼ਬਦ ਸੁਣਿਓ ਹੁਣ ਤੁਸੀਂ, ਕਿਉਂਕਿ ਮਹਾਰਾਜ ਨੇ ਕਿਸੇ ਵੋਟਾਂ ਥੋੜ੍ਹਾ ਲੈਣੀਆਂ। ਕੋਈ ਲੀਡਰ ਹੁੰਦੇ ਨਾ ਮਿੱਠੀਆਂ ਮਿੱਠੀਆਂ ਗੱਲਾਂ ਮਾਰਦੇ ਵੀ ਕੋਈ ਵੋਟਰ ਗੁੱਸਾ ਨਾ ਹੋ ਜਾਏ। ਮਹਾਰਾਜ ਕਹਿੰਦੇ ਭਾਈ ਹੋ ਵੀ ਜਾਏਗਾ, ਮੇਰਾ ਕੀ ਨੁਕਸਾਨ ਕਰ ਲੇਗਾ ਤੂੰ? ਮੈਂ ਕਿਹੜਾ ਇਲੈਕਸ਼ਨ 'ਚ ਖਲੋਤਾ? ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪਹਿਨੰਦਿਆਂ ਸਭ ਅੰਗ, ਤ੍ਰਿਗ ਤਨਾ ਕਾ ਜੀਵਿਆ, ਜਿਨ ਸੱਚ ਨਾ ਲੱਗੋ ਰੰਗ। ਤ੍ਰਿਗ ਕਿਹਨੂੰ ਕਹਿੰਦੇ ਨੇ? ਲਾਹਣਤ, ਫਿਟਕਾਰਯੋਗ। ਫਿਟਕਾਰਯੋਗ ਆ ਇਹੋ ਜਿਹੇ ਜੀਵਨ 'ਤੇ ਜੇ ਤੇਰਾ ਅਜੇ ਵੀ ਉਸ ਸੱਚੇ ਨਾਲ ਪਿਆਰ ਨਹੀਂ ਪਿਆ। ਤੇ ਜੇ ਤੇਰੇ ਮੂੰਹ 'ਚ ਸਵੇਰੇ ਹੀ ਨਿਕਲਿਆ ਦਾਤਾ ਧੰਨਵਾਦ ਹੈ, ਅੱਜ ਇੱਕ ਨਵਾਂ ਦਿਨ ਮੈਨੂੰ ਜ਼ਿੰਦਗੀ ਜਿਉਣ ਲਈ ਦਿੱਤਾ, ਤੇਰਾ ਧੰਨਵਾਦ। ਆਹ ਜਿਹੜਾ ਦਿਨ ਮੈਨੂੰ ਮਿਲਿਆ ਨਾ, ਇਹ ਨਵਾਂ ਇੱਕ ਮਿਲਿਆ ਜ਼ਿੰਦਗੀ ਜਿਉਣ ਲਈ, ਮੈਂ ਚੰਗੇ ਕੰਮ ਕਰ ਸਕਾਂ। ਜੋ ਸਾਡੇ ਕੋਲ ਹੈਗਾ ਉਹਦਾ ਸ਼ੁਕਰਾਨਾ ਕਰਿਆ ਕਰੀਏ। ਪਰ ਬੰਦਾ ਪਤਾ ਕਰਦਾ, ਜੋ ਨਹੀਂ ਹੈਗਾ ਉਹਦਾ ਗਿਲਾ ਕਰਦਾ। ਜੋ ਹੈਗਾ ਉਹਦਾ ਸ਼ੁਕਰਾਨਾ ਨਹੀਂ, ਜੋ ਨਹੀਂ ਹੈਗਾ ਉਹਦਾ ਗਿਲਾ ਕਰਦਾ। ਗਿਲੇ ਕਰੀ ਜਾਂਦਾ, ਗਿਲੇ। ਗਿਲੇ ਨਹੀਂ ਕਰਨੇ, ਸ਼ੁਕਰਾਨਾ ਕਰਨਾ। ਜਿਸ ਕਾ ਤਨ ਮਨ, ਜਿਸ ਦਾ ਦਿੱਤਾ ਹੋਇਆ ਤਨ ਮਨ ਧਨ, ਤਿੰਨ ਚੀਜ਼ਾਂ ਆ ਗਈਆਂ ਨਾ, ਤਨ ਮਨ ਤੇ ਧਨ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਘੜ ਸੁਜਾਨੀ। ਸੁਘੜ ਦਾ ਅਰਥ ਸੋਹਣੀ ਘਾੜਤ ਘੜਨ ਵਾਲਾ, ਸਿਆਣਾ। ਉਹਦੇ ਵਰਗਾ ਕੋਈ ਸਿਆਣਾ ਹੈ, ਕੋਈ ਕਾਰੀਗਰ ਹੈ? ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ, ਉਹਨੇ ਹੀ ਸੁਣਿਆ ਦੁੱਖ ਸੁੱਖ ਮੇਰਾ। ਬਾਣੀ 'ਚ ਲਿਖਿਆ ਦੁੱਖ ਵੀ ਉਹਦੇ ਕੋਲ ਰੋ ਜਿਹਦੇ ਕੋਲ ਸੁੱਖ ਵਾ। ਜਿਸ ਮਨੁੱਖ ਪੈ ਕਰੋ ਬੇਨੰਤੀ ਸੋ ਆਪਣੇ ਦੁੱਖ ਭਰਿਆ। ਜਿਹਦੇ ਕੋਲ ਵੀ ਦੁੱਖ ਰੋਈਏ ਨਾ, ਕਈ ਵਾਰੀ ਨਾ ਵੈਸੇ ਹੈ ਤਾਂ ਐਗਜ਼ਾਮਪਲ ਦੁਨਿਆਵੀ ਹੈ, ਕਈ ਵਾਰੀ ਨਾ ਅਸੀਂ ਸਾਡਾ ਕੋਈ ਧੀ ਪੁੱਤ ਆਖੇ ਨਾ ਲੱਗੇ ਤੇ ਅਸੀਂ ਕਈ ਵਾਰੀ ਕਿਸੇ ਰਿਸ਼ਤੇਦਾਰ ਕੋਲ ਆਪਣਾ ਦੁੱਖ ਨਹੀਂ ਰੋਂਦੇ। ਹਾਂਜੀ, ਸਾਨੂੰ ਇਹ ਲੱਗਦਾ ਵੀ ਇਹ ਮੇਰਾ ਹਮਦਰਦ ਬਣੂਗਾ, ਪਰ ਸਾਰਿਆਂ 'ਤੇ ਨਹੀਂ ਇਹ ਉਦਾਹਰਨ ਟੁੱਕਦੀ। ਕਈ ਸੱਚੀ ਤੁਹਾਡੀ ਦਵਾਈ ਬਣ ਕੇ ਆਉਂਦੇ ਆ, ਪਰ ਕਈ ਤੁਹਾਡੀਆਂ ਗੱਲਾਂ ਸੁਣ ਕੇ ਵਿੱਚੋਂ ਸਵਾਦ ਲੈਂਦੇ ਆ। ਆਪਾਂ ਦੱਸ ਰਹੇ ਹੁੰਦੇ ਹਾਂ ਇਮੋਸ਼ਨਲ ਹੋ ਕੇ ਵੀ ਅੱਜ ਮੈਨੂੰ ਫਲਾਣੇ ਮੇਰੇ ਭਰਾ ਨੇ ਇੱਦਾਂ ਕਹਿਤਾ, ਮੇਰੀ ਸੱਸ ਨੇ ਇੱਦਾਂ ਕਹਿਤਾ, ਮੈਨੂੰ ਮੇਰੇ ਪਤੀ ਨੇ ਇੱਦਾਂ ਕਹਿਤਾ। ਤੁਹਾਡੀਆਂ ਉਹ ਗੱਲਾਂ ਕੱਲ੍ਹ ਨੂੰ ਤੁਹਾਡੇ ਘਰ 'ਚ ਲੜਾਈ ਦਾ ਕਾਰਨ ਬਣਨਾ।
ਕਿਉਂਕਿ ਤੁਸੀਂ ਘਰ ਦਾ ਭੇਤੀ ਲੰਕਾ ਢਾਰਿਆ ਨਾ, ਤੁਸੀਂ ਘਰ ਦੀਆਂ ਗੱਲਾਂ ਸਾਰੀਆਂ ਉਹਨਾਂ ਨੂੰ ਦੱਸਦੀਆਂ। ਕੱਲ੍ਹ ਉਹਨੇ ਤੁਹਾਨੂੰ ਮੁੜ ਕੇ ਮਿਹਣੇ ਮਾਰਨੇ। ਆਪੇ ਦੱਸਿਆ ਸੀ ਕਿ ਮੇਰੀ ਭਰਾ ਨੇ ਇੱਦਾਂ ਨਹੀਂ ਕਹਿਤਾ, ਮੇਰੀ ਸੱਸ ਨੇ ਮੈਨੂੰ ਇੱਦਾਂ ਕਹਿਤਾ, ਸਾਨੂੰ ਕਿਹੜਾ ਸੁਪਨਾ ਆਇਆ। ਅਤੇ ਅਸੀਂ ਇਮੋਸ਼ਨਲ ਹੋਏ ਹੁੰਦੇ ਉਦੋਂ ਇੱਦਾਂ। ਸੁੱਖ ਨਾਲ ਅੱਜ ਕੱਲ੍ਹ ਫੋਨ ਵੀ ਫ੍ਰੀ ਆ, ਮਹਾਰਾਜ ਦੀ ਕਿਰਪਾ ਨਾਲ ਡਾਟਾ ਵਾਧੂ ਮਿਲ ਜਾਂਦਾ। ਲੜਾਈ ਅਮਰੀਕਾ ਹੁੰਦੀ ਆ, ਦਿਨ ਚੜ੍ਹਦੇ ਨੂੰ ਕੈਨੇਡਾ, ਅਮਰੀਕਾ, ਇਟਲੀ, ਫਰਾਂਸ, ਜਾਪਾਨ, ਜਿੱਥੇ ਜਿੱਥੇ ਰਿਸ਼ਤੇਦਾਰ ਪਹੁੰਚ ਜਾਂਦੀ ਉੱਥੇ ਵੇਲੇ। ਹੁਣ ਤੁਹਾਡੀ ਹਸਬੈਂਡ ਵਾਈਫ ਦੀ ਲੜਾਈ ਆ, ਤੁਸੀਂ ਕਿਸੇ ਰਿਸ਼ਤੇਦਾਰ ਨੂੰ ਜਾ ਕੇ ਆਪਣੀ ਸਗੀ ਭੈਣ ਨੂੰ ਦੱਸ ਕੇ ਤੁਹਾਡੀ ਲੜਾਈ ਮੁਕਾ ਦਿਓ। ਗੁੱਸਾ ਨਾ ਮਨਾਇਓ। ਕੋਈ ਰਿਸ਼ਤੇਦਾਰ ਤੁਹਾਡੀ ਲੜਾਈ ਮੁਕਾ ਦਿਓ। ਕਈ ਵਾਰੀ ਆਪਾਂ ਆਪਣੇ ਸਕੇ ਸਾਂਢੂ ਨੂੰ, ਰਿਸ਼ਤੇਦਾਰ ਨੂੰ ਦੱਸ ਰਹੇ ਹੁੰਦੇ ਦੁੱਖ, ਵੀ ਫਲਾਣੇ ਮੇਰੇ ਵੱਡੇ ਮੁੰਡੇ ਨੇ ਮੇਰੇ ਨਾਲ ਇੱਦਾਂ ਕਰਤਾ। ਉਹ ਸੁਣ ਰਿਹਾ ਇੱਦਾਂ ਸਾਡਾ ਦੁੱਖ, ਸਾਨੂੰ ਲੱਗਦਾ ਬੜਾ ਸਾਡੀ ਵੀ ਸਾਡਾ ਦੁੱਖ ਵੰਡਾਊਗਾ। ਉਹ ਅੰਦਰੋਂ ਖੁਸ਼ ਹੋ ਰਿਹਾ ਵੀ ਤੇਰੇ ਨਾਲ ਜੇ ਹੋਰ ਹੋਣੀ ਆ। ਜਿਹੜੇ ਤੇਰੇ ਲੱਛਣ ਆ ਨਾ, ਤੇਰੇ ਨਾਲ ਜੇ ਬੋਲੋ ਹੋਰ ਹੋਣੀ ਆ। ਮੈਂ ਪਹਿਲਾਂ ਕਹਿੰਦਾ ਸਾਰਿਆਂ 'ਤੇ ਨਹੀਂ ਢੁਕਦੀਆਂ, ਕਈ ਚੰਗੇ ਵੀ ਹੁੰਦੇ ਆ, ਕਈ ਤੁਹਾਡੀ ਲੜਾਈ ਮੁਕਾਉਣਾ ਵੀ ਚਾਹੁੰਦੇ ਆ, ਪਰ ਉਹ ਉਂਗਲਾਂ 'ਤੇ ਗਿਣਨ ਵਾਲੇ ਹੋਣਗੇ, ਬਹੁਤ ਘੱਟ। ਇਸ ਕਰਕੇ ਘਰ ਦੀ ਲੜਾਈ ਘਰ 'ਚ ਹੀ ਨਿਬੇੜਨ ਦੀ। ਕਈ ਬਾਬਿਆਂ ਕੋਲ ਜਾਣਗੇ, ਬਾਬਾ ਜੀ ਘਰ 'ਚ ਲੜਾਈ ਬੜੀ ਲੈਂਦੀ ਹੈ। ਉਹ ਦੱਸੋ, ਉਹਨਾਂ ਦੇ ਡੇਰਿਆਂ ਰੋਜ਼ 76 ਰੋਟੀ ਹੁੰਦੀ ਹੈ। ਜਿਨ੍ਹਾਂ ਕੋਲ ਜਾ ਕੇ ਅਸੀਂ ਦੁੱਖ ਰੋਂਦੇ ਫਿਰਦੇ ਹਾਂ, ਉਹਨਾਂ ਦੇ ਤਾਂ ਕੇਸ ਚੱਲਣ ਡਿਆ ਆਪ। ਕਈ ਵਾਰੀ ਜਾ ਕੇ ਨਹੀਂ ਕਹਿਣਗੇ ਬਾਬਾ ਜੀ ਬੜੇ ਦੁਖੀ ਆ, ਸਾਡੇ ਰਿਸ਼ਤੇਦਾਰਾਂ ਨੇ ਕੇਸ ਕਰਤਾ। ਲਾ ਕੇ ਸੇਵਕ ਹੱਸ ਰਹੇ ਹੁੰਦੇ ਆ, ਕਹਿੰਦੇ ਸਾਡੇ ਬਾਬੇ ਦੇ ਇੱਕ ਬਰਨਾਲੇ ਹੋਇਆ, ਇੱਕ ਮੋਗੇ ਹੋਇਆ, 3 ਚੰਡੀਗੜ੍ਹ ਚੱਲਦੇ ਆ। ਉਹ ਤੇ ਗਾਂ ਆਪ ਬਾਬਾ ਲੱਭਦਾ ਫਿਰਦਾ ਕੋਈ। ਉਹ ਕਿਤੇ ਨਾ ਭਟਕੋ ਭਾਈ, ਨਾ ਉਲਝੋ। ਗੁਰਬਾਣੀ ਸਮਝਣ ਦੀ ਜ਼ਰੂਰਤ ਆ। ਇੱਥੇ ਪਾਤਸ਼ਾਹ ਜਿਹੜੀ ਗੱਲ ਕਰਦੇ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਘੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ ਤਉ ਬਿਦ ਨੀਕੀ ਖਟਾਨੀ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੇਰਾ ਆਸਰਾ, ਮੇਰਾ ਭਰੋਸਾ, ਮੇਰਾ ਵਿਸ਼ਵਾਸ ਸਭ ਕੁਝ ਤੁਸੀਂ ਹੋ। ਮੈਂ ਤਾਣ, ਇੱਥੇ ਰੁਕਣਾ, ਮੈਂ ਤਾਣ, ਮੇਰਾ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਇੱਦਾਂ ਆਪਣੇ ਘਰਾਂ ਦੇ ਬਾਹਰ ਨਾ, ਆਪਣੇ ਘਰਾਂ ਦੇ ਅੰਦਰ ਦਰਵਾਜ਼ਿਆਂ 'ਤੇ ਸੋਹਣੀਆਂ ਇੱਦਾਂ ਸਿੰਨਰੀਆਂ ਬਣਾ ਕੇ ਲਾਓ। ਜਦੋਂ ਭਟਕਣ ਲੱਗੇ ਮਨ ਨੂੰ ਦੇਖਿਆ ਕਰੋ, ਮੇਰਾ ਦੁੱਖ ਸੁੱਖ ਸਭ ਮਾਲਕ ਤੁਹਾਡੇ ਕੋਲ ਆ, ਮੈਂ ਤੁਹਾਡੇ ਤੋਂ ਬਿਨਾਂ ਕਿਸੇ ਹੋਰ ਅੱਗੇ ਰਜੋਈ ਕਰਨੀ ਨਹੀਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਘੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ ਤਉ ਬਿਦ ਨੀਕੀ ਖਟਾਨੀ, ਜੀ ਕੀ ਇਹ ਕਹਿ ਹੀ ਪੈਮਾਨੀ। ਇਸ ਜਿੰਦ ਦੀ ਇੱਕੇ ਕੋਲੀ ਮੰਨੀ ਜਾਣੀ ਹੈ। ਅਵਰ ਯਤਨ ਕਰ ਰਹੇ ਬਹੁ ਤੇਰੇ, ਤਿਨ ਤਿਲ ਨਹੀਂ ਕੀਮਤ ਜਾਨੀ। ਅੰਮ੍ਰਿਤ ਨਾਮ, ਸਾਰੇ ਬੋਲੋ ਅੰਮ੍ਰਿਤ ਨਾਮ ਨਿਰਮੋਲਕ। ਨਿਰਮੋਲਕ ਸਮਝਦੇ ਹੋ? ਨਿਰਮੋਲਕ, ਨਿਰਮੋਲਕ ਦਾ ਅਰਥ ਆ ਜਿਹਦੀ ਕੋਈ ਕੀਮਤ ਹੈ ਹੀ ਨਹੀਂ। ਜਦੋਂ ਤੁਸੀਂ ਕੋਈ ਬਾਜ਼ਾਰੋਂ ਚੀਜ਼ ਲੈਣ ਜਾਂਦੇ ਹੋ, ਤੁਸੀਂ ਉਹਨੂੰ ਪੁੱਛਦੇ ਜੀ ਇਹ ਕਿੰਨੇ ਦੀ, ਉਹ ਤੁਹਾਨੂੰ ਕੀਮਤ ਦੱਸ ਦਿੰਦਾ। ਤੁਸੀਂ ਗੱਡੀ ਲੈਂਦੇ ਹੋ, ਉਹ ਤੁਹਾਨੂੰ ਦੱਸਦਾ ਜੀ ਇੰਨੇ ਡਾਲਰ ਦੀ ਹੈ। ਉਹਦਾ ਮੈਨੂੰ ਉਹਨੇ ਕੀਮਤ ਦੱਸਤੀ ਨਾ, ਕਹਿੰਦਾ ਉਹਦਾ ਨਾਮ ਆ ਨਾ, ਉਹਦੇ ਰੱਬੀ ਗੁਣ ਵਾ, ਇਹ ਨਿਰਮੋਲਕ ਵਾ, ਇਹਦੀ ਕੀਮਤ ਹੈ ਨਹੀਂ ਕੋਈ ਵੀ। ਅੰਮ੍ਰਿਤ ਨਾਮ ਨਿਰਮੋਲਕ ਹੀਰਾ ਵਾ। ਇਹ ਕਿੱਥੋਂ ਮਿਲਦਾ? ਗੁਰ ਦੀਨੋ। ਇੱਕ ਵਾਰ ਸਾਰੇ ਕੋ ਧੰਨ ਸ੍ਰੀ ਗੁਰੂ, ਗੱਜ ਕੇ ਬੋਲੋ ਧੰਨ ਸ੍ਰੀ ਗੁਰੂ ਗੁਰ ਦੀਨੋ। ਇਹ ਮੈਨੂੰ ਮੇਰੇ ਗੁਰੂ ਨੇ ਦੇ ਦਿੱਤਾ। ਗੁਰ ਦੀਨੋ ਮੰਤਾਨੀ, ਇਹ ਮੰਤਰ, ਇਹ ਸਲਾਹ, ਇਹ ਸਿੱਖਿਆ ਮੈਨੂੰ ਮੇਰੇ ਗੁਰੂ ਕੋਲੋਂ ਮਿਲ ਗਈ। ਹੁਣ ਕੀ ਹੋ ਗਿਆ? ਹੁਣ ਡਿੱਗੈ ਨਾ ਡੋਲੇ, ਹੁਣ ਮੈਂ ਡਿੱਗਦਾ ਨਹੀਂ। ਹੁਣ ਮੈਨੂੰ ਗੁਆਂਢੀ ਕਹਿੰਦਾ ਤੁਹਾਡੇ ਘਰ ਪੁੱਤਰ ਦੇ ਵਿਆਹ ਨੂੰ ਹੋ ਗਏ 4 ਸਾਲ ਅਤੇ ਪੋਤਰਾ ਤੁਹਾਡੇ ਘਰ ਹੋਇਆ ਨਹੀਂ, ਚੱਲੀਏ ਮਹਾਂਪੁਰਖਾਂ ਦੇ ਡੇਰੇ ਗੱਡੀ ਲੈ ਕੇ। ਤੁਸੀਂ ਅੱਗੋਂ ਕੀ ਆਖਿਆ? ਹੁਣ ਨਹੀਂ ਡਿੱਗਣਾ ਬਈ, ਹੁਣ ਨਹੀਂ ਡੋਲਣਾ ਬਈ, ਹੁਣ ਨਹੀਂ ਕਿਤੇ ਹੋਰ ਜਾਣਾ ਬਈ, ਹੁਣ ਆਪਣੇ ਗੁਰੂ ਤੋਂ ਸਿਵਾਏ ਕਿਸੇ ਹੋਰ ਅੱਗੇ ਜਾ ਕੇ ਰਜੋਈ। ਕਾਰੋਬਾਰ ਨਹੀਂ ਸੈੱਟ ਹੋ ਰਿਹਾ, ਬੜੇ ਕਾਰੋਬਾਰ ਖੋਲ੍ਹ ਕੇ ਵੇਖੇ, ਸੈਟਿੰਗ ਜੀ ਨਹੀਂ ਬੈਠਦੀ। ਫਲਾਣੇ ਬਾਬੇ ਜੀ ਦੇ ਚਰਨ ਪਵਾ ਕੇ ਵੇਖ ਲਈਏ ਤੇ ਇੱਕੋ ਗੱਲ ਆਈ, ਹੁਣ ਕਿਸੇ ਬਾਬੇ ਕੋਲ ਨਹੀਂ ਜਾਣਾ। ਹੁਣ ਡਿੱਗਾ, ਸਾਰੇ ਬੋਲੋ ਡਿੱਗਾ ਨਾ ਡੋਲਾ, ਦ੍ਰਿੜ ਕਰ ਰਹੇ ਹੋ। ਇੱਦਾਂ ਦ੍ਰਿੜ ਪੂਰਨ ਹੋਏ ਤ੍ਰਿਪਤਾ ਨਹੀਂ। ਹੁਣ ਪੂਰਨ ਤੌਰ 'ਤੇ ਤ੍ਰਿਪਤੀ ਆ ਗਈ ਆ, ਰੱਜ ਗਿਆ ਹੁਣ। ਇੱਦਾਂ ਕਿਸੇ ਨੇ ਕਿਹਾ ਤੁਹਾਡੇ ਘਰ 2 ਬੇਟੀਆਂ ਹੀ ਆ, ਬੇਟਾ ਹੈ ਨਹੀਂ ਹੁੰਦੇ, ਤ੍ਰਿਪਤੀ ਆ ਸਾਨੂੰ। ਅਸੀਂ ਤਾਂ ਬੇਟੀਆਂ 'ਚੋਂ ਪੁੱਤਰ ਵੇਖਦੇ ਹਾਂ ਆਪਣਾ।
ਸਾਡੀਆਂ ਧੀਆਂ ਥੋੜ੍ਹਾ ਸਾਡੇ 'ਤੇ ਪੁੱਤ ਵਾ। ਅੱਛਾ, ਕਈ ਵਾਰੀ ਨਾ ਧੀ ਤੁਹਾਡੇ ਘਰ ਆਉਂਦੀ ਹੈ ਤਾਂ ਸਲਾਹਾਂ ਤੁਹਾਨੂੰ ਰਿਸ਼ਤੇਦਾਰ ਦੇਣਗੇ, ਅਰਦਾਸ ਕਰਾ ਕੇ ਵੇਖ ਲੈਣੀ ਸੀ। ਉਹ ਲਾਗੇ ਲੜਕੀਆਂ ਵੇਖਦੀਆਂ ਵਾ ਵੀ ਮੰਮੀ ਸਾਡੇ ਵੇਲੇ ਵੀ ਅਰਦਾਸ ਕਰਾਈ ਸੀ ਕਿ ਸਾਡੇ ਵੇਲੇ ਬਾਬੇ ਮਰ ਗਏ ਸੀ। ਉਹ ਬੋਲੋ ਭਾਈ ਵੀ ਸਾਡੇ ਵੇਲੇ ਬਾਬਾ ਨਹੀਂ ਦੁਨੀਆ 'ਤੇ, ਮੈਨੂੰ ਇੱਕ ਡੇਰਾ ਦਿਖਾ ਦਿਓ ਪੂਰੀ ਦੁਨੀਆ ਜਿੱਥੇ ਕੋਈ ਧੀ ਦੀ ਅਰਦਾਸ ਕਰਾਉਂਦਾ ਹੋਵੇ। ਉਹ ਬੋਲੋ ਸਾਧ ਸੰਗਤ ਜੀ, ਧੀਆਂ ਦੇ ਸਾਹਮਣੇ ਕਹੀ ਜਾਣਗੇ ਕਿਤੇ ਬਾਬੇ ਕੋਲ ਅਰਦਾਸ ਕਰਾ ਕੇ ਵੇਖ ਲੈਣਗੇ, ਤੁਹਾਡੇ ਘਰ ਵੀ ਪੋਤਰਾ ਹੋ ਜਾਂਦਾ। ਧੀਆਂ ਪੁੱਤਰ ਕਮਾਲ ਦੀ ਗੱਲ ਹੈ। ਇਹਦਾ ਮਤਲਬ ਧੀ ਵਾਸਤੇ ਕੋਈ ਅਰਦਾਸ ਨਹੀਂ, ਕੋਈ ਸ਼ਬਦ ਨਹੀਂ, ਕੋਈ ਕਿਸੇ ਬਾਬੇ ਕੋਲ ਜਾਣ ਦੀ ਲੋੜ ਨਹੀਂ, ਪੁੱਤਾਂ ਵਾਸਤੇ ਅਰਦਾਸਾਂ ਕਰਾਉਣ ਦੀ ਲੋੜ ਪੈ ਰਹੀ ਸਾਨੂੰ। ਐਵਰੇਜ ਕੱਢ ਕੇ ਵੇਖ ਲਓ, ਜ਼ਿਆਦਾ ਲੋਕ ਪੁੱਤਰਾਂ ਹੱਥੋਂ ਦੁਖੀ ਆ ਕਿ ਧੀਆਂ ਹੱਥੋਂ? ਬੋਲ ਕੇ ਦੱਸਿਓ ਹੁਣ ਤੁਸੀਂ। ਅੱਛਾ, ਜਿਹੜੀਆਂ ਚੀਜ਼ਾਂ ਹੱਥੋਂ ਜ਼ਿਆਦਾ ਦੁਖੀ ਮੰਗਦੇ ਫੇ ਉਹ ਹੀ ਆ। ਢੀਠ ਬਹੁਤ ਅਸਲ ਦੇ ਵਿੱਚ ਅਸੀਂ ਵਿੱਚੇ ਮੈਂ ਆ, ਸਾਰੇ ਆਪਾਂ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਐਡੇ ਢੀਠ ਹਾਂ ਵੀ ਜਿਹੜੀ ਚੀਜ਼ ਤੋਂ ਪਹਿਲਾਂ ਪੀੜਤ ਵਾ ਨਾ ਉਹ ਚੀਜ਼ ਹੋਰ ਮੰਗ ਰਹੇ ਆ, ਹੋਰ ਮੰਗੀ ਜਾਂਦੇ ਆ, ਹੋਰ ਕਹਿੰਦੇ ਆ ਫਲਾਣੇ ਬਾਬੇ ਕੋਲ ਅਰਦਾਸ ਕਰਾ ਕੇ ਆਪੇ ਹੀ ਟੋਕਰੀ ਸਿਆਂ ਦੀ ਲੈ ਜਾਣੀ ਆ, ਆਪੇ ਹੀ ਝੋਲੀ 'ਚ ਪਵਾ ਲਿਆਉਂਦੇ ਆ। ਜੇ ਸਿਆਂ ਨਾਲ ਜਵਾਕ ਹੁੰਦੇ ਹੋਣ ਜਿਹੜੇ ਜਿਨ੍ਹਾਂ ਦੇ ਵੱਡੇ ਵੱਡੇ ਐਪਲਾਂ ਦੇ ਸਟੋਰ ਆ, ਉਹ ਤਾਂ ਫਿਰ ਨਿਆਣੇ ਸਾਹਮਣੇ ਮਰ ਜਾਣ। ਕਦੀ ਸੋਚ ਕੇ ਵੇਖਿਆ ਅਸੀਂ ਖਲੋਤੇ ਕਿੱਥੇ ਆ? ਜਿਹੜੇ ਪੈਕਿੰਗ ਹਾਊਸ 'ਚ ਕੰਮ ਕਰਦੇ, ਜਿਹਨਾਂ ਦੇ ਇੱਕ ਕਿੰਨਿਆਂ ਸੇਬਾਂ ਨੂੰ ਹੱਥ ਲੱਗਦੇ, ਉਹਨਾਂ ਦੇ ਜਿਹੜੇ ਕਿੰਨੇ ਐਪਲ ਤੋੜਦੇ ਆ, ਕਿੱਦਾਂ ਪੈਕਿੰਗ ਕਰਦੇ ਆ, ਜਿਹੜੇ ਫਰੂਟ ਵੇਚਦੇ ਉਹ, ਤੇ ਫਿਰ ਜਵਾਕ ਸਾਹਮਣੇ ਮਰ ਜਾਣ। ਸੜਕ ਅਸੀਂ ਖਲੋਤੇ ਕਿੱਥੇ ਆ? ਅਸੀਂ ਆਪਣੇ ਆਪ ਨੂੰ ਪੜ੍ਹੇ ਲਿਖੇ ਕਹੀ ਜਾਂਦੇ, ਅਸੀਂ ਪੜ੍ਹੇ ਲਿਖੇ, ਅਸੀਂ ਐਡਵਾਂਸ ਹਾਂ ਜੀ। ਕਾਹਦੇ ਐਡਵਾਂਸ ਹਾਂ ਜੀ ਅਸੀਂ? ਅੱਛਾ, ਮੈਂ ਪਹਿਲਾਂ ਕਹਤਾ ਕਈਆਂ ਦੇ ਘਰਾਂ 'ਚ ਧੀਆਂ ਹੁੰਦੀਆਂ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਉਹ ਧੀਆਂ 'ਚੋਂ ਪੁੱਤ ਵੇਖਦੇ, ਉਹ ਧੀਆਂ ਨੂੰ ਪੁੱਤਰ ਕਹਿ ਕੇ ਬੁਲਾਉਂਦੇ ਆ। ਕਈ ਪਾਸੋਂ ਰਿਸ਼ਤੇਦਾਰ ਆਣ ਕੇ ਸਲਾਹਾਂ ਦੇ ਜਾਣਗੇ। ਹੋ ਸਕਦਾ ਕੱਲ੍ਹ ਨੂੰ ਤੁਹਾਡੇ ਜਵਾਈ ਤੁਹਾਡੇ ਬੇਟੇ ਬਣ ਜਾਣ, ਤੁਹਾਡੀਆਂ ਧੀਆਂ ਤੁਹਾਡੇ ਪੁੱਤਾਂ ਨੂੰ ਵੱਧ ਪਿਆਰ ਕਰਨ ਤੁਹਾਨੂੰ, ਅਤੇ ਜਿਨ੍ਹਾਂ ਨੇ ਪੁੱਤਾਂ ਨੂੰ ਅਸੀਂ ਚੂਰੀਆਂ ਕੁੱਟ-ਕੁੱਟ ਖਵਾਈਆਂ ਹੁੰਦੀਆਂ, ਉਹ ਡਾਂਗ ਉਹ ਫੇਰਦੇ ਪਿਛਲੀ ਉਮਰੇ। ਉਹ ਬੋਲੋ ਭਾਈ। ਮੈਂ ਤਾਂ ਪੰਜਾਬ ਦੀਆਂ ਉਦਾਹਰਨਾਂ ਦਿੰਦਾ ਹੁੰਦਾ। ਮੈਂ ਕਿਹਾ ਇੱਕ ਬਾਪੂ ਦੀਆਂ ਨਾ ਇੱਦਾਂ ਲੜਾਈ ਹੋ ਪਈ ਕਿਤੇ ਪੁੱਤ ਦੀ, ਅਤੇ ਉਹ ਬਾਪੂ ਵਿੱਚ ਛਡਾਉਂਦਾ ਜਾ ਵੱਜਾ, ਅਤੇ ਉਹਦੇ ਕਿਤੇ ਨਾਸਾਂ 'ਤੇ ਇੱਥੇ ਡਾਂਗ ਵੱਜ ਗਈ। ਤੋ ਪੱਟੀ ਕਰਾਉਣ ਸ਼ਹਿਰ ਜਾ ਰਿਹਾ, ਤੋ ਬੱਸ 'ਚ ਬੈਠਾ ਡਰਾਈਵਰ ਦੇ ਅਗਲੇ ਲਾਗੇ, ਅਤੇ ਅਗਲੀ ਬੱਸ ਦੇ ਪਿਛਲੇ ਬੰਨੇ ਲਿਖਿਆ ਸੀ ਪੁੱਤ ਮਿਠੜੇ ਮੇਵੇ ਰੱਬ। ਅਤੇ ਉਹ ਡਰਾਈਵਰ ਨੂੰ ਆਂਦਾ ਵੀ ਆਹ ਜਿਹੜੇ ਬੰਦੇ ਨੇ ਲਾਈਨ ਲਿਖੀ ਨਾ, ਜੇ ਮੈਨੂੰ ਬੰਦਾ ਵੱਜ ਜੇ ਨਾ ਕਿਤੇ, ਵੀ ਪੁੱਤ ਮਿੱਠਾ ਮੇਵਾ ਰੱਬ ਸਭ ਨੂੰ ਦੇਵੇ। ਕਹਿੰਦਾ ਆਹ ਮਿੱਠੇ ਮੇਵਿਆਂ ਨੇ ਮੇਰਾ ਨੱਕ ਤੋੜਿਆ ਅੱਜ, ਅਤੇ ਲੈ ਕੇ ਵੀ ਨਹੀਂ ਮੈਨੂੰ ਗਏ ਹੌਸਪੀਟਲ। ਦੱਸੋ ਅੱਜ ਹੋ ਰਿਹਾ ਕਿ ਨਹੀਂ ਹੋ ਰਿਹਾ? ਇੱਦਾਂ ਪੀੜਤ ਇੱਥੇ ਵੀ ਹੈਗੇ ਆ। ਇੱਥੇ ਹੁਣ ਪਤਾ ਨਹੀਂ ਵੀ 911 ਦਾ ਕੀ ਚੱਕਰ ਆ, ਮੈਨੂੰ ਪਤਾ ਕੋਈ ਨਹੀਂ। ਪੀੜਤ ਹੈਗੇ ਆ, ਕੋਈ ਬੋਲ ਪੈਂਦੇ, ਕਈ ਨਹੀਂ ਬੋਲਦੇ, ਵਿਚਾਰੇ ਜਾਣ ਕਿੱਥੇ। ਇੱਥੇ ਆਪਸ਼ਨ ਕੋਈ ਨਹੀਂ। ਗੁੱਡ ਪੁਆਇੰਟ ਆ ਆਪਸ਼ਨ। ਇਸ ਕਰਕੇ ਸਮਝਣਾ ਪੈਣਾ ਸਾਨੂੰ ਬਾਣੀ ਕੀ ਕਹਿ ਰਹੀ ਹੈ। ਨਾ ਫਰਕ ਪਾਓ ਪੁੱਤਰਾਂ ਧੀਆਂ 'ਚ। ਧੀ ਪੈਦਾ ਹੋਈ ਤਾਂ ਠੀਕ ਹੈ, ਪੁੱਤ ਪੈਦਾ ਹੋਇਆ ਤਾਂ ਠੀਕ ਹੈ, ਨਹੀਂ ਵੀ ਔਲਾਦ ਹੋਈ ਨਾ, ਤੁਸੀਂ ਆਪਣੀ ਔਰਤ ਨੂੰ ਉੱਦਾਂ ਹੀ ਪਿਆਰ ਕਰੋ ਬਿਨਾਂ ਔਲਾਦ ਤੋਂ। ਫੇਰ ਕਿਹੜੀ ਗੱਲ ਹੈ? ਬੜੀਆਂ ਬੇਬੇ ਨਾਨਕੀ ਦੇ ਘਰ ਕੋਈ ਔਲਾਦ ਨਹੀਂ ਸੀ, ਪਰ ਭਾਈਆ ਜੈ ਰਾਮ ਉੱਦਾਂ ਹੀ ਪਿਆਰ ਕਰਦਾ ਸੀ ਉਹਨੂੰ। ਅਤੇ ਗੁਰੂ ਨਾਨਕ ਸਾਹਿਬ ਦੀ ਪਹਿਲੀ ਸਿੱਖ ਸੀ। ਇੱਥੇ ਸਿੱਖੀ ਦਾ ਦਾਅਵਾ ਕਰਨ ਵਾਲੇ ਨੇ ਅੱਧੀ ਰਾਤ ਆਪਣੀਆਂ ਨੂੰਹਾਂ ਨੂੰ ਬਾਹੋਂ ਫੜ ਕੇ ਬਾਹਰ ਕੱਢਤਾ ਕਿ ਐਡੀ ਜਾਇਦਾਦ ਕੀ ਕਰਨੀ, ਤੇਰੇ ਘਰ 'ਤੇ ਔਲਾਦ ਹੀ ਨਹੀਂ ਹੋਈ। ਅਤੇ ਗੁਰਦੁਆਰੇ ਨਾਟਕ ਕਰਨੇ, ਆਣ ਕੇ ਮੱਥੇ ਟੇਕਣੇ, ਬਾਬਿਆਂ ਦੇ ਚਾਰ ਪੈਰ ਝਾੜੀ ਜਾਣੇ ਆ ਜੀ, ਅਸੀਂ ਮਹਾਂਪੁਰਖਾਂ ਨੂੰ ਮੰਨਦੇ ਹਾਂ। ਉਹ ਜਿਹੋ ਜਿਹੇ ਨੂੰ ਪੂਜੋਗੇ ਉਹੋ ਜਿਹੀ ਅਕਲ ਆਉਣੀ। ਫਿਰ ਤੇ ਜੇ ਗੁਰੂ ਨੂੰ ਸਮਝਿਆ ਹੁੰਦਾ ਤਾਂ ਸਾਡੇ ਘਰਾਂ ਦੇ ਹਾਲਾਤ ਨਾ ਹੁੰਦੇ। ਹੁਣ ਬਾਣੀ ਕੀ ਕਹਿ ਰਹੀ ਸਾਨੂੰ? ਬਾਣੀ ਕਹਿ ਰਹੀ ਹੈ ਡਿੱਗੈ ਨਾ ਡੋਲੇ, ਨਾ ਅਸੀਂ ਡਿੱਗਾਂਗੇ ਨਾ ਅਸੀਂ ਡੋਲਾਂਗੇ। ਕਿਉਂ? ਪਰ ਜੀ ਪਹਿਲੀ ਪੰਕਤੀ ਪੜ੍ਹੋ, ਅੰਮ੍ਰਿਤ ਨਾਮ ਨਿਰਮੋਲ ਹੀਰਾ, ਗੁਰ ਦੀਨੋ ਮੰਤਾਨੀ। ਗੁਰੂ ਨੇ ਮੈਨੂੰ ਇਹ ਮੰਤਰ ਦੇ ਦਿੱਤਾ, ਡਿੱਗੈ ਨਾ ਡੋਲੇ, ਦ੍ਰਿੜ ਕਰ ਰਹੇ ਹੋ, ਪੂਰਨ ਹੋਏ, ਪੂਰਨ ਤੌਰ 'ਤੇ ਤ੍ਰਿਪਤ ਹੋ ਗਿਆ, ਰੱਜ ਗਿਆ ਹੁਣ ਮੈਂ। ਹੁਣ ਓਏ ਜੋ ਬੀਚ ਹਮ ਤੁਮ ਕੱਚ ਹੋਤੇ, ਤਿੰਨ ਕੀ ਬਾਤ ਬਿਲਾਨੀ। ਓਏ ਜੋ ਬੀਚ, ਓਏ ਜੋ ਬੀਜ ਦਾ ਅਰਥ ਪਤਾ ਕੀ ਆ? ਓਏ ਜੋ ਬੀਜ ਦਾ ਅਰਥ ਆ ਮੇਰ ਤੇਰ, ਵਿਤਕਰੇ। ਸਾਨੂੰ ਵਿਤਕਰੇ ਮਾਰ ਜਾਂਦੇ ਆ ਨਾ, ਕਦੀ ਨੋਟ ਕਰਿਓ। ਕਈ ਵਾਰੀ ਸਾਰਾ ਪਰਿਵਾਰ ਇਕੱਠਾ ਤੁਰਿਆ ਆਉਂਦਾ ਪਿੱਛੋਂ, ਜੁਆਇੰਟ ਫੈਮਿਲੀ ਤੁਰੀ ਆਉਂਦੀ ਆ। ਜਦੋਂ ਪਰਿਵਾਰ 'ਚ ਕੋਈ ਵਿਤਕਰੇ ਕਰਨ ਵਾਲਾ ਪੈਦਾ ਹੋ ਜਾਏ ਨਾ, ਭਾਵੇਂ ਉਹ ਔਰਤ ਹੋਵੇ ਅਤੇ ਭਾਵੇਂ ਮਰਦ ਹੋਵੇ, ਵਿਤਕਰੇ ਕਰਨਾ ਵੀ ਮੈਨੂੰ ਵੱਧ ਮਿਲ ਜੇ, ਉਹਨੂੰ ਘੱਟ ਮਿਲ ਜੇ। ਅੱਛਾ, ਕੰਮ ਉਹਨੂੰ ਵੱਧ ਕਰਨਾ ਪਵੇ ਤਾਂ ਮਿਲ ਵੱਧ ਮੈਨੂੰ ਜਾਵੇ। ਮੇਰ ਤੇਰ ਵਿਤਕਰਾ। ਸਮਝ ਲਓ ਵੀ ਤੁਹਾਡੇ ਘਰ ਦੀ ਤਰੱਕੀ ਹੁਣ
ਬੰਦ। ਅੱਜ ਨਹੀਂ ਤੇ ਕੱਲ ਕੰਧ ਹੋਏਗੀ। ਜਿਹੜੇ ਘਰ ਚੱਲਦੇ ਆ ਨਾ, ਘਰ ਸੰਸਥਾਵਾਂ, ਪਤਾ ਕਿਤੇ ਤਿਆਗ ਨਾਲ, ਜਿਹੜਾ ਸਬਰ ਸੰਤੋਖ ਬੜੀ ਵੱਡੀ ਜਾਇਦਾਦ ਆ ਬੰਦੇ ਦੀ। ਜਿਹੜਾ ਸੰਤੋਖ ਆ ਨਾ, ਬਾਲਟੀ ਦੇ ਥੱਲੇ ਜਦੋਂ ਬਾਲਟੀ ਦਾ ਥੱਲਾ ਲੱਗਿਆ ਹੁੰਦਾ ਨਾ, ਹੁਣ ਤੁਸੀਂ ਵੇਖੋ ਉਹਦੇ ਕੁੰਡੇ ਨੂੰ ਰੱਸਾ ਬੰਨੀਏ ਤਾਂ ਆਪਾਂ ਬਾਲਟੀ ਪਾਣੀ 'ਚ ਸੁੱਟਦੇ ਹਾਂ ਖੂਹ 'ਚ, ਅਤੇ ਬਾਲਟੀ ਭਰ ਕੇ ਪਾਣੀ ਦੀ ਬਾਹਰ ਆ ਜਾਂਦੀ ਆ। ਪਰ ਜੇ ਬਾਲਟੀ ਦਾ ਥੱਲਾ ਨਾ ਹੋਵੇ, ਤੁਸੀਂ ਕੁੰਡੇ ਨੂੰ ਰੱਸਾ ਬੰਨ੍ਹ ਕੇ ਵਿੱਚ ਸੁੱਟੋ ਪਾਣੀ ਦੇ, ਡੁੱਬ ਤੇ ਜਾਂਦੀ ਆ ਪਰ ਪਾਣੀ ਨਹੀਂ ਬਾਹਰ ਲਿਆ ਸਕਦੀ ਉਹ, ਕਿਉਂਕਿ ਉਹਦਾ ਥੱਲਾ ਹੈ ਨਹੀਂ। ਜਿਹੜਾ ਸੰਤੋਖ ਹੈ ਨਾ, ਸਬਰ, ਉਹ ਬੰਦੇ ਦੀ ਜ਼ਿੰਦਗੀ ਦਾ ਬੇਸ ਆ, ਥੱਲਾ ਵਾ। ਤੁਸੀਂ ਹੁਣ ਥੱਲਾ ਹੀ ਖਿੱਚ ਤੋਂ ਥੱਲਿਓ, ਖਲੋਣਾ ਕਿੱਥੇ ਆ? ਅੱਜ ਸਬਰ ਹੈ ਨਹੀਂ। ਸਬਰ ਬੜੀ ਵੱਡੀ ਚੀਜ਼ ਆ। ਜਿਹੜੀ ਸਬਰ ਆ ਨਾ, ਬੰਦੇ ਦੀ ਸਭ ਤੋਂ ਵੱਡੀ ਮਲਕੀਅਤ ਆ, ਸਭ ਤੋਂ ਵੱਡੀ ਜਾਇਦਾਦ, ਜਿਹੜੀ ਅੱਜ ਗਵਾਚ ਗਈ ਬੰਦੇ ਦੇ ਕੋਲੋਂ। ਜਿਹੜੀ ਸਬਰ ਅੰਦਰ ਸਾਬਰੀ, ਤਾਨਵੇਂ ਜਲੇਨ, ਹੋਣ ਜੀ ਖੁਦਾਏ ਦੇ ਭੇਤ ਨਾ ਕਿਸੇ ਦੇਣ। ਤੇ ਸਬਰ ਅੰਦਰ, ਸਬਰ ਦੇ ਵਿੱਚ ਰਹਿ ਕੇ ਨਾ, ਜਿਹੜੇ ਸਬਰ ਅੰਦਰ ਸਾਬਰੀ, ਉਹ ਤਾਨਵੇਂ ਜਲੇਨ। ਉਹ ਤਨ ਨੂੰ ਕਿੱਦਾਂ ਛੱਡਦੇ ਆ? ਚੀਜ਼ ਸਾਹਮਣੇ ਪਈ ਆ, ਪਰ ਕਹਿੰਦੇ ਨਹੀਂ, ਸਬਰ 'ਚ ਆ ਗਏ, ਕਹਿੰਦੇ ਨਾ ਹੁਣ ਨਹੀਂ, ਬਹੁਤ ਕੁਝ ਹੋ ਗਿਆ। ਹੁਣ ਪਤਾ ਵੀ ਸੀ ਕਿ ਮੈਨੂੰ ਇੰਨੇ ਪੈਸੇ ਦੀ ਲੋੜ ਵਾ, ਰਿਸ਼ਵਤ ਵੀ ਆ ਰਹੀ ਸੀ, ਕਹਿੰਦਾ ਨਹੀਂ, ਲੈ ਜਾ ਭਾਈ, ਉੱਦਾਂ ਕੰਮ ਕਰੂੰ, ਸਰਕਾਰ ਤਨਖਾਹ ਦੇ ਰਹੀ ਹੈ, ਲੋਨ ਚੱਕ ਲੂੰਗਾ। ਹੁਣ ਤਾਨਵੇਂ ਜਲੇਨ, ਉਹਨੇ ਆਪਣੇ ਤਨ ਨੂੰ, ਆਪਣੀਆਂ ਖੁਆਇਸ਼ਾਂ ਨੂੰ ਇੱਦਾਂ ਸਾੜਨਾ ਸ਼ੁਰੂ ਕੀਤਾ। ਹੁਣ ਜੀ ਖੁਦਾਏ ਦੇ, ਉਹ ਖੁਦਾ ਦੇ ਇੰਨੇ ਨੇੜੇ ਹੁੰਦੇ, ਉਹ ਗਲ 'ਚ ਫੱਟਾ ਪਾ ਕੇ ਨਹੀਂ ਤੁਰੇ ਫਿਰਦੇ, ਅਸੀਂ ਰੱਬ ਦੇ ਨੇੜੇ ਆ, ਰੱਬ ਦੇ ਨੇੜੇ ਆ, ਭੇਤ ਨਾ ਕਿਸੇ ਦਿਨ। ਉਹ ਲੋਕਾਂ ਨੂੰ ਢੰਡੋਰਾ ਨਹੀਂ ਪਿੱਟਦੇ ਫਿਰਦੇ, ਸਮਾਂ ਪਾ ਕੇ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਉਹ ਬੰਦਾ ਕੌਣ ਸੀ। ਜ਼ਿੰਦਗੀ ਦਾ ਸਭ ਤੋਂ ਵੱਡਾ ਸਰਮਾਇਆ ਇਹ ਆ, ਸਭ ਤੋਂ ਵੱਡੀ ਜਾਇਦਾਦ ਇਹ ਆ। ਉਹ ਇਹ ਜੋ बीच हम तुम कछ होते, ਤਿੰਨ ਕੀ ਬਾਤ ਬਿਲਾਨੀ ਮੁੱਕ ਗਈ। ਉਹਦੇ ਵਿਤਕਰਿਆਂ ਵਾਲਾ ਜੀਵਨ ਸੀ ਨਾ, ਮੁੱਕ ਗਿਆ, ਵਿਤਕਰੇ ਮੁੱਕ ਗਏ। ਤੁਸੀਂ ਵੇਖੋ, ਵਿਤਕਰੇ ਜਦੋਂ ਜੀਵਨ 'ਚ ਆਉਂਦੇ ਆ ਨਾ, ਉਦੋਂ ਜ਼ਿੰਦਗੀ 'ਚ ਕਦੀ ਤਰੱਕੀ ਨਹੀਂ ਕਰ ਸਕਦਾ। ਪਿੰਡਾਂ 'ਚ ਜਦੋਂ ਵਾਹੀ ਹੁੰਦੀ ਸੀ ਨਾ, ਜਦੋਂ 4-4 ਭਰਾ 5-5 ਇਕੱਠੀ ਵਾਹੀ ਕਰਦੇ, ਵਿਤਕਰਾ ਹੁੰਦਾ ਨਹੀਂ। ਇੱਕ ਨੇ ਕਹਿਣਾ ਮੈਂ ਭੱਜ ਕੇ ਖੇਤਾਂ 'ਚ ਕੰਮ ਕਰਨਾ, ਦੂਜੇ ਨੇ ਕਹਿਣਾ, ਕਈਆਂ ਭਰਾਵਾਂ ਨੇ ਆਪਣੇ ਆਪ ਹੀ ਕਹਿਣਾ, ਐ ਚਿੱਟੇ ਕੱਪੜੇ ਪਵਾ ਕੇ ਇੱਕ ਭਰਾ ਨੂੰ ਰੱਖਣਾ ਕਿ ਤੂੰ ਸਰਕਾਰੀ ਦਰਬਾਰੇ ਜਾ, ਲੈਣ ਦੇਣ ਤੂੰ ਕਰਨਾ, ਅਸੀਂ ਥੱਲੇ ਕੰਮ ਕਰਨ ਨੂੰ ਹੈਗੇ। ਅਤੇ ਜੇ ਦਿਮਾਗ 'ਚ ਇਹ ਆ ਜੇ ਕਿ ਅਸੀਂ ਸਾਰੇ ਜਿਹੜੇ ਖੇਤਾਂ 'ਚ ਕੰਮ ਕਰਦੇ ਹਾਂ, ਇਹ ਚਿੱਟੇ ਕੱਪੜੇ ਪਾ ਕੇ ਤੁਰਿਆ ਫਿਰਦਾ, ਨਹੀਂ ਆਉਣ ਦਿੱਤਾ ਦਿਮਾਗ 'ਚ, ਅਗਲੇ 10 ਕਿੱਲਿਆਂ ਤੋਂ 100 ਕਿੱਲੇ ਦੇ ਮਾਲਕ ਬਣ ਗਏ। ਪਰ ਜਿੱਦਣ ਦਿਮਾਗ 'ਚ ਗਾਂ ਕੋਈ ਔਰਤ ਆ ਗਈ, ਜਾਂ ਘਰ 'ਚ ਕੋਈ ਪੁੱਤਰ ਨੇ ਕਹਿਤਾ ਕਿ ਪਾਪਾ ਜੀ ਤੁਸੀਂ ਖੇਤਾਂ 'ਚ ਕੰਮ ਕਰਦੇ ਫਿਰਦੇ ਹੋ, ਤਾਇਆ ਆਪਣਾ ਐਸ਼ ਕਰਦਾ ਫਿਰਦਾ, ਸਮਝ ਲਓ ਤੁਹਾਡਾ ਘਰ ਤਰੱਕੀ ਦੇ ਰਸਤੇ 'ਚ ਜਿਹੜੀ ਜਾ ਰਹੀ ਸੀ ਨਾ ਗੱਡੀ, ਉਹ ਰੁਕ ਗਈ। ਹੁਣ ਰੁਕ ਗਈ, ਕਿਉਂਕਿ ਹਰ ਬੰਦਾ ਹਰ ਥਾਂ 'ਤੇ ਕੰਮ ਨਹੀਂ ਨਾ ਕਰ ਸਕਦਾ। ਹੋ ਸਕਦਾ ਜਿਹੜੀ ਗੱਲ ਉਹਨੂੰ ਕਰਨੀ ਆਉਂਦੀ ਸੀ, ਦੂਜੇ ਨੂੰ ਨਾ ਕਰਨੀ ਆਉਂਦੀ, ਪਰ ਇਸੇ ਜਿੱਦ ਨੇ, ਇਸੇ ਬ੍ਰਿਸਕ ਨੇ, ਇਸੇ ਚੀਜ਼ ਨੇ ਤੁਹਾਡੀ ਤਰੱਕੀ ਨੂੰ ਰੋਕ ਦਿੱਤਾ। ਕਈ ਬੰਦੇ ਚੰਗੇ ਭਲੇ ਕਾਰੋਬਾਰ ਚੱਲਦੇ ਸੀ, ਦਿਮਾਗ 'ਚ ਇਹ ਆ ਗਿਆ ਕਿ ਆਪਾਂ ਅੱਡ ਹੋ ਜਾਈਏ, ਹੁਣ ਗੱਡੀ ਬੜੀ 'ਤੇ ਚੱਲਦੀ ਹੈ, ਭਾਂਡੇ ਵਾ ਵੱਖਰੇ ਹੋ ਕੇ ਹੋ ਜਾਈਏ, ਕਾਰੋਬਾਰ ਚੱਲੂਗਾ, ਰੋਟੀ ਵਧੀਆ ਖਾਵਾਂਗੇ, ਕਾਰੋਬਾਰ ਚੱਲੂਗਾ, ਪਰ ਸਕੂਨ ਨਹੀਂ ਮਿਲਣਾ। ਜਿਹੜਾ ਸਕੂਨ ਤੁਹਾਨੂੰ ਬੈਠ ਕੇ ਗੱਲਾਂ ਬਾਤਾਂ ਕਰਨ 'ਚ ਮਿਲਣਾ ਸੀ, ਜਿਹੜਾ ਤੁਸੀਂ ਇੱਕ ਨੂੰ ਦੁੱਖ ਸੁੱਖ ਸਾਂਝਾ ਕਰਨਾ ਸੀ, ਵਿਤਕਰਾ ਨਾ ਜੀਵਨ 'ਚ ਕਰੋ। ਤੁਸੀਂ ਜਿੱਥੇ ਵੀ ਕੰਮ ਕਰਦੇ ਹੋ, ਅੱਖਾਂ ਐ ਇਮਾਨਦਾਰੀ ਨਾਲ ਆਪਣਾ ਕੰਮ ਕਰੀ ਜਾਓ। ਕੁਦਰਤ ਏਡੀ ਬੇਅੰਤ ਵਾ ਕਿ ਤੁਹਾਡੀ ਕੀਤੀ ਹੋਈ ਮਿਹਨਤ ਤੁਹਾਨੂੰ ਜ਼ਰੂਰ ਵਾਪਸ ਦੇਵੇਗੀ। ਇਹ ਮੈਂ ਨਹੀਂ ਕਹਿ ਰਿਹਾ, ਬਾਣੀ 'ਚ ਲਿਖਿਆ, ਕਾਮ ਕ੍ਰੋਧ ਦੋਏ ਕਰੋ ਬਸੋਲੇ, ਗੋਡੋ ਧਰਤੀ ਭਾਈ, ਜਿਉਂ ਗੋਡੋ ਤਿਉਂ ਤੁਮ ਸੁਖ ਪਾਵੋ, ਕਿਰਤ ਨਾ ਮੇਟਿਆ ਜਾਈ। ਬਸੰਤ ਰਾਗ ਦਾ ਸ਼ਬਦ ਹੈ, ਜਦੋਂ ਕਿਸਾਨ ਇਮਾਨਦਾਰੀ ਨਾਲ ਖੇਤਾਂ ਦੇ ਵਿੱਚ ਨਦੀਨ ਪੁੱਟਦਾ ਸੀ, ਮਿਹਨਤ ਕਰਦਾ ਸੀ ਨਾ, ਅਤੇ ਉਹਦੀ ਜ਼ਮੀਨ, ਉਹਦੀ ਕੀਤੀ ਮਿਹਨਤ ਵਾਪਸ ਦਿੰਦੀ ਸੀ ਉਹਨੂੰ। ਉਹ ਕਿੱਲੇ ਦੀ ਮੱਕੀ ਲਾਗੇ ਲੋਕਾਂ ਦੀ 2 ਕਿੱਲਿਆਂ ਦੀ ਵੀ ਮੱਕੀ ਉਹਨੀ ਨਹੀਂ ਸੀ ਹੁੰਦੀ, ਜਿਹਨਾਂ ਗੋਡੀ ਨਹੀਂ ਸੀ ਕੀਤੀ ਹੁੰਦੀ। ਅਤੇ ਜਿਹੜੇ ਬੱਚੇ ਅੱਧੀ ਰਾਤ ਪੜ੍ਹਦੇ ਆ, ਸਟੱਡੀ ਕਰਦੇ ਆ, ਮਿਹਨਤ ਕਰਦੇ ਆ, ਨੀਂਦ ਨਾਲ ਲੜਦੇ ਆ, ਭੁੱਖ ਨਾਲ ਲੜਦੇ ਆ, ਤ੍ਰੇਹ ਨਾਲ ਲੜਦੇ ਆ, ਕਦੀ ਉੱਚੇ ਅਹੁਦਿਆਂ 'ਤੇ ਵੀ ਉਹ ਬਹਿੰਦੇ ਆ। ਯੂਨੀਵਰਸਿਟੀਆਂ ਦੇ ਬਾਹਰ ਉਹਨਾਂ ਦੀਆਂ ਫੋਟੋਆਂ ਲੱਗਦੀਆਂ, ਫਿਰ ਮਾਣ ਕਰਦਾ ਇਲਾਕਾ ਵੀ ਕਿ ਸਾਡੇ ਇਲਾਕੇ ਦਾ ਬੱਚਾ ਬਈ। ਜਿਹੜਾ ਤਾਏ ਨੇ ਕਦੀ ਚਾਚੇ ਨੇ ਇਹ ਕਹਿ ਕੇ ਵੱਖ ਕਰਦਾ ਸੀ ਕਿ ਤਰੱਕੀ 'ਚ ਰੁਕਾਵਟ ਹੋ ਜੂਗੀ, ਅਸੀਂ ਇਹਨਾਂ ਨਾਲ ਕਿਉਂ ਤੁਰੇ ਫਿਰੀਏ। ਅੱਜ ਉਹ ਮਾਣ ਕਰਦਾ, ਮੇਰਾ ਭਤੀਜਾ ਜੀ ਸੁਖਨਾ, ਉਹ ਮਾਣ ਕਰਦਾ, ਇਹ ਸਾਡਾ ਭਤੀਜਾ ਜੀ। ਗੁਰੂ ਰਾਮਦਾਸ ਮਹਾਰਾਜ
ਨਾ ਬਚਪਨ ਦੇ ਵਿੱਚ ਤਾਇਆਂ ਚਾਚਿਆਂ ਕਹਿਤਾ ਨਾਨੀ ਬਾਸਰ ਕੇ ਲੈ ਆਈ ਭਾਈ ਜੇਠਾ ਜੀ ਨੂੰ, ਪਰ ਜਦੋਂ ਗੁਰੂ ਰਾਮਦਾਸ ਮਹਾਰਾਜ ਉਸ ਤਖਤ 'ਤੇ ਬੈਠੇ ਨੇ, ਉਸ ਗੱਦੀ 'ਤੇ ਬੈਠੇ ਨੇ, ਫਿਰ ਜਿਹੜੇ ਕਹਿੰਦੇ ਸੀ ਆਪਣੀ ਕਮਾ ਤੇ ਆਪਣੀ ਖਾ, ਕਈ ਵਾਰੀ ਤੁਸੀਂ ਵੇਖਿਆ ਨਾ ਬਾਪ ਚੜ੍ਹਾਈ ਕਰ ਜਦੋਂ ਤਾਏ ਚਾਚੇ ਨਾਲ ਖਲੋਂਦੇ ਆ, ਫਿਰ ਕੀ ਹੋਇਆ ਸਾਡੇ ਭਰਾ ਨੇ ਬੜੀ ਕਮਾਈ ਇਸ ਘਰ 'ਚ ਕੀਤੀ ਆ, ਪਰ ਸਾਰੇ ਨਹੀਂ ਇੰਝ ਕਰਦੇ। ਫਿਰ ਅਖੀਰ ਮਾਮਿਆਂ ਨੂੰ, ਨਾਨੀ ਨੂੰ, ਨਾਨੇ ਨੂੰ ਸਾਂਭਣਾ ਪੈਂਦਾ ਦੋਤਾ। ਪਰ ਇੱਕ ਵਕਤ ਆਉਂਦਾ ਉਹ ਦੋਤਾ ਜਦੋਂ ਤਰੱਕੀਆਂ ਕਰਦਾ, ਫਿਰ ਉਹ ਤਾਏ ਚਾਚੇ ਕਹਿੰਦੇ ਸਾਡਾ ਭਤੀਜਾ ਜੀ, ਹੁਣ ਤੁਹਾਡਾ ਭਤੀਜਾ ਕਿੱਥੋਂ ਆ ਗਿਆ ਵੇ, ਕਿਉਂਕਿ ਤਰੱਕੀ ਕਦਮ ਚੁੰਮਦੀ ਉਹਦੇ। ਕਦੀ ਕਿਸੇ ਨੂੰ ਮਾੜਾ ਕਹਿ ਕੇ ਨਾ ਛੱਡੋ, ਪਤਾ ਨਹੀਂ ਕਿੱਥੇ ਕਿਹੜੇ ਵਕਤ ਕਿੱਥੇ ਕੀ ਹੋ ਜਾਣਾ ਹੈ। ਸਾਡੇ ਸਾਹਮਣੇ ਉਦਾਹਰਨ ਗੁਰੂ ਰਾਮਦਾਸ ਮਹਾਰਾਜ ਦੀ ਹੈ। ਭਾਈ ਜੇਠਾ ਜੀ ਜਿਹੜੇ ਕਦੀ ਘੁੰਗਣੀਆਂ ਵੇਚਦੇ ਸਨ, ਜਿਹੜਾ ਫਰਜ਼ ਦਾਦਕੇ ਪਰਿਵਾਰ ਦਾ ਸੀ ਉਹ ਨਹੀਂ ਨਿਭਾਇਆ ਉਹਨਾਂ ਨੇ, ਨਾਨੀ ਨੇ ਨਿਭਾਇਆ। ਪਰ ਵਕਤ ਵੇਖੋ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਆਪ ਸਿਰਜਣਹਾਰੇ ਤਾਰਿਆ। ਆਹ ਸਭ ਤੋਂ ਵੱਡੀ ਕਰਾ। ਓਏ ਜੋ बीच हम तुम कश होते तिन की बात बिलानी। अलंकार, अलंਕਾਰ ਕਹਿੰਦੇ ਗਹਿਣਿਆਂ ਨੂੰ। ਹੁਣ ਗਹਿਣੇ ਵੱਖਰੇ ਵੱਖਰੇ ਆ, ਹਾਰ, ਮੁੰਦਰੀ, ਕੜਾ, ਇਹ ਗਹਿਣੇ ਵੱਖਰੇ ਵੱਖਰੇ, ਪਰ ਸੋਨਾ ਤੇ ਇੱਕੋ ਹੀ ਹੈ ਨਾ। ਅਲੰਕਾਰ ਮਿਲ, ਜਦੋਂ ਗਹਿਣੇ ਮਿਲ ਕੇ ਥੈਲੀ ਹੋਈ ਹੈ, ਇੱਕ ਥਾਂ ਤੇ ਲੈ ਕੇ ਸੁਨਹਿਰੇ ਕੋਲ ਉਹਨੇ ਇਕੱਠਾ ਜਿਹਾ ਕਰਤਾ, ਇੱਕ ਥਾਂ ਤੇ ਢੇਰੀ ਜੀ ਬਣਾਤੀ, ਬਿਸਕੁਟ ਬਣਾਤਾ ਇੱਕ ਤਾਂ, ਤੇ ਕਣਕ ਵਿਖਾਨੀ। ਹੁਣ ਸਾਰੇ ਕਹਿੰਦੇ ਸੋਨਾ ਵਾ, ਹੁਣ ਗਹਿਣੇ ਥੋੜ੍ਹਾ, ਹੁਣ ਤੇ ਸੋਨਾ ਵਾ। ਇੱਦਾਂ ਹੀ ਜਦੋਂ ਬੰਦਾ ਸੱਚ ਨਾਲ ਜੁੜਦਾ ਫਿਰ ਉਹਨੂੰ ਸਮਝ ਆ ਜਾਂਦੀ ਆ। ਉਹ ਮੈਂ ਕਹਿੰਦਾ ਜਿਹਨੂੰ ਕਹਿੰਦਾ ਸੀ ਨਾ ਉਹ ਨੀਵਾਂ ਵਾ, ਹੁਣ ਸਮਝ ਆਈ ਉਹ ਨਹੀਂ, ਅਸੀਂ ਸਾਰੇ ਇੱਕੇ ਸੋਨੇ ਤੋਂ ਬਣੇ ਆ, ਅਸੀਂ ਸਾਰੇ ਇੱਕੇ ਸੋਨੇ ਤੋਂ ਬਣੇ ਆ। ਜਦੋਂ ਘੜੇ ਮਾਰਕੀਟ 'ਚ ਵਿਕਦੇ ਆ ਨਾ, ਅਮੀਰ ਬੰਦਾ ਕਾਰ 'ਚ ਉਤਰ ਕੇ ਘੜਾ ਖਰੀਦ ਕੇ ਆਪਣੇ ਜਾ ਕੇ ਮਹਿੰਗੇ ਘਰ 'ਚ ਰੱਖ ਲੈਂਦਾ, ਜਾ ਕੇ ਕਿਚਨ ਦੇ ਵਿੱਚ, ਰਸੋਈ ਦੇ ਵਿੱਚ, ਅਤੇ ਇੱਕ ਬੰਦਾ ਗਰੀਬ ਆਪਣੇ ਘਰ ਜਾ ਕੇ ਕੱਚੇ ਘਰ 'ਚ ਰੱਖ ਲੈਂਦਾ। ਹੁਣ ਉਹ ਗਰੀਬਾਂ ਦਾ ਘੜਾ ਬਣ ਗਿਆ, ਉਹ ਅਮੀਰਾਂ ਦਾ ਘੜਾ ਬਣ ਗਿਆ। ਪਰ ਜੇ ਘੜਿਆਂ ਨੂੰ ਪੁੱਛੋਗੇ ਉਹ ਕਹਿਣਗੇ ਮਾਟੀ ਏਕ ਅਨੇਕ ਭੰਤ ਕਰ ਸਾਜੀ ਸਾਜਣਹਾਰੇ। ਅਸੀਂ ਇੱਕੇ ਥਾਂ ਤੋਂ ਆਏ ਹਾਂ, ਇੱਕ ਇੱਕ ਮਿਹਾਰ ਨੇ ਪਾਣੀ ਪਾ ਕੇ ਇੱਕੇ ਮਿੱਟੀ ਨੇ ਸਾਨੂੰ ਤਿਆਰ ਕੀਤਾ ਹੋਇਆ। ਫਰਕ ਇੰਨਾ ਸੀ, ਇੱਕ ਅਮੀਰ ਲੈ ਗਿਆ ਖਰੀਦ ਕੇ ਅਮੀਰਾਂ ਦਾ ਘੜਾ ਬਣ ਗਿਆ, ਗਰੀਬ ਖਰੀਦ ਕੇ ਲੈ ਗਿਆ ਗਰੀਬਾਂ ਦਾ ਘੜਾ ਬਣ ਗਿਆ, ਪਰ ਮਿੱਟੀ ਇੱਕੋ ਹੀ ਹੈ ਸਾਡੀ। ਜਦੋਂ ਇਹ ਗੱਲ ਸਮਝ ਆ ਗਈ, ਸਭ ਤੋਂ ਵੱਡੀ ਐਗਜ਼ਾਮਪਲ, ਐਕਸੀਡੈਂਟ ਹੋ ਜਾਏ, ਬਲੱਡ ਬੈਂਕ ਜਾਂਦੇ ਆਪਾਂ, ਸਾਨੂੰ ਡਾਕਟਰ ਕਹਿੰਦਾ 3 ਬੋਤਲ ਖੂਨ ਚਾਹੀਦਾ, ਆਪਾਂ ਨੂੰ ਨਹੀਂ ਪਤਾ ਇਹ ਖੂਨ ਕਿਹਦਾ ਹੈ। ਪਰ ਕਦੀ ਪੁੱਛਿਆ ਕਿਹੜੀ ਕੰਟਰੀ ਦਾ ਬੰਦਾ ਜਿਹਦਾ ਇਹ ਖੂਨ ਹੈ, ਜਿਹਦੇ ਨਾਲ ਖੂਨ ਸਾਡੇ ਮਰੀਜ਼ ਦਾ ਮੈਚ ਕਰ ਰਿਹਾ? ਕਦੀ ਕਦੀ ਦਿਮਾਗ 'ਚ ਇਹ ਕੁਐਸਚਨ ਆਇਆ? ਕਦੀ ਸਵਾਲ ਸਾਡੇ ਦਿਮਾਗ 'ਚ ਆਇਆ? ਕਈ ਵਾਰੀ ਰਿਸ਼ਤੇਦਾਰ ਦਾ ਖੂਨ ਮੈਚ ਨਹੀਂ ਕਰਦਾ, ਕਿਸੇ ਹੋਰ ਬੰਦੇ ਦਾ ਬਲੱਡ ਬੈਂਕ 'ਚੋਂ ਅਸੀਂ ਖੂਨ ਲਿਆ ਕੇ ਅਤੇ ਆਪਣੇ ਕਿਸੇ ਮਰੀਜ਼ ਨੂੰ ਚੜ੍ਹਾ ਦਿੰਦੇ ਹਾਂ। ਇਹਦਾ ਮਤਲਬ ਪਰਮੇਸ਼ਰ ਨੇ ਕੋਈ ਫਰਕ ਨਹੀਂ ਬੰਦਿਆ ਤੇਰੇ 'ਚ ਪਾਇਆ। ਪਰ ਜਦੋਂ ਚੀਜ਼ਾਂ ਤੇਰੇ ਕੋਲ ਆ ਗਈਆਂ, ਤੂੰ ਫਰਕ ਪਾ ਲਿਆ, ਇਹ ਉੱਚਾ ਵਾ, ਇਹ ਨੀਵਾਂ ਵਾ, ਇਹ ਸ਼ੂਦਰ ਹੈ, ਇਹ ਦਲਿਤ ਵਾ, ਮੈਂ ਉੱਚਾ ਵਾਂ, ਉਹ ਨੀਵਾਂ ਵਾ। ਓਏ ਜੋ बीच अलंकार ਮਿਲ ਥੈਲੀ ਹੋਈ ਹੈ, ਤਾਂ ਤੇ ਕਣਕ ਵਖਾਨੀ ਗਹਿਣੇ ਬਣ ਗਏ। ਹੁਣ ਸਾਰੇ ਇਕੱਠੇ ਅਖੀਰ 'ਤੇ ਕਹਿੰਦੇ ਨੇ ਪ੍ਰਗਟਿਓ ਜੋਤ। ਹੁਣ ਜੋਤ ਦਾ ਅਰਥ ਕੀ ਸੀ? ਵਿਚਾਰਧਾਰਾ। ਸਮਝ ਆ ਗਈ, ਪ੍ਰਗਟਿਓ ਜੋਤ। ਜਦੋਂ ਅੰਦਰ ਗਿਆਨ ਦੀ ਜੋਤ ਪ੍ਰਗਟ ਹੋ ਗਈ, ਸਮਝ ਆ ਗਈ, ਵਿਚਾਰਧਾਰਾ ਦਾ ਪਤਾ ਲੱਗ ਗਿਆ। ਪ੍ਰਗਟਿਓ ਜੋਤ, ਸਹਿਜ ਜ਼ਿੰਦਗੀ, ਸਹਿਜ ਆ ਗਿਆ, ਸੁੱਖ, ਆਤਮਿਕ ਸੁੱਖ ਮਿਲ ਗਿਆ, ਸ਼ੋਭਾ, ਸ਼ੋਭਾ ਵੀ ਪਵਿੱਤਰ ਬਣ ਗਈ। ਬਾਜੇ ਅਨਹਤ ਬਾਨੀ, ਦਿਨ ਰਾਤ ਹੀ ਅੰਦਰ ਨਿਰੰਤਰ ਹੀ ਗੁਣਾਂ ਦੇ ਵਾਜੇ ਵੱਜਣ ਲੱਗ ਪਏ। ਕਹੋ ਨਾਨਕ, ਹੇ ਨਾਨਕ ਆਖ ਨਿਹਚਲ ਘਰ ਬਾਂਧਿਓ ਗੁਰ ਕੀਓ ਬੰਧਾਨੀ। ਜਿਸ ਨੂੰ ਗੁਰੂ ਨੇ ਉਹ ਨਿਹਚਲ ਘਰ ਦੇ ਦਿੱਤਾ, ਉਸ ਬੰਦੇ ਨੇ ਗੁਰੂ ਦੇ ਚਰਨਾਂ ਦੇ ਵਿੱਚ, ਅਕਾਲ ਪੁਰਖ ਦੇ ਚਰਨਾਂ 'ਚ ਇਹੋ ਜਿਹਾ ਆਪਣਾ ਘਰ ਬਣਾ ਲਿਆ। ਨਿਹਚਲ ਕਹੋ ਨਾਨਕ ਨਿਹਚਲ ਘਰ ਬਾਂਧਿਓ ਗੁਰ ਕੀਓ ਬੰਧਾਨੀ। ਗੁਰੂ ਨੇ ਇਹੋ ਜਿਹਾ ਟਿਕਾਣਾ ਦਿੱਤਾ ਕਿ ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਆਓ ਸਾਧ ਸੰਗਤ ਜੀ, ਆਪਣੀ ਜ਼ਿੰਦਗੀ 'ਚ ਇੱਕ ਪ੍ਰਣ ਕਰੀਏ ਕਿ ਅਸੀਂ ਇੱਕ ਗੁਰੂ ਤੋਂ ਬਿਨਾਂ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਬਾਣੀ ਪੜ੍ਹੀਏ, ਸਮਝੀਏ, ਵਿਚਾਰੀਏ ਅਤੇ ਗੁਰੂ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦਾ ਯਤਨ ਕਰੀਏ। ਕੱਲ੍ਹ ਦਿਨ ਦਾ ਇੱਕ ਦੀਵਾਨ ਹੋਰ ਬਾਕੀ ਹੈ, ਜਿਸ ਵਿੱਚ ਆਪਾਂ ਇਸੇ ਤਰ੍ਹਾਂ ਰਲ ਕੇ ਸਤਿਗੁਰ ਦੀ ਪਾਵਨ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾਵਾਂਗੇ। ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਇੱਕ ਵਾਰੀ ਅਖੀਰ 'ਤੇ ਇਹਨਾਂ ਪੰਕਤੀਆਂ ਦਾ ਪਾਠ ਕਰ ਲਈਏ, ਫਿਰ ਸਮਾਪਤੀ ਹੈ ਜੀ। ਸਭ ਸੁਖ ਦਾਤਾ ਰਾਮ ਹੈ, ਸਭ ਸੁਖ ਦਾਤਾ ਰਾਮ ਹੈ, ਸਭ ਸੁਖ ਦਾਤਾ ਰਾਮ ਹੈ।
दूसर नाहे न कोए, दूसर नाहे न कोए। दूसर नाहे न कोई, वाह वाह। कहो नानक सुन रे मना, कहो नानक सुन रे मना। नानक सुन रे मना, वाह वाह। नानक सुन रे मना। ते समरत गत होए, ते समरत गत होए। सिमरत गत होए, ते सिमरत गत होए। ਸਾਰੀ ਸੰਗਤ ਦਾ ਧੰਨਵਾਦ ਜੋ ਤੁਸੀਂ ਰਜੇਵਿਆਂ ਭਰੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਸ਼ਾਮਾਂ ਦੇ ਦੀਵਾਨ ਵਿੱਚ ਹਾਜ਼ਰੀ ਭਰੀ ਹੈ। ਵਿਚਾਰਾਂ ਕਰਦਿਆਂ ਜੋ ਬਚਨ ਚੰਗੇ ਲੱਗੇ ਗੁਰੂ ਦੇ ਜਾਣ ਲੈਣੇ, ਜੋ ਬਚਨ ਕਰਦਿਆਂ ਵਿਚਾਰਾਂ ਕਰਦਿਆਂ ਭੁੱਲਾਂ ਨੇ ਉਹ ਮੇਰੀਆਂ ਨੇ। ਆਓ ਆਪਣੀ ਜ਼ਿੰਦਗੀ ਵਿੱਚ ਆਪ ਗੁਰਬਾਣੀ ਪੜ੍ਹੀਏ, ਸਹਿਜ ਪਾਠ ਕਰੀਏ, ਵਹਿਮਾਂ ਭਰਮਾਂ ਪਖੰਡਾਂ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ, ਆਪਣੇ ਪੁੱਤਰਾਂ ਧੀਆਂ ਨੂੰ ਜਿੰਨਾ ਵੀ ਹੋ ਸਕਦਾ ਹੈ ਅਸੀਂ ਆਪਣੀ ਗੁਰੂ ਬਾਣੀ ਬਾਰੇ, ਕੌਮ ਬਾਰੇ, ਸਿੱਖੀ ਸਿਧਾਂਤਾਂ ਬਾਰੇ, ਇਤਿਹਾਸ ਬਾਰੇ ਜਿੰਨਾ ਕੁ ਤੁਸੀਂ ਆਪ ਦੱਸਣ ਦਾ ਯਤਨ ਕਰ ਸਕਦੇ ਹੋ ਜ਼ਰੂਰ ਸਮਾਂ ਕੱਢੋ ਤਾਂ ਕਿ ਅਸੀਂ ਆਪਣਾ ਫਰਜ਼ ਨਿਭਾ ਸਕੀਏ। ਜਿਵੇਂ ਅਸੀਂ ਕਾਰੋਬਾਰ ਪ੍ਰਤੀ, ਧੰਦਿਆਂ ਪ੍ਰਤੀ ਅਸੀਂ ਆਪਣੇ ਫਰਜ਼ ਨਿਭਾਉਂਦੇ ਹਾਂ, ਇੱਧਰ ਵੀ ਆਪਣਾ ਅਸੀਂ ਥੋੜ੍ਹਾ ਬਹੁਤਾ ਫਰਜ਼ ਜ਼ਰੂਰ ਨਿਭਾਈਏ। ਸਾਰਿਆਂ ਦਾ ਧੰਨਵਾਦ। ਭੁੱਲਾਂ ਚੁੱਕਾਂ ਮੇਰੀਆਂ, ਸਾਰੀ ਸੰਗਤ ਦਾ ਧੰਨਵਾਦ ਜੋ ਤੁਸੀਂ ਲੰਗਰ ਬਣਾਉਂਦੇ ਹੋ, ਲੰਗਰ ਵਰਤਾਉਂਦੇ ਹੋ। ਇਹ ਸਾਰਾ ਟੀਮ ਵਰਕ ਹੁੰਦਾ ਜਦੋਂ ਇੱਦਾਂ ਦੇ ਸਮਾਗਮ ਹੁੰਦੇ ਨੇ, ਇੱਕ ਬੰਦੇ ਕਰਕੇ ਨਹੀਂ। ਜਦੋਂ ਸਾਰੇ ਰਲ ਕੇ ਸਹਿਯੋਗ ਦਿੰਦੇ ਨੇ, ਕੋਈ ਸੰਗਤ ਲੈ ਕੇ ਆਉਂਦਾ ਹੈ, ਕੋਈ ਲੰਗਰ ਬਣਾਉਂਦਾ ਹੈ, ਕੋਈ ਗਰੋਸਰੀ ਲੈ ਕੇ ਆਉਂਦਾ ਹੈ, ਕੋਈ ਕਹਿੰਦਾ ਲਿਆਓ ਜੀ ਮੈਂ ਚਾਦਰਾਂ ਨਾਲ ਵਿਛਾ ਦਿੰਦਾ ਵਾਂ, ਤਾਂ ਇਹ ਸਾਰੇ ਜਾਣੇ ਜਦੋਂ ਰਲ ਕੇ ਅਸੀਂ ਕਰਦੇ ਹਾਂ, ਜਦੋਂ ਕੋਈ ਵੀ ਕੰਮ ਨੂੰ ਜਦੋਂ ਅਸੀਂ ਰਲ ਕੇ ਕਰਦੇ ਹਾਂ ਤਾਂ ਫਿਰ ਉਹ ਕੰਮ ਜਿਹੜਾ ਉਹ ਸੌਖਾ ਹੋ ਜਾਂਦਾ ਹੈ। ਜਿਵੇਂ ਸਾਡੇ ਪੁਰਾਣੇ ਬਜ਼ੁਰਗ ਇੱਕ ਸ਼ਬਦ ਬੋਲਦੇ ਹੁੰਦੇ ਸੀ ਵੀ ਕਿਸੇ ਦੀ ਖੁਸ਼ੀ ਸ਼ਾਮਲ ਹੋ ਤੇ ਖੁਸ਼ੀ 4 ਗੁਣਾ ਵੱਧਦੀ ਆ, ਕਿਸੇ ਦੇ ਦੁੱਖ ਵਿੱਚ ਸ਼ਾਮਲ ਹੋ ਤਾਂ ਦੁੱਖ ਉਹਦਾ ਘਟਦਾ। ਅਤੇ ਇੱਦਾਂ ਹੀ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ, ਪਿੰਡਾਂ 'ਚ ਮੰਗਾਂ ਪੈਂਦੀਆਂ ਹੁੰਦੀਆਂ ਸੀ ਜਦੋਂ ਕਣਕਾਂ ਹੱਥਾਂ ਨਾਲ ਵੱਢ ਦਿੰਦੇ, ਉਹਦਾ ਮਤਲਬ ਇਹ ਹੁੰਦਾ ਸੀ ਜਦੋਂ 20 ਬੰਦੇ ਕਣਕ ਨੂੰ ਵੱਢਣਗੇ ਅਤੇ ਉਹਨਾਂ ਨੱਪ ਕੇ ਲੈ ਜਾਣੀ, ਇੱਕ ਦੂਜੇ ਨੂੰ ਵੇਖ ਕੇ ਉਹਨਾਂ ਨੇ 4 5 5 10 ਕਿੱਲੇ ਵੱਢ ਦੇਣੇ ਆ। ਤਾਂ ਸੱਚੀ ਗੱਲ ਸੀ, ਇਹ ਪਿਆਰ ਸੀ ਸਾਡਾ, ਇਹ ਸਾਡਾ ਪੰਜਾਬ ਦਾ ਇੱਕ ਮਾਹੌਲ ਸੀ, ਕਲਚਰ ਸੀ ਕਿ ਜੇ ਇੱਕ ਭਰਾ ਨੇ ਕਹਿਣਾ ਅੱਜ ਮੰਗ ਪਾਈ ਆ ਇਕੱਠੇ 20 ਕਿੱਲੇ ਕਣਕ ਹੱਥ। ਹੁਣ ਤਾਂ ਕੰਪੈਨਾਂ ਆ ਗਈਆਂ, ਮਸ਼ੀਨਰੀ ਇੱਦਾਂ ਦੀ ਆ ਗਈ ਵੀ ਸਵੇਰੇ ਕਣਕ ਖੇਤ 'ਚ ਖਲੋਤੀ ਹੈ, ਸ਼ਾਮਾਂ ਤੱਕ ਮੰਡੀ 'ਚ ਵੀ ਪਹੁੰਚ ਜਾਂਦੀ ਹੈ, ਅਗਲੇ ਦਿਨ ਤੂੜੀ ਵੀ ਬਣ ਜਾਂਦੀ ਹੈ। ਇਸ ਪੱਖੋਂ ਅਸੀਂ ਬਹੁਤ ਤਰੱਕੀ ਕਰ ਲਈ ਆ, ਪਰ ਪਿਆਰ ਵਿੱਚ ਕਿਤੇ ਨਾ ਕਿਤੇ ਕਮੀ ਆ ਗਈ ਆ। ਜਿੱਥੇ ਘਰ ਵਧੀਆ ਬਣ ਗਏ, ਇਮਾਰਤਾਂ ਵਧੀਆ ਬਣ ਗਈਆਂ, ਉੱਥੇ ਪਿਆਰ ਮੁਹੱਬਤ, ਇੱਕ ਦੂਜੇ ਦੁੱਖ ਸੁੱਖ ਵਿੱਚ ਸ਼ਾਮਲ ਹੋਣ ਵਾਲੀ ਸਾਡੇ ਅੰਦਰੋਂ ਜਿਹੜਾ ਦਰਦ ਵਾ ਉਹ ਮਰਨਾ ਨਹੀਂ ਸੀ ਚਾਹੀਦਾ। ਆਓ ਜਿਉਂਦਾ ਰੱਖੀਏ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।